ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे TV84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम जी। डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 16 अगस्त 2022 पहली भादो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਜ਼ੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫਾਈਵ ਕੇਬਲ ਕੈਨੇਡਾ roku जादू बॉक्स शावा फेसबुक TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਿਆਟਲ ਤੋਂ ਸਰਦਾਰ ਮਿੱਤਰਪਾਲ ਸਿੰਘ ਨਿਵਾਲਾ। ਸੋ ਇਹਨਾਂ ਡਾਕਟਰ ਅਮਰਜੀਤ ਸਿੰਘ ਜੀ ਅਤੇ TV84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਨੂੰ ਉਭਾਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ ਔਰ ਕੌਮ ਨੂੰ ਦੂਰਦ੍ਰਿਸ਼ਟੀ ਅਤੇ ਵਾਪਰ ਰਹੀਆਂ ਘਟਨਾਵਾਂ ਬਾਰੇ ਸਹੀ ਜਾਣਕਾਰੀ ਅਤੇ ਕੀ ਪਹੁੰਚ ਲਈ ਜਾਵੇ ਇਸ ਸਭ ਬਾਰੇ ਬਾਖੂਬੀ ਤੁਸੀਂ ਪਹਿਲ ਦੇ ਆਧਾਰ ਤੇ ਸੁਚੇਤ ਕਰਦੇ ਹੋ। ਸੋ ਅਸੀਂ ਆਪਣੇ ਦਸਵੰਧ ਰਾਹੀਂ ਯੋਗਦਾਨ ਪਾਈਏ ਅਤੇ ਬਾਕੀਆਂ ਨੂੰ ਬੇਨਤੀ ਕਰਾਂਗੇ ਕਿ TV84 ਨੂੰ ਹੋਰ ਮਜ਼ਬੂਤ ਕਰੀਏ ਔਰ ਨੈਰੇਟਿਵ ਬਿਲਡਿੰਗ ਵਿੱਚ ਅਜੇ ਹੋਰ ਬਹੁਤ ਕੰਮ ਕਰਨ ਦੀ ਲੋੜ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਿੱਤਰਪਾਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ 1947 ਦੀ ਵੰਡ ਬਾਰੇ ਔਰ ਜਿਸ ਵਿੱਚ ਲੱਖਾਂ ਵਿਕਟਮ ਜਿਹੜੇ ਮਾਰੇ ਗਏ ਔਰ ਉਹਨਾਂ ਦੀ ਜਿਹੜੀ ਅਰਦਾਸ ਹੈ ਅੱਜ ਪਹਿਲੀ ਵਾਰ ਅਕਾਲ ਤਖਤ ਸਾਹਿਬ ਤੇ ਹੋਈ। ਸੋ ਵਿਊਅਰਸ 15 ਅਗਸਤ 1947 ਨੂੰ ਅੰਗਰੇਜ਼ੀ ਸਾਮਰਾਜ ਦਾ ਅੰਤ ਭਾਰਤ ਤੇ ਪਾਕਿਸਤਾਨ ਦੀ ਦੇਸ਼ ਵੰਡ ਨਾਲ ਹੋਇਆ। ਸੋ ਇਸ ਵੰਡ ਨੂੰ ਜਿਹੜੇ ਆਮ ਲੋਕਾਂ ਵੱਲੋਂ ਉਜਾੜਾ ਕਹਿ ਕੇ ਯਾਦ ਕੀਤਾ ਜਾਂਦਾ। ਸੋ ਕਿਉਂਕਿ ਲੱਖਾਂ ਹਿੰਦੂ ਸਿੱਖ ਮੁਸਲਮਾਨ ਨਫ਼ਰਤ ਦੀ ਅੱਗ ਵਿੱਚ ਤਬਾਹ ਬਰਬਾਦ ਹੋਏ। ਸੋ ਅਕਾਲ ਤਖਤ ਸਾਹਿਬ ਦੇ ਇਹਨਾਂ ਲੱਖਾਂ ਵਿਕਟਮਸ ਲਈ 75 ਸਾਲਾਂ ਵਿੱਚ ਪਹਿਲੀ ਵਾਰ ਜਿਹੜੀ ਅਰਦਾਸ ਕੀਤੀ ਗਈ ਜਦੋਂ ਕਿ RSS ਵੱਲੋਂ 14 ਅਗਸਤ ਦੇ ਦਿਨ ਨੂੰ ਇਸ ਵਰੇ ਨਫ਼ਰਤ ਫੈਲਾਉਣ ਲਈ ਜਿਹੜਾ ਉਹ ਵਰਤਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸੀਐਟਲ ਤੋਂ ਵੀਰ ਮਿੱਤਰਪਾਲ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਔਰ ਮੈਂ ਸਮਝਦਾ ਵੀ ਡਾਇਸਪੋਰਾ ਸਿੱਖਾਂ ਦੇ ਵਿੱਚ ਇੱਕ ਕਾਫੀ ਸਾਡਾ ਜਾਗਰੂਕ ਤਬਕਾ ਹੈ ਜਿਹੜੇ ਸਮਝਦੇ ਨੇ ਕਿ ਕੌਮ ਦੇ ਸਾਹਮਣੇ ਚੈਲੰਜ ਕੀ ਨੇ, ਜਿਹੜੇ ਇਹ ਵੀ ਸਮਝਦੇ ਨੇ ਕਿ ਅੰਦਰੂਨੀ ਸਾਡੀਆਂ ਸਮੱਸਿਆਵਾਂ ਕੀ ਨੇ। ਕੁਝ ਚੀਜ਼ਾਂ ਜਿੱਥੇ ਅਸੀਂ ਆਪਣੀ ਪੰਜਾਬੀ ਤਹਿਜ਼ੀਬ ਦੀ ਖੂਬਸੂਰਤੀ ਦੀ ਗੱਲ ਕਰਦੇ ਉੱਥੇ ਕੁਛ ਨਾ ਕੁਛ ਐਸਾ ਵੀ ਜਿੱਥੇ ਇੱਕ ਪਾਸੇ ਜਜ਼ਬਾਤੀ ਹੋਣਾ ਇਸ ਗੱਲ ਲਈ ਲਾਹੇਵੰਦਾ ਹੁੰਦਾ ਹੈ ਵੀ ਕਿਸੇ ਗੱਲ ਨੂੰ ਵੀ ਜਜ਼ਬਾਤ ਨਾਲ ਸਮਝਾਇਆ ਜਾ ਸਕਦਾ ਹੈ ਔਰ ਇੱਕਦਮ ਉਸ ਦੇ ਉੱਤੇ ਕੌਮ ਖੜੀ ਹੋ ਜਾਂਦੀ ਹੈ। ਪਰ ਦੂਸਰੇ ਪਾਸੇ ਇਸ ਦੀ ਫਲਿਪ ਸਾਈਡ ਇਹ ਹੁੰਦੀ ਹੈ ਕਿ ਬਹੁਤ ਵਾਰ ਜਿਹੜੇ ਲੌਂਗ ਟਰਮ ਚੈਲੰਜਸ ਨੇ ਔਰ ਜਿਵੇਂ ਸਾਡਾ ਦੁਸ਼ਮਣ ਜਿਹੜਾ ਕਿ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਵਰਤਦਾ ਹੈ ਉਹ ਜਿਸ ਤਰੀਕੇ ਦੇ ਨਾਲ ਆਪਣਾ ਚੱਕਰ ਵਿਊ ਰਚਦਾ ਉਹਦੇ 'ਚ ਅਸੀਂ ਆਪਣੀ ਜਜ਼ਬਾਤੀ ਪਹੁੰਚ ਕਰਕੇ ਕਿਤੇ ਨਾ ਕਿਤੇ ਫਸ ਜਾਂਦੇ ਹਾਂ, ਅੜ ਜਾਂਦੇ ਹਾਂ। ਉਹ ਤੇ ਬਹੁਤ ਵਾਰ ਫਿਰ ਜਿਹੜੀ ਲਾਸਟ ਜਿਹਨੂੰ ਕਹਿੰਦੇ ਨੇ ਕਿ ਹੂ ਹੈਜ਼ ਦਾ ਲਾਸਟ ਲਾਫ ਉਹ ਬ੍ਰਾਹਮਣ ਦੇ ਕੋਲ ਹੀ ਹੁੰਦੀ ਹੈ। ਸੋ ਅਸੀਂ ਜਦੋਂ ਡਾਇਸਪੋਰਾ ਸਿੱਖਾਂ ਨੂੰ ਲਗਭਗ ਅੱਜ 6 ਮਿਲੀਅਨ ਦੇ ਲਗਭਗ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਵਸਦੇ ਨੇ, ਅਸੀਂ ਉਹਨਾਂ ਦੀ ਜਿੱਥੇ ਤਾਰੀਫ ਕਰਦੇ ਹਾਂ ਉੱਥੇ ਸਾਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਇਸ ਵੇਲੇ ਡਾਇਸਪੋਰਾ ਸਿੱਖਾਂ ਦੇ ਵਿੱਚ ਵੀ ਬੜੀ ਤੇਜ਼ੀ ਦੇ ਨਾਲ ਘੁਸਪੈਠ ਵੀ ਹੋ ਰਹੀ ਹੈ। ਪੈਰਲਲ ਨੈਰੇਟਿਵ ਸਿਰਜੇ ਜਾ ਰਹੇ ਨੇ। ਹੁਣ ਇੱਕ ਪਾਸੇ ਜਦੋਂ ਕਿ ਦੁਨੀਆ ਭਰ ਦੇ ਵਿੱਚ ਸਿੱਖ
ਆਪਣੇ ਖਾਲਸਾਈ ਝੰਡੇ ਦੇ ਨਾਲ ਪ੍ਰੋਟੈਸਟ ਕਰ ਰਹੇ ਸੀ, ਰੈਲੀਆਂ ਕਰ ਰਹੇ ਸੀ, ਚਾਰ ਚਫੇਰੇ ਇੱਕ ਮਾਹੌਲ ਸੀ ਪੰਜਾਬ ਦੀ। ਅਸੀਂ ਗੱਲ ਕੀਤੀ ਵੇਰਵੇ ਦੇ ਨਾਲ, ਔਰ ਮੈਂ ਕੱਲ ਸਾਨੂੰ ਸਾਡੇ ਰਾਜਸਥਾਨ ਤੋਂ ਕੋਈ ਵਿਊਅਰ ਦੇਖਦੇ ਨੇ, ਉਹਨਾਂ ਨੇ ਉੱਥੋਂ ਦੀਆਂ ਸੈਲਫੀਜ਼ ਵੀ ਖਿੱਚ ਕੇ ਭੇਜੀਆਂ। ਉਹਨਾਂ ਨੇ ਕਿਹਾ ਜੀ ਤੁਸੀਂ ਪੰਜਾਬ ਹਰਿਆਣੇ ਦੀ ਗੱਲ ਕੀਤੀ ਹੈ, ਰਾਜਸਥਾਨ 'ਚ ਵੀ ਅਸੀਂ ਥਾਂ ਝੰਡੇ ਲਹਿਰਾਏ ਨੇ, ਔਰ ਇਸ ਦਿਨ ਨੂੰ ਅਸੀਂ ਸਿੱਖਾਂ ਦੀ ਆਜ਼ਾਦੀ ਦਿਵਸ ਵਜੋਂ ਹੀ ਮਨਾਇਆ। ਸੋ ਅਸੀਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ। ਪਰ ਉੱਥੇ ਹੀ ਮੈਂ ਨਿਊਯਾਰਕ ਦੇ ਵਿੱਚ ਦੇਖ ਰਿਹਾ ਸੀ ਕਿ ਜਿਉਂ ਹੀ ਅਸੀਂ ਐਤਵਾਰ ਦੇ ਸੈਮੀਨਾਰ ਤੋਂ ਬਾਅਦ ਨਿਕਲ ਰਹੇ ਸੀ ਬਾਹਰ 3 ਵਜੇ, ਹਾਲਾਂਕਿ ਇੱਕ ਦਿਨ ਪਹਿਲਾਂ ਤੋਂ ਇਸ ਕਿਸਮ ਦਾ ਹਵਾੜਾ ਸੀ, ਰਿਊਮਰ ਸੀ ਕਿ ਜੀ ਇੱਥੇ ਇੱਕ ਗ੍ਰੰਥੀ ਜਿਹੜੇ ਕਿ ਨਵੇਂ ਹੁਣ ਗੁਰਦੁਆਰਾ ਖਲਾਇਆ ਗਿਆ ਜਿਨ੍ਹਾਂ ਨੂੰ, ਕਿ ਉਹ ਰਾਜਗੁਰੂ ਸੁਖਦੇਵ, ਭਗਤ ਸਿੰਘ, ਇਹਨਾਂ ਸਾਰਿਆਂ ਨੂੰ ਵੀ, ਕਿਉਂਕਿ ਜਿਹੜੀ ਉਹਨਾਂ ਦੀ ਵੀਡੀਓ ਇਹਦੇ ਨਾਲ ਰਿਲੇਟਡ ਆਈ ਉਹਦੇ 'ਚ ਨਜ਼ਰ ਆ ਰਿਹਾ ਕਿ ਭਾਵੇਂ ਆੜ ਉਹ ਨਿਸ਼ਾਨ ਸਾਹਿਬ ਦੀ ਵੀ ਲੈ ਰਹੇ ਨੇ, ਲੇਕਿਨ ਇੱਕ ਨਵਾਂ ਨੈਰੇਟਿਵ ਬਾਹਰ ਵੀ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਕੌਮ ਨੂੰ ਜਿਹੜੀ ਹੁਣ ਫਰਮਲੀ ਆਪਣੀ ਡਗਰ ਦੇ ਉੱਤੇ ਤੁਰੀ ਹੈ ਕਿ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ, ਉਹਨਾਂ ਨੂੰ ਫੇਰ ਸਰਬ ਸਾਂਝਾਪਨ ਤੇ ਸਾਂਝਾ ਇਹੋ ਜਿਹਾ ਹੀ ਕੰਮ ਉਸ ਗ੍ਰੰਥੀ ਰਾਹੀਂ ਜਿਹੜਾ ਹੁਣ ਗੁਰਦੁਆਰੇ ਦਾ ਮਾਲਕ ਬਣਾਇਆ ਹੋਇਆ ਹੈ, ਉਸ ਨੇ ਖਾਲਸਾ ਸਾਜਨਾ ਦਿਵਸ ਦੀ ਪੈਰੇਡ ਦੇ ਮੌਕੇ ਵੀ ਇਸ ਕਿਸਮ ਦੀ ਕੋਈ ਪੈਰੇਡ ਜਾਂ ਕੁਝ ਹੋਰ ਕਰਨ ਦਾ, ਸਰਬ ਸਾਂਝਾ ਜੀ ਗੁਰੂ ਸਾਹਿਬ ਦਾ ਮੈਸੇਜ ਸਰਬ ਸਾਂਝਾ। ਸੋ ਉਹਦੇ ਜਦੋਂ ਤੁਸੀਂ ਉਹਨਾਂ ਦੇ ਸਪਾਂਸਰ ਦੇਖਦੇ ਹੋ ਜਾਂ ਉਹਨਾਂ ਦੇ ਪਿੱਛੇ ਤੁਸੀਂ ਲੱਗਿਆ ਹੋਇਆ ਪੈਸਾ ਦੇਖਦੇ ਹੋ, ਹਾਲਾਂਕਿ ਕੁਝ ਜਿਹੜੇ ਨੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਅਜੇ ਉਹ ਨਿੱਜੀ ਯਾਰੀ ਪਾਲ ਰਹੇ ਨੇ ਕਿ ਜੀ ਇਹਨਾਂ ਨੇ ਬੜੀ ਸੇਵਾ ਕੀਤੀ ਹੋਈ ਹੈ ਤੇ ਬੜਾ ਫਲਾਣਾ, ਪਰ ਇਸ ਗੱਲ ਦਾ ਧਿਆਨ ਰੱਖੋ ਕਿ ਅਲਟੀਮੇਟਲੀ ਬੰਦਾ ਜਾਣਿਆ ਜਾਂਦਾ ਹੈ ਉਸ ਦੀ ਕਰਤੂਤ ਦੇ ਨਾਲ। ਕਰਤੂਤ ਲਫ਼ਜ਼ ਮੈਂ ਇਸ ਲਈ ਮਾੜੀ ਸੈਂਸ 'ਚ ਵਰਤ ਰਿਹਾ, ਜਾਂ ਕਾਰਗੁਜ਼ਾਰੀ ਕਹਿਣਾ ਹੋਏ ਬੰਦੇ ਤੇ ਤੁਸੀਂ ਇਹ ਦੇਖੋ ਜੀ ਉਸ ਤੋਂ ਪਹਿਲਾਂ ਉਹਨੇ ਆਹ ਕੰਮ ਕੀਤਾ ਉਹ ਨਹੀਂ, ਜਦੋਂ ਹੀ ਤੁਹਾਨੂੰ ਲੱਗਦਾ ਹੈ ਕਿ ਕੋਈ ਸਟੈਪ ਖੱਬੇ ਸੱਜੇ ਹੈ ਉਹਦੇ ਲਈ ਕਿਸੇ ਦੇ ਪਰਸਨ 'ਚ ਜਾਣ ਦੀ ਲੋੜ ਨਹੀਂ ਹੁੰਦੀ। ਕਾਰਗੁਜ਼ਾਰੀ ਦੱਸ ਦਿੰਦੀ ਹੈ ਕਿ ਭਾਈ ਇਹ ਬੰਦੇ ਦੇ ਜਿਹੜੇ ਨੇ ਕਦਮ ਉਖੜੇ ਹੋਏ ਨੇ ਔਰ ਹੁਣ ਕੋਈ ਹੋਰ ਚੀਜ਼ ਜਿਹੜੀ ਹੈ ਉਹ ਡਿਕਟੇਟ ਕਰ ਰਹੀ ਹੈ, ਉਹ ਕਿਸੇ ਦਾ ਫਾਈਨੈਂਸ਼ੀਅਲ ਗਰੀਡ ਹੋਏ ਕਿਸੇ ਨੂੰ। ਔਰ ਮੈਂ ਤਾਂ ਇਹ ਸਾਰੇ 20-25-30 ਸਾਲ 'ਚ ਦੇਖਿਆ ਕਿ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਫਿਰ ਆਪਣੇ ਘਰਾਂ ਦੀ ਪਿੱਛੇ ਯਾਦ ਸਤਾਨ ਲੱਗ ਜਾਂਦੀ ਹੈ, ਉਹ ਪਾਸਪੋਰਟ ਜਾਂ ਵੀਜ਼ੇ ਦੇ ਮੁਹਤਾਜ ਹੁੰਦੇ ਨੇ, ਉਹ ਫਿਰ ਹੌਲੀ ਸਟੈਪ ਬੈਕ ਕਰਨ ਲੱਗ ਜਾਂਦੇ ਨੇ। ਫਿਰ ਉਹ ਪਹਿਲਾਂ ਆਰਗੂਮੈਂਟ ਦੇਣਗੇ ਕਿ ਜੀ ਚਲੋ ਇੱਥੇ ਹੋ ਕੇ ਵੀ ਗੱਲ ਹੋਣੀ ਚਾਹੀਦੀ ਹੈ, ਪਰ ਪੰਜਾਬ 'ਚ ਜਾ ਕੇ ਵੀ ਸਾਨੂੰ ਗੱਲ ਕਰਨੀ ਚਾਹੀਦੀ ਹੈ। ਜੇ ਅਸੀਂ ਉੱਥੇ ਵੀ ਨਾ ਗੱਲ ਕਰਾਂਗੇ, ਮੁਲਕ ਤਾਂ ਉਹਨਾਂ ਨੇ ਬਣਾਉਣਾ। ਮਤਲਬ ਉਹ ਇਹ ਦੱਸ ਰਹੇ ਹੁੰਦੇ, ਉਸ ਤੋਂ ਮੈਨੂੰ ਅੰਦਾਜ਼ਾ ਹੋ ਜਾਂਦਾ ਕਿ ਵੀ ਇਹ ਹੁਣ ਕਿਤੇ ਨਾ ਕਿਤੇ ਇੱਟੀ ਸਿੱਟੀ ਰਲੀ ਹੋਈ ਹੈ ਤੇ ਜਾਣ ਦੀ ਤਿਆਰੀ 'ਚ ਨੇ। ਫਿਰ ਕੀ ਹੁੰਦਾ ਹੈ ਵੀ ਜਦੋਂ ਜਾ ਆਉਂਦੇ ਨੇ, ਉਹ ਜਾਣ ਵੇਲੇ ਪਹਿਲੀ ਵਾਰ ਉਹਨਾਂ ਨੂੰ ਹੁੰਦਾ ਹੈ ਉਹ ਆਪਣਾ ਕੋਈ ਰਿਸ਼ਤੇਦਾਰ ਪੁਲਸੀਆ ਲੱਭਦੇ ਨੇ, ਕੋਈ ਜਾਂ ਹਾਇਰ ਅਪ ਲੱਭਦੇ ਨੇ, ਏਅਰਪੋਰਟ ਤੇ ਕੋਈ ਲੈਣ ਆਏ, ਕੋਈ ਬਾਹਰ ਕਢਾਏ, ਫਿਰ ਦੂਜਾ ਫਿਰ ਉੱਥੇ ਰਹਿੰਦੇ ਨੇ। ਫਿਰ ਇੱਕ ਵਾਰੀ ਜਦੋਂ ਸੇਫਲੀ ਫਿਰ ਉਹ ਬਿਲਕੁਲ ਪਿੱਛੇ ਹਟ ਜਾਂਦੇ ਨੇ ਕਿ ਤਾਂ ਕਿ ਹੁਣ ਆਉਣ ਜਾਣ ਬਣਿਆ ਰਹੇ। ਸੋ ਮੈਂ ਇਹ ਸਮਝਦਾ ਵੀ ਅਸੀਂ ਕੋਈ ਆਮ ਲੋਕਾਂ ਦੇ ਉੱਤੇ ਫਤਵਾ ਨਹੀਂ ਜਾਂ ਕੋਈ ਇਸ ਕਿਸਮ ਦਾ ਆਰਗੂਮੈਂਟ ਨਹੀਂ ਦੇਣਾ ਚਾਹੁੰਦੇ ਕਿ ਭਾਈ ਉਹਨਾਂ ਨੂੰ ਆਪਣਾ ਆਉਣ ਜਾਣ ਬੰਦ ਕਰ ਦੇਣਾ ਚਾਹੀਦਾ, ਲੇਕਿਨ ਜਿਹੜੇ ਲੋਕ ਐਕਟਿਵਿਜ਼ਮ ਦੇ ਵਿੱਚ ਯਕੀਨ ਰੱਖਦੇ ਨੇ ਜਾਂ ਜਿਨ੍ਹਾਂ ਨੇ ਇੱਕ ਵਾਰ ਉਹ ਮੁਲਕ ਛੱਡਿਆ ਕਿ ਭਾਈ ਅਸੀਂ ਮੁਲਕ ਆਪਣੀ ਖਾਲਿਸਤਾਨ ਦੀ ਆਜ਼ਾਦੀ ਲਈ ਜੂਝਣਾ, ਫਿਰ ਇੱਕ ਪਾਸੇ ਅਸੀਂ ਉਹਨਾਂ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਓਨ ਕਰਦੇ ਹਾਂ, ਅਸੀਂ ਸਰਾਭਾ, ਊਧਮ ਸਿੰਘ, ਭਗਤ ਸਿੰਘ ਇਹਨਾਂ ਦੀਆਂ ਗੱਲਾਂ ਕਰਦੇ ਹਾਂ। ਤੇ ਇਹ ਦੇਖਣਾ ਹੋਏ ਤਾਂ ਫਿਰ ਇਹ ਦੇਖੋ ਕਿ ਭਾਈ ਜੇ ਬਾਬਾ ਸੋਹਣ ਸਿੰਘ ਭਕਨਾ ਔਰ ਉਹਨਾਂ ਦੇ ਨਾਲ ਗਦਰ ਪਾਰਟੀ ਦੇ ਉਸ ਪੀਰੀਅਡ ਦੇ ਵਿੱਚ 1912-13 ਤੱਕ ਪਹੁੰਚਦੇ ਹਾਂ, ਲਗਭਗ 8000 ਸਿੱਖ ਅਮਰੀਕਾ ਔਰ ਕੈਨੇਡਾ 'ਚ ਸਨ, ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ। ਉਹਨਾਂ 'ਚੋਂ ਲਗਭਗ 7000 ਵਾਪਸ ਚਲੇ ਗਏ ਸੀ ਵੀ ਅਸੀਂ ਗਦਰ ਮਚਾਉਣਾ। ਉੱਥੇ ਜਾ ਕੇ 2 ਮੰਜ਼ਿਲਾ ਜਾਂ 3 ਮੰਜ਼ਿਲਾ ਕੋਠੀ ਬਣਾਉਣ ਲਈ ਨਹੀਂ ਸੀ ਗਏ, ਜਾਂ ਨਾਲ ਲੱਗਦੇ ਖੱਤੇ ਵੀ ਖਰੀਦ ਕੇ ਆਪਣੇ ਬਣਾਉਣੇ ਨੇ ਇਹਦੇ ਲਈ ਨਹੀਂ ਸੀ ਗਏ, ਆਜ਼ਾਦੀ ਲਈ ਗਏ ਸੀ। ਉਹ ਸਮਝ ਆ ਸਕਦੀ ਹੈ ਕਿ ਜੇ ਤੁਸੀਂ ਬਾਗੀ ਹੋ ਔਰ ਤੁਹਾਨੂੰ ਲੱਗਦਾ ਹੈ ਕਿ ਭਾਈ ਵਕਤ ਆ ਗਿਆ ਕਿ ਤੁਸੀਂ ਆਪਣੀ ਧਰਤੀ ਤੇ ਜਾ ਕੇ ਜਿਹੜਾ ਉਹ ਜੂਝਣਾ, ਉਹ ਇੱਕ ਵੱਖਰੀ ਲਾਈਨ ਹੈ। ਪਰ ਜੇ ਤੁਸੀਂ ਪਾਸਪੋਰਟ ਵੀਜ਼ੇ ਦੇ ਮੁਹਤਾਜ ਹੋ ਕੇ ਨੱਕ ਰਗੜ ਕੇ ਇੱਧਰ ਉੱਧਰ ਲੱਭ ਕੇ ਕਿ ਕਿਹਦੇ ਰਾਹੀਂ ਹੋਏ, ਔਰ ਇੱਥੇ ਦਾ ਜਿਹੜੇ ਹੁਣ ਜਿਹੜੀ ਲੇਟਲੀ ਮੋਦੀ ਸਰਕਾਰ ਜਾਂ ਦੂਜਿਆਂ ਦੀ ਨੀਤੀ ਹੈ, ਉਹ ਕੋਈ ਨਾ ਵੀ ਜਾਣਾ ਚਾਹੁੰਦਾ ਹੋਏ ਤੇ ਆਪਣੇ ਏਜੰਟਾਂ ਰਾਹੀਂ ਉਹਦੇ ਤੱਕ ਸੁਨੇਹਾ ਪਹੁੰਚਾਉਂਦੇ ਨੇ ਕਿ ਭਾਈ ਆ ਜਾਓ, ਤੁਹਾਨੂੰ ਵੀਜ਼ਾ ਦੇ ਦਿੰਨੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿਹੜਾ ਇੱਕ ਵਾਰੀ ਆਉਣ ਜਾਣ ਲੱਗ ਜਾਂਦਾ ਹੈ
ਉਹ ਫਿਰ ਇੱਥੇ ਨਾ ਪ੍ਰੋਟੈਸਟਾਂ 'ਚ ਸ਼ਾਮਲ ਹੋਏਗਾ, ਨਾ ਮੋਰਲੀ ਸਫਾਂ ਦੇ ਵਿੱਚ ਹੋਏਗਾ। ਉਹ ਆਪਣਾ ਨਾਂ ਤੇ ਨੰਬਰ ਦੇਣ ਤੋਂ ਵੀ ਫਿਰ ਕਤਰਾਉਂਦੇ ਨੇ ਕਿ ਕਿਸੇ ਇਸ਼ਤਿਹਾਰ 'ਚ ਉਹਨਾਂ ਦਾ ਨਾਂ ਨਾ ਆ ਜਾਏ ਕਿ ਜੀ ਆਉਣਾ ਜਾਣਾ ਬਣਿਆ ਰਹੇ। ਸੋ ਅਸੀਂ ਜਿਵੇਂ ਵੀਰ ਮਿੱਤਰਪਾਲ ਸਿੰਘ, ਇਹ ਸਾਰੇ ਹੀ ਉਸ ਕਿਸਮ ਦੇ ਸੂਝਵਾਨ ਵੀਰ ਨੇ ਜਿਹੜੇ ਕੌਮ ਨੂੰ ਪਿਆਰ ਕਰਦੇ ਨੇ। ਔਰ ਮੈਂ ਕਿਉਂਕਿ ਇਸ਼ੂ ਮੈਨੂੰ ਬੋਦਰ ਵੀ ਕਰ ਰਿਹਾ ਸੀ ਕਿ ਵੀ ਇਹ ਜਿਹੜਾ ਇਸ ਕਿਸਮ ਦੀ ਹੁਣ ਨਵੀਂ ਲਾਈਨ, ਨਵੇਂ ਗੁਰਦੁਆਰੇ ਖੁਲਾ ਕੇ ਔਰ ਇਸ ਕਿਸਮ ਦਾ ਨਵਾਂ ਨੈਰੇਟਿਵ ਸਿਰਜਣ ਦੀ ਲਾਈਨ ਹੈ। ਔਰ ਸਾਂਝ ਦੀ ਗੱਲ ਜਿਹੜੀ ਹੈ, ਸਾਂਝ ਕਦੇ ਵੀ ਇੱਕ ਗੱਲ ਦਾ ਧਿਆਨ ਰਹੇ, ਸਾਂਝ ਬਰਾਬਰ ਦੇ ਲੋਕਾਂ 'ਚ ਹੁੰਦੀ ਹੈ। ਸਾਡਾ ਕੋਈ ਦੁਸ਼ਮਣ ਨਹੀਂ ਹੈ, ਅਸੀਂ ਕਿਸੇ ਦੇ ਧਰਮ ਦੇ ਅਗੇਂਸਟ ਸਾਡੀ ਸਟਰਗਲ ਨਹੀਂ। ਹਾਂ, ਜਿੱਦਣ ਸਾਡੇ ਕੋਲ ਆਪਣਾ ਮੁਲਕ ਹੋਏਗਾ ਫਿਰ ਅਸੀਂ ਜਮਨਾ ਪਾਰ ਵਾਲਾ ਜੋ ਵੀ ਇਹਨਾਂ ਦੀ ਕਾਊ ਬੈਲਟ 'ਚ ਬਚਦਾ ਭਾਰਤ ਹੋਏਗਾ ਜੀ, ਉਹਦੇ ਨਾਲ ਬਰਾਬਰੀ ਦੀ ਬੁਨਿਆਦ ਤੇ ਗੱਲ ਕਰਾਂਗੇ। ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਵੀ ਸਾਡੀ ਪਹੁੰਚ ਗੁਆਂਢੀ ਮੁਲਕਾਂ ਦੇ ਨਾਲ ਵੀ, ਜੇ ਹੁਣ ਸਾਨੂੰ ਕੋਈ ਕਿਸੇ ਹੋਰ ਦਾ ਏਜੰਟ ਦੱਸਣਾ ਚਾਹੇ ਤੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਜਦੋਂ ਕਿਸੇ ਮੁਲਕ ਤੋਂ ਮਦਦ ਦੀ ਵੀ ਗੁਹਾਰ ਲਾਉਂਦੇ ਹਾਂ ਜਾਂ ਮੰਗ ਕਰਦੇ ਹਾਂ ਤੇ ਇਕੁਅਲ ਬੇਸਿਸ ਦੇ ਉੱਤੇ ਹੈ ਕਿ ਭਾਈ ਤੁਹਾਡੇ ਵੀ ਇਹ ਮੁਫਾਦ 'ਚ ਹੈ, ਸਾਡੇ ਵੀ ਹੱਕ 'ਚ ਹੈ ਔਰ ਸਾਡੇ ਲਈ ਡਿਪਲੋਮੈਟਿਕ ਲੈਵਲ ਦੇ ਉੱਤੇ ਸਾਡੀ ਮਦਦ ਕਰੋ। ਹੋਰ ਅਸੀਂ ਕਿਸੇ ਕਿਸਮ ਦੀ ਮਦਦ ਦੇ ਤਲਬਗਾਰ ਨਹੀਂ ਹਾਂ। ਲੇਕਿਨ ਜਦੋਂ ਇੱਥੇ ਬੈਠੇ ਲੋਕਾਂ ਦੇ ਵਿੱਚ ਇਹ RSS ਔਰ ਐਮਬੈਸੀਆਂ, ਕੌਂਸੂਲੇਟ ਮੋਲ ਕ੍ਰੀਏਟ ਕਰ ਰਹੀਆਂ ਔਰ ਧਾਰਮਿਕ ਬਾਣੇ ਦੇ ਵਿੱਚ ਇਸ ਵੇਲੇ ਜ਼ਿਆਦਾ ਨਜ਼ਰ ਆ ਰਹੇ ਨੇ। ਇਹੀ ਕਾਰਨ ਹੈ ਕਿ ਕਿਤੇ ਤੁਸੀਂ ਕੋਈ ਪ੍ਰੋਗਰਾਮ ਰੱਖੋ, ਪੋਲੀਟੀਕਲ ਤੁਹਾਡੀ ਰੈਲੀ ਜਾਂ ਦੂਜੀ ਹੋਏ, ਉੱਥੇ ਜੇ ਕੋਈ ਗੁਰਦੁਆਰਾ ਮੈਨੇਜਮੈਂਟ 4 ਬਾਬੇ ਸੱਦ ਲੈ ਤੇ ਔਰ ਉਹੀ ਤਰੀਕਾਂ 'ਚ ਜਾਣਦੇ ਹੋਇਆਂ ਵੀ ਕਿ ਭਾਈ 26 ਜਨਵਰੀ, 15 ਅਗਸਤ, 6 ਜੂਨ, ਨਵੰਬਰ ਪਹਿਲਾ ਹਫਤਾ, ਇਹ ਤਾਂ 4 ਦਿਨ ਨੇ। 2 'ਚ ਅਸੀਂ ਜਿਹੜਾ ਉਹ ਜ਼ਿੰਦਾਬਾਦ ਮੁਰਦਾਬਾਦ ਕਰਨਾ ਹੈ 26 ਜਨਵਰੀ 15 ਅਗਸਤ ਨੂੰ, ਔਰ 2 ਦਿਨ ਨੇ ਜਿਹੜੇ ਘੱਲੂਘਾਰੇ ਨਾਲ ਰਿਲੇਟਡ ਸਾਡੀਆਂ ਰੈਲੀਆਂ ਜਾਂ ਨਵੰਬਰ ਦਾ। ਇਹ ਤਾਂ ਸਾਲ 'ਚ ਕਿਸੇ ਨੂੰ ਕੈਲੰਡਰ ਦੱਸਣ ਦੀ ਲੋੜ ਨਹੀਂ ਹੈ ਕਿ ਜੀ ਉਹ ਜੀ ਇਹ ਪ੍ਰੋਗਰਾਮ ਅਸੀਂ ਪਹਿਲਾਂ ਦਾ ਰੱਖਿਆ ਹੋਇਆ ਸੀ। ਸੋ ਇਹ ਵੀ ਇੱਕ ਨਵੀਂ ਲਾਈਨ ਹੁੰਦੀ ਹੈ ਕਿ ਜਦੋਂ ਕਿਤੇ ਐਨ ਕੋਈ ਪੋਲੀਟੀਕਲ ਤੁਹਾਡੀ ਐਕਟੀਵਿਟੀ ਹੈ, ਉਦੋਂ ਕੀਰਤਨ ਦਰਬਾਰ ਰੱਖ ਲਓ, ਬਾਬੇ ਸੱਦ ਲਓ ਜਾਂ ਕੋਈ ਹੋਰ ਰੱਖ ਲਓ। ਸੋ ਅਸੀਂ ਇਹ ਖਬਰਦਾਰ ਵੀ ਕਰਨਾ ਚਾਹੁੰਦੇ ਹਾਂ ਕਿ ਭਾਈ ਇਸ ਕਿਸਮ ਦੀਆਂ ਖੇਡਾਂ ਵੀ ਜਿਹੜੀਆਂ ਨੇ ਮੈਨੇਜਮੈਂਟਾਂ ਅੱਜ ਕੱਲ੍ਹ ਖੇਡਣ ਦੇ ਆਰਚ ਨੇ, ਇਹਨਾਂ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਜਿਹੜਾ ਸਾਡਾ ਓਪਨਿੰਗ ਸੈਗਮੈਂਟ ਹੈ ਇਹ ਬਹੁਤ ਦਰਦਨਾਕ ਹੈ, ਪੇਨਫੁਲ ਹੈ ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਦੁਨੀਆ ਦੇ ਵਿੱਚ ਜਦੋਂ ਵੀ ਕਿਤੇ ਇਨਸਾਨੀ ਟ੍ਰੈਜਡੀ ਦੀ ਗੱਲ ਹੁੰਦੀ ਹੈ, ਹਿਊਮਨ ਹਾਰਰ ਜਿਹੜਾ ਚਾਰ ਚਫੇਰੇ, ਭਿਆਨਕ ਖੌਫਨਾਕ ਮੰਜ਼ਰ, ਉਸ ਦੀ ਗੱਲ ਹੁੰਦੀ ਹੈ ਤੇ ਉਸ ਨੂੰ ਕਿਤੇ ਨਸਲਕੁਸ਼ੀ ਦਾ ਨਾਂ ਦਿੱਤਾ ਜਾਂਦਾ ਹੈ, ਕਿਤੇ ਹੋਲੋਕਾਸਟ ਦਾ ਨਾਂ ਦਿੱਤਾ ਜਾਂਦਾ ਹੈ। ਜਦੋਂ ਜੰਗਾਂ ਦੇ ਵਿੱਚ ਕਾਮਨ ਬੰਦਾ ਵਿਕਟਮ ਬਣਦਾ ਹੈ ਔਰ ਉਸ ਨੂੰ ਇੱਕ ਨੀਤੀ ਦੇ ਤਹਿਤ ਇੱਕ ਪਾਸਿਓਂ ਕੱਢ ਦਿੱਤਾ ਜਾਂਦਾ, ਉਹਨੂੰ ਐਥਨਿਕ ਕਲੀਨਜ਼ਿੰਗ ਵੀ ਕਿਹਾ ਜਾਂਦਾ ਹੈ। ਪਰ ਸਾਡੇ ਖਿੱਤੇ ਦੇ ਵਿੱਚ ਜੋ ਕੁਝ ਅਗਸਤ 1947 ਦੇ ਵਿੱਚ ਵਾਪਰਿਆ, ਬੇਸ਼ੱਕ ਉਸ ਖਿੱਤੇ ਦੇ ਵਿੱਚ ਹਿੰਦੂਆਂ ਮੁਸਲਮਾਨਾਂ ਦੇ ਵਿੱਚ ਜਿਹੜੇ ਅੰਗਰੇਜ਼ੀ ਰਾਜ ਦੇ ਵੇਲੇ ਵੀ ਦੰਗੇ ਹੁੰਦੇ ਸੀ, ਉਹ ਬਿਹਾਰ ਹੋਏ, ਯੂਪੀ ਹੋਏ, ਪਰ ਉਹ ਇੱਕ ਇਸ ਕਿਸਮ ਦਾ ਪਾਰਟ ਸੀ ਕਿ ਜੀ ਐਡਮਿਨਿਸਟ੍ਰੇਸ਼ਨ ਦੇ ਥੱਲੇ ਹੋਏ, ਕੋਈ ਰੀਜ਼ਨ ਬਣ ਗਿਆ, ਕੋਈ ਮੁਹਰਮ ਦੇ ਜਲੂਸ ਮੌਕੇ ਗੜਬੜ ਹੋ ਗਈ, ਕੋਈ ਹੋਲੀ ਦੇ ਮੌਕੇ ਹੋ ਗਈ, ਜਾਂ ਕਿਸੇ ਨੇ ਕੋਈ ਸ਼ਰਾਰਤ ਕੀਤੀ, ਮਸਜਿਦ ਦੇ ਵਿੱਚ ਸੂਰ ਦਾ ਜਿਹੜਾ ਹੈ ਉਹ ਮਾਸ ਸੁੱਟ ਦਿੱਤਾ ਹੈ, ਫਿਰ ਦੰਗੇ ਭੜਕ ਪਏ, ਜਾਂ ਮੰਦਿਰ ਦੇ ਵਿੱਚ ਗਾਂ ਦਾ ਜਿਹੜਾ ਉਹ ਮਾਸ ਸੁੱਟ ਦਿੱਤਾ ਤਾਂ ਦੰਗੇ ਭੜਕ ਪਏ। ਕੁਛ ਦਿਨ ਔਰ ਤੂੰ ਜਿਹੜਾ ਹੈ ਉਹ ਐਡਮਿਨਿਸਟ੍ਰੇਸ਼ਨ ਉਹਨੂੰ ਕੰਟਰੋਲ ਕਰ ਲੈਂਦਾ ਸੀ। ਇਸ ਕਿਸਮ ਦੇ ਭਿਆਨਕ ਜਿਹੜਾ ਦੌਰ ਹੈ, ਲੇਕਿਨ ਜੋ 47 ਦੇ ਦੌਰ ਨੇ ਦੇਖਿਆ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹਦੇ ਬਾਵਜੂਦ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਅਗਸਤ 47 ਦੇ ਵਿੱਚ ਪੰਜਾਬ ਔਰ ਬੰਗਾਲ, ਅਸਲ ਦੇ ਵਿੱਚ ਜਦੋਂ ਜਿਹਨੂੰ ਦੇਸ਼ ਵੰਡ ਕਿਹਾ ਜਾਂਦਾ ਹੈ ਜਾਂ 1947 ਪਾਰਟੀਸ਼ਨ ਕਿਹਾ ਜਾਂਦਾ ਹੈ, ਆਮ ਲੋਕ ਉਹਨੂੰ ਉਜਾੜਾ ਕਹਿੰਦੇ ਨੇ, ਤੇ ਉਹਦੇ 'ਚ ਕੋਈ ਬਾਕੀ ਤਾਂ ਦੇ ਮੁਲਕ ਪ੍ਰਭਾਵਿਤ ਨਹੀਂ ਹੋਇਆ। ਬਾਕੀ ਤਾਂ ਜੋ ਵੀ ਸਬ ਕੰਟੀਨੈਂਟ ਦਾ ਬ੍ਰਿਟਿਸ਼ ਐਡਮਿਨਿਸਟ੍ਰੇਟਿਵ ਯੂਨਿਟ ਸੀ ਉਹ ਉਵੇਂ ਹੀ ਰਿਹਾ। ਜੇ ਵੰਡ ਹੋਈ ਤੇ ਉਹ ਪੰਜਾਬ ਔਰ ਬੰਗਾਲ ਦੀ ਹੋਈ। ਬੰਗਾਲ ਦੇ ਵਿੱਚ ਵੀ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਆਬਾਦੀ ਬਹੁਤ ਜ਼ਿਆਦਾ ਹੈ ਔਰ 47 ਦੇ ਵਿੱਚ ਵੀ, ਲੇਕਿਨ ਬਹੁਤ ਜ਼ਿਆਦਾ ਬਚਾ ਰਿਹਾ, ਉਸ ਕਿਸਮ ਦੀ ਐਥਨਿਕ ਕਲੀਨਜ਼ਿੰਗ ਨਹੀਂ ਹੋਈ ਜਿਹੜਾ ਕਤਲੋਗਾਰ ਜਾਂ ਮਾਰ ਮਰਾਈਆ ਹੋਇਆ। ਲੇਕਿਨ ਅੱਜ ਜੇ ਅਸੀਂ ਅੱਜ ਦੇ ਬੰਗਾਲ ਦੇ ਵਿੱਚ ਦੇਖੀਏ
ਤੇ ਬੰਗਾਲ ਦੇ ਵਿੱਚ ਲਗਭਗ 30% ਆਬਾਦੀ ਮੁਸਲਮਾਨਾਂ ਦੀ ਹੈ, ਜਿਸ ਤੋਂ ਜ਼ਾਹਿਰ ਹੈ ਕਿ ਭਾਈ ਉਸ ਲੈਵਲ ਦੇ ਉੱਤੇ ਇਹਦੇ ਬਾਵਜੂਦ ਕਿ ਕਤਲੋਗਾਰਦ ਹੋਇਆ, ਲੇਕਿਨ ਫਿਰ ਵੀ ਇਧਰ ਬਚਾ। ਇਸੇ ਤਰ੍ਹਾਂ ਜਦੋਂ ਬਹੁਤ ਵਾਰ ਹੁਣ ਅਸਾਮ ਦੇ ਵਿੱਚ ਮੁਸਲਮਾਨਾਂ ਦੇ ਨੂੰ ਸੀਏ ਦੇ ਥੱਲੇ ਸਿਟੀਜ਼ਨਸ਼ਿਪ ਨਕਾਰਨ ਦੀ ਲਾਈਨ ਹੈ ਜਾਂ ਦੂਜਾ, ਲੇਕਿਨ ਅੱਜ ਵੀ 47 ਤੋਂ ਬਾਅਦ ਦੇ ਦੌਰ ਦੇ ਵਿੱਚ ਲਗਭਗ ਜਿਹੜਾ ਪਾਕਿਸਤਾਨ ਦਾ ਮਸ਼ਰਕੀ ਜਿਹੜਾ ਸੂਬਾ ਸੀ, ਮਸ਼ਰਕੀ ਬੰਗਾਲ ਸੀ, ਉਹਦੇ 'ਚ ਮੈਂ ਗਲਤ ਨਾ ਹੋਵਾਂ ਤਾਂ ਹਿੰਦੂ ਆਬਾਦੀ ਲਗਭਗ 10% ਦੇ ਨੇੜੇ ਤੇੜੇ ਸੀ। ਇਹਦਾ ਮਤਲਬ ਇਹ ਹੈ ਹਾਲਾਂ ਬਾਅਦ ਦੇ ਵਿੱਚ ਜਿਹੜੀ ਹੈ ਮਾਈਗ੍ਰੇਸ਼ਨ ਹੁੰਦੀ ਚਲੀ ਗਈ, ਔਰ ਇਸ ਦੇ ਨਾਲ ਈਵਨ 50 ਤੋਂ 60 ਦੇ ਵਿਚਾਲੇ ਇਧਰਲੇ ਯੂਪੀ ਬਿਹਾਰ 'ਚੋਂ ਵੀ ਜਿਹੜੇ ਪਾਕਿਸਤਾਨ ਗਏ ਜਾਂ ਕੁਝ ਜਿਹੜੇ ਪਾਕਿਸਤਾਨ 'ਚ ਇਮੀਡੀਏਟ ਚਲੇ ਗਏ ਸੀ ਉਹ ਵਾਪਸ ਆਏ। 1960 ਤੱਕ ਇੰਨੀ ਟਾਈਟ ਲਾਈਨ ਨਹੀਂ ਸੀ, ਲੇਕਿਨ ਫਿਰ ਵੀ ਬੰਗਾਲ ਦੇ ਵਿੱਚ ਦੋਨੋਂ ਪਾਸਿਆਂ 'ਚ ਅੱਜ ਵੀ ਵੱਡੀ ਆਬਾਦੀ ਬੰਗਾਲ ਦੇ ਵਿੱਚ ਹਿੰਦੂਆਂ ਦੀ ਹੈ, ਔਰ ਇਧਰ ਜਿਵੇਂ ਮੈਂ ਦੱਸਿਆ ਵੈਸਟ ਬੰਗਾਲ ਦੇ ਵਿੱਚ ਆਲਮੋਸਟ 25 ਤੋਂ 30% ਜਿਹੜੀ ਪੋਪੂਲੇਸ਼ਨ ਹੈ ਉਹ ਮੁਸਲਿਮ ਪੋਪੂਲੇਸ਼ਨ ਹੈ। ਹੁਣ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ 47 ਦੇ ਦੌਰ 'ਚ, ਜਿਸ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹਾਰਮਨੀ ਸੀ ਸਿੱਖਾਂ ਔਰ ਮੁਸਲਮਾਨਾਂ ਵਿਚਾਲੇ 98 ਸਾਲ ਦੇ ਵਿੱਚ। ਹੁਣ ਰੈਸਟ ਆਫ ਇੰਡੀਆ 'ਚ 200 ਸਾਲ ਬ੍ਰਿਟਿਸ਼ ਰਹੇ, ਲੇਕਿਨ ਇਹਦੇ ਬਾਵਜੂਦ ਯੂਪੀ ਬਿਹਾਰ ਜਾਂ ਬੰਗਾਲ ਉਹਦੇ 'ਚ ਵਨਸ ਇਨ ਏ ਵਾਈਲ ਫਿਰਕੂ ਦੰਗੇ ਭੜਕ ਉੱਠਦੇ ਸੀ। ਪੰਜਾਬ ਦੇ 98 ਸਾਲਾਂ ਦੇ ਪੀਰੀਅਡ 'ਚ ਜਿਹੜਾ ਜੇ ਅਸੀਂ ਦੇਖੀਏ ਵਿੱਚ ਥੋੜ੍ਹੀਆਂ ਬਹੁਤ ਐਕਸੈਪਸ਼ਨਸ ਤੁਹਾਨੂੰ ਮਿਲਣਗੀਆਂ, ਲੇਕਿਨ ਹਿੰਦੂ ਸਿੱਖ ਔਰ ਮੁਸਲਮਾਨ ਜਿਹੜੇ ਨੇ ਉਹ ਆਪਸ ਦੇ ਵਿੱਚ ਭਾਈਚਾਰਕ ਤੌਰ ਦੇ ਉੱਤੇ ਸਾਂਝਾਂ ਦੇ ਨਾਲ ਰਹਿੰਦੇ ਸੀ। ਔਰ ਇਸ ਦਾ ਵੱਡਾ ਕਾਰਨ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪੀਰੀਅਡ ਜਿਹੜਾ ਕਿ 1799 ਤੋਂ 1849 ਤੱਕ ਰਿਹਾ, 1839 ਤੱਕ ਮਹਾਰਾਜਾ ਰਣਜੀਤ ਸਿੰਘ ਰਹੇ, ਔਰ ਅਗਲੇ 10 ਸਾਲ ਭਾਵੇਂ ਆਪਸ ਦੇ ਵਿੱਚ ਫਰੈਟਰੀਸਾਈਡਲ ਭਰਾ ਮਾਰੂ ਜੰਗ ਵੀ ਚੱਲ ਰਹੀ ਸੀ ਪੈਲੇਸ ਇੰਟਰੀਗ ਦੇ ਥੱਲੇ, ਲੇਕਿਨ ਇਹ ਕ੍ਰੈਡਿਟ ਮਹਾਰਾਜਾ ਰਣਜੀਤ ਸਿੰਘ ਦੌਰ ਨੂੰ ਜਾਂਦਾ ਹੈ ਕਿ ਉਹਨਾਂ ਦੀ ਅਗਵਾਈ ਥੱਲੇ ਹਿੰਦੂ ਸਿੱਖ ਔਰ ਮੁਸਲਮਾਨ ਉਸ ਸਾਂਝੇ ਰਾਜ ਦੇ ਵਿੱਚ ਫੌਜ ਦਾ ਵੀ ਹਿੱਸਾ ਸੀ। ਔਰ ਜਿਹਨੂੰ ਸ਼ਾਹ ਮੁਹੰਮਦ ਨੇ ਜਦੋਂ ਕਿਹਾ ਕਿ ਭਾਈ ਹਿੰਦੂ ਮੁਸਲਮਾਨ ਦੋਨੋਂ ਹੀ ਖੁਸ਼ੀ ਵਸਦੇ ਸੀ, ਕੋਈ ਨਹੀਂ ਸੀ ਆਈ ਤੀਸਰੀ ਜ਼ਾਤ ਮੀਆਂ। ਹੁਣ ਇਹ ਗੱਲ ਬਹੁਤ ਵੱਡੀ ਟ੍ਰਿਬਿਊਟ ਹੈ, ਔਰ ਉਹ ਪਹਿਲੀ ਐਂਗਲੋ ਸਿੱਖ ਵਾਰ ਦੇ ਮੌਕੇ ਇਹ ਕਹਿ ਰਹੇ ਨੇ ਕਿ ਕਿਵੇਂ ਖੁਸ਼ੀ ਦੇ ਨਾਲ ਹਿੰਦੂ ਔਰ ਮੁਸਲਮਾਨ ਵਸਦੇ ਸੀ, ਭਾਵੇਂ ਰਾਜ ਜਾਂ ਸਰਕਾਰੇ ਖਾਲਸਾ ਸਿੱਖ ਰਾਜ ਦੇ ਥੱਲੇ ਸੀ, ਪਰ ਉਹ ਸਾਂਝਾ ਰਾਜ ਸੀ। ਉਸ ਦੇ ਵਿੱਚ ਫੌਜ ਨੇ ਵੀ, ਜੇ ਅਸੀਂ ਉਸੇ ਫਸਟ ਐਂਗਲੋ ਸਿੱਖ ਵਾਰ ਦੀ ਗੱਲ ਕਰੀਏ ਤਾਂ ਸ਼ਾਹ ਮੁਹੰਮਦ ਜਦੋਂ ਇਹ ਕਹਿੰਦਾ ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਫਰੰਗੀ ਦਾ ਹਮਲਾ, ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਹੁਣ ਜਿਹੜੇ ਜਨਰਲ ਨੇ ਦੂਜੇ ਪਾਸੇ ਤੋਪਖਾਨੇ ਦੇ ਇੰਚਾਰਜ ਜੇ ਮੇਵਾ ਸਿੰਘ ਹੈ ਤੇ ਉਹਦੇ ਨਾਲ ਮਾਖੇ ਖਾਂ ਹੈ। ਸੋ ਜ਼ਾਹਿਰ ਹੈ ਕਿ ਇਹ ਜਿਹੜੀ ਆਪਸ ਦੇ ਵਿੱਚ ਹਾਲਾਂ ਉਸ ਤੋਂ ਪਹਿਲਾਂ ਇੱਕ ਸਦੀ ਸਿੱਖ ਪਰਸੀਕਿਊਸ਼ਨ ਦੇ ਦੌਰ ਚੋਂ ਗੁਜ਼ਰੇ, 1699 ਤੋਂ 1799 ਤੱਕ ਉਹ ਮੁਗਲਿਆ ਰਾਜ ਹੋਏ, ਅਫਗਾਨ ਰਾਜ ਦੇ ਥੱਲੇ ਪੰਜਾਬ ਦਾ ਸੂਬਾ ਹੋਏ, ਲੇਕਿਨ ਇੰਨੀ ਹੌਸਟਿਲਿਟੀ ਦੇ ਬਾਵਜੂਦ ਜਦੋਂ ਸਿੱਖਾਂ ਦੇ ਕੋਲ ਰਾਜ ਸ਼ਕਤੀ ਆਉਂਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ 4 ਸੂਬੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਨ, ਜਿਨ੍ਹਾਂ ਦੇ ਵਿੱਚ ਲਾਹੌਰ, ਮੁਲਤਾਨ, ਪਿਸ਼ਾਵਰ ਔਰ ਕਸ਼ਮੀਰ, ਉਸ ਦੇ ਵਿੱਚ ਇੱਕ ਮਜ਼ਹਬੀ ਹਮਾਂਗੀ ਜਾਂ ਰਿਲੀਜੀਅਸ ਜਿਹੜੀ ਹੈ ਹਾਰਮਨੀ ਉਹ ਦੇਖਣ ਨੂੰ ਮਿਲਦੀ ਹੈ, ਔਰ ਉਹ ਅੰਗਰੇਜ਼ੀ ਰਾਜ ਦੇ 98 ਸਾਲ ਦੇ ਵਿੱਚ ਵੀ ਰਹੀ। ਹਾਲਾਂਕਿ ਥੋੜ੍ਹਾ ਬਹੁਤ ਜਿਵੇਂ ਸ਼ਹੀਦਗੰਜ ਜਿਹੜੀ ਹੈ ਮਸੀਤ ਵਰਸਸ ਗੁਰਦੁਆਰਾ ਸਾਹਿਬ, ਉਸ ਦੇ ਰੌਲੇ ਵੇਲੇ ਟੈਂਸ਼ਨਸ ਲਾਹੌਰ 'ਚ ਨਜ਼ਰ ਆਈਆਂ। 23 ਮਾਰਚ 1940 ਨੂੰ ਜਦੋਂ ਪਾਕਿਸਤਾਨ ਦਾ ਰੈਜ਼ੋਲੂਸ਼ਨ ਹੁੰਦਾ ਹੈ, ਉਦੋਂ ਵੀ ਜਿਹੜਾ ਥੋੜ੍ਹੀ ਬਹੁਤ ਟੈਂਸ਼ਨ ਹੁੰਦੀ ਹੈ, ਔਰ ਖ਼ਾਸ ਤੌਰ 'ਤੇ ਜਦੋਂ ਅਕਾਲੀ ਲੀਡਰਸ਼ਿਪ ਵੱਲੋਂ ਮਾਸਟਰ ਤਾਰਾ ਸਿੰਘ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਪਰ ਇਹ ਵੀ 40 ਦੇ ਦੌਰ 'ਚ ਨਹੀਂ ਹੈ। ਅਸੀਂ ਮਾਰਚ 1947 ਦੇ ਵਿੱਚ ਦੇਖਦੇ ਹਾਂ ਕਿ ਪਹਿਲੀ ਵਾਰ ਹੈ ਜਦੋਂ ਕਿ ਪੋਠੋਹਾਰ ਦੇ ਵਿੱਚ ਜਿਹੜਾ ਮਾਸਟਰ ਤਾਰਾ ਸਿੰਘ ਦੀ ਆਪਣੀ ਜਨਮ ਭੂਮੀ ਸੀ, ਉੱਥੇ ਦੰਗੇ ਹੁੰਦੇ ਨੇ ਔਰ ਉੱਥੇ ਕਾਫੀ ਬਰਬਾਦੀ ਤਬਾਹੀ ਹੁੰਦੀ ਹੈ, ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਾਂਦਾ ਹੈ, ਬਹੁਤ ਕੁਝ ਐਸਾ ਵਾਪਰਦਾ। ਔਰ ਕਈ ਜਿਹੜੇ ਨੇ 15 ਅਗਸਤ 1947 'ਚ ਜਾਂ ਉਸ ਦੌਰ 'ਚ ਸਿੱਖ ਕੌਮ ਔਰ
ਕਾਇਦੇ ਆਜ਼ਮ ਦੀ ਅਗਵਾਈ ਥੱਲੇ ਮੁਸਲਿਮ ਲੀਗ ਦੇ ਵਿੱਚ ਕਿਉਂ ਨਹੀਂ ਕੋਈ ਅੰਡਰਸਟੈਂਡਿੰਗ ਹੋ ਸਕੀ। ਇਹਦਾ ਇੱਕ ਕਾਰਨ ਮਾਰਚ 1947 ਦੇ ਪੋਠੋਹਾਰ ਦੇ ਉਹਨਾਂ ਦੰਗਿਆਂ ਨੂੰ ਵੀ ਮੰਨਦੇ ਨੇ ਕਿ ਜਿਨ੍ਹਾਂ ਕਰਕੇ ਇੱਕ ਵਾਰ ਸਿੱਖਾਂ ਦੇ ਵਿੱਚ ਬੇਵਿਸ਼ਵਾਸੀ ਵੀ ਔਰ ਕਿਤੇ ਨਾ ਕਿਤੇ ਗੁੱਸਾ ਵੀ ਆ ਚੁੱਕਾ ਸੀ ਉਸ ਪੀਰੀਅਡ ਦੇ ਵਿੱਚ। ਔਰ ਉਹਨਾਂ ਦੇ ਵਿੱਚ ਜਿਹੜੇ ਕੁਝ ਰਾਈਟਰ ਜਿਵੇਂ ਪਾਰਟੀਸ਼ਨ ਦੇ ਉੱਤੇ ਜਿਹੜੇ ਨੇ ਜਿਹੜੀਆਂ ਕਿਤਾਬਾਂ ਔਰ ਹੁਣ ਤਾਂ ਬਹੁਤ ਸਾਰੇ ਵਰਕਸ ਆ ਰਹੇ ਨੇ, ਇਸ਼ਤਿਆਕ ਅਹਿਮਦ, ਪ੍ਰੋਫੈਸਰ ਇਸ਼ਤਿਆਕ ਅਹਿਮਦ, ਉਹ ਇਸ ਵਿਚਾਰ ਦੇ ਧਾਰਨੀ ਨੇ। ਮੈਂ ਇਸ ਵੇਰਵੇ 'ਚ ਨਹੀਂ ਜਾਵਾਂਗਾ ਕਿਉਂਕਿ ਅਸੀਂ ਮੁੱਖ ਗੱਲ ਕਰਨੀ ਚਾਹੁੰਦੇ ਹਾਂ, ਇਸ ਨੂੰ 2 ਸੈਗਮੈਂਟਸ ਅਸੀਂ ਡਿਸਕਸ ਕਰ ਰਹੇ ਹਾਂ ਕਿ ਕੀ ਇਹ ਜਿਹੜੀ ਬਲੱਡੀ ਪਾਰਟੀਸ਼ਨ ਸੀ ਇਸ ਦੇ ਵਿੱਚ ਇੱਕ ਪਾਸੇ ਔਰ ਇੱਕ ਜਦੋਂ ਹੁਣ ਅੰਦਾਜ਼ਾ ਹੀ ਲਾਇਆ ਜਾਂਦਾ ਹੈ ਕਿ ਵੀ 1 ਤੋਂ 1.5 ਕਰੋੜ ਲੋਕ ਬੇਘਰ ਹੋਏ ਦੋਨੋਂ ਪਾਸਿਓਂ, ਬਿਲਕੁਲ ਹਿੰਦੂ ਸਿੱਖ ਮੁਸਲਮਾਨ ਬੋਥ ਸਾਈਡਸ ਆਫ ਦਾ ਆਇਲ। ਲੇਕਿਨ 10 ਤੋਂ 15 ਲੱਖ ਲੋਕ ਮਾਰੇ ਗਏ ਹਿੰਦੂ ਸਿੱਖ ਔਰ ਮੁਸਲਮਾਨ ਦੋਨੋਂ ਪਾਸੇ। ਜਿਸ ਨਫ਼ਰਤ ਦੀ ਅੱਗ ਦੇ ਵਿੱਚ ਪੰਜਾਬ ਨੂੰ ਝੋਕ ਦਿੱਤਾ ਗਿਆ ਜਾਂ ਪੰਜਾਬ ਆ ਗਿਆ, ਉਸ ਨੂੰ ਜੇ ਬਿਆਨ ਕਰਨਾ ਹੋਏ ਤੇ ਫਿਰ ਮੈਂ ਸਮਝਦਾ ਵੀ ਸ਼ਾਇਰਾਨਾ ਅੰਦਾਜ਼ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਬਚਦਾ ਹੈ, ਕਿਉਂਕਿ ਸ਼ਾਇਰ ਦੇ ਜਿਹੜੇ ਅਲਫਾਜ਼ ਨੇ ਉਹ ਥੋੜੇ ਲਫ਼ਜ਼ਾਂ ਦੇ ਵਿੱਚ ਬਹੁਤ ਕੁਝ ਸਮੇਟ ਦਿੰਦੇ ਨੇ। ਔਰ ਅੱਜ ਅਸੀਂ ਗੱਲ ਵੀ ਇਸ ਲਈ ਕਰ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਨਾਂ ਥੱਲੇ ਮੋਦੀ ਐਂਡ ਕੰਪਨੀ ਨੇ 20 ਕਰੋੜ ਤੋਂ ਜ਼ਿਆਦਾ ਘਰਾਂ ਦੇ ਉੱਤੇ ਝੰਡੇ ਲਾਉਣ ਦੀ ਲਾਈਨ ਤੇ ਇੱਧਰ ਉੱਧਰ ਕਰਕੇ ਜਿਹੜਾ ਉਹ, ਔਰ ਜਿਹੜੇ ਖੁਦ ਉਦੋਂ ਵੀ ਨਫ਼ਰਤ ਦੇ ਵਣਜਾਰੇ ਸੀ ਅੱਜ ਵੀ ਨਫ਼ਰਤ ਫੈਲਾ ਰਹੇ ਨੇ। ਔਰ ਇਸ ਤੋਂ ਠੀਕ ਕੁਝ ਅਰਸਾ ਪਹਿਲਾਂ ਈਵਨ ਇਸ ਗੱਲ ਦੇ ਮੱਦੇਨਜ਼ਰ ਇੱਕ ਸੀ ਕਿ ਦੋਨੋਂ ਮੁਲਕ ਭਾਰਤ ਔਰ ਪਾਕਿਸਤਾਨ, ਉਹਨਾਂ ਦੀਆਂ ਪਾਰਲੀਮੈਂਟਸ, ਉਹਨਾਂ ਦੀਆਂ ਅਸੈਂਬਲੀਜ਼ ਜੈਨੂਇਨਲੀ ਇਸ ਗੱਲ ਦੇ ਉੱਤੇ ਰਿਗਰੈਟ ਕਰਦੀਆਂ, ਰੈਜ਼ੋਲੂਸ਼ਨ ਕਰਦੀਆਂ ਕਿ ਭਾਈ ਅਸੀਂ ਜਿਹੜੇ 47 ਦੇ ਵਿੱਚ ਮਾਰੇ ਗਏ ਹਿੰਦੂ ਸਿੱਖ ਮੁਸਲਮਾਨ ਨੇ, ਬੇਗੁਨਾਹ ਲੋਕ ਜਿਨ੍ਹਾਂ ਦਾ ਕੋਈ ਦੰਗਾਈਆਂ ਨਾਲ ਤਾਲੁਕ ਨਹੀਂ ਸੀ, ਜਿਨ੍ਹਾਂ ਦਾ ਕੋਈ ਕਿਸੇ ਹੋਰ ਚੀਜ਼ ਨਾਲ ਨਹੀਂ ਸੀ, ਉਹ ਇਸੇ ਲਈ ਮਾਰੇ ਗਏ ਕਿ ਕੋਈ ਹਿੰਦੂ ਸੀ ਜਾਂ ਕੋਈ ਸਿੱਖ ਸੀ ਜਾਂ ਕੋਈ ਮੁਸਲਮਾਨ ਸੀ। ਔਰ ਮਜ਼ਹਬੀ ਨਫ਼ਰਤ ਦੀ ਅੱਗ ਦੇ ਵਿੱਚ ਜਿਹੜੀ ਅੱਗ ਨੇ, ਜਿਹੜੀ ਵਾਈਲਡ ਫਾਇਰ ਵੀ ਜਿਵੇਂ ਇੱਥੇ ਹੁੰਦੀ ਹੈ, ਸਭ ਕੁਝ ਲੂੰਦੀ ਚਲੀ ਜਾਂਦੀ ਹੈ, ਇਹੋ ਜਿਹੀ ਨਫ਼ਰਤ ਦੀ ਅੱਗ ਨੇ ਦੋਨਾਂ ਪਾਸਿਆਂ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਤੌਰ ਤੇ ਦੋਨਾਂ ਪੰਜਾਬਾਂ 'ਚ ਇੰਨਾ ਜ਼ੋਰ ਫੜਿਆ ਕਿ ਫਿਰ ਉੱਥੇ ਕੋਈ ਜਿਹੜਾ ਜਿਵੇਂ ਜੇ ਸ਼ਾਹ ਮੁਹੰਮਦ ਨੇ ਘਰੇਲੂ ਖਾਨਾ ਜੰਗੀ ਦੇ ਵੇਲੇ ਕਿਹਾ ਸੀ ਸਿੱਖ ਰਾਜ ਦੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਤੇ ਇਹ ਵੀ ਜੇ ਅਸੀਂ 1947 ਦੇ ਦੌਰ 'ਚ ਦੇਖੀਏ ਤੇ ਇਸ ਨਫ਼ਰਤ ਦੀ ਅੱਗ ਦੇ ਵਿੱਚ ਸਾਰੇ ਝੁਲਸੇ। ਔਰ ਇਸ ਦੇ ਵਿੱਚ ਮੈਂ ਜੇ ਅੰਮ੍ਰਿਤਾ ਪ੍ਰੀਤਮ ਨੂੰ ਕੋਟ ਕਰਾਂ, ਔਰ ਖਾਸ ਤੌਰ ਤੇ ਜਦੋਂ ਅਸੀਂ 10 ਤੋਂ 15 ਲੱਖ ਲੋਕਾਂ ਦੇ ਮਾਰੇ ਜਾਣ ਦੀ ਗੱਲ ਕਰਦੇ ਹਾਂ ਤੇ ਫਿਰ ਲੱਖਾਂ ਪੰਜਾਬ ਦੀਆਂ ਧੀਆਂ ਭੈਣਾਂ ਬੱਚੀਆਂ ਉਹਨਾਂ ਦੇ ਨਾਲ ਜੋ ਵਾਪਰਿਆ, ਕਿੰਨੀ ਵੱਡੀ ਗਿਣਤੀ 'ਚ ਉਧਾੜੀਆਂ ਗਈਆਂ, ਕਿਡਨੈਪ ਹੋਈਆਂ, ਕਿੰਨੀ ਵੱਡੀ ਗਿਣਤੀ ਦੇ ਵਿੱਚ ਉਹ ਜਬਰ ਜਨਾਹ ਦਾ ਸ਼ਿਕਾਰ ਹੋਈਆਂ। ਔਰ ਅੰਮ੍ਰਿਤਾ ਪ੍ਰੀਤਮ ਜਿਹੜੀ ਇੱਕ ਯੰਗ ਪੋਇਟੈਸ ਸੀ ਉਸ ਪੀਰੀਅਡ 'ਚ, ਔਰ ਉਹਦੇ ਕਹਿਣ ਮੁਤਾਬਕ ਜਦੋਂ ਉਹ ਖੁਦ ਲਾਹੌਰ ਤੋਂ ਜਲਾਵਤਨੀ ਦੇ ਵਿੱਚ ਨਿਕਲ ਰਹੇ, ਉਹਨੇ ਟ੍ਰੇਨ 'ਚ ਬੈਠ ਕੇ ਜਿਹੜੀ ਨਜ਼ਮ ਲਿਖੀ। ਅੱਜ ਵੀ ਜਦੋਂ ਇਹ ਸਾਰੇ ਦੌਰ, ਅੰਮ੍ਰਿਤਾ ਪ੍ਰੀਤਮ ਦਾ ਬਾਅਦ ਦਾ ਦੌਰ ਕੀ ਹੈ, ਉਹ ਇੰਦਰਾ ਗਾਂਧੀ ਦੀ ਸਹੇਲੀ ਸੀ, ਅਖਲਾਕ ਦਾ ਪੱਖ ਕੀ ਹੈ, ਇਹ ਨਹੀਂ ਹੈ। ਕੁਝ ਜਿਹੜੇ ਕਲਾਸਿਕ ਕੰਮ ਹੁੰਦੇ ਨੇ ਜਿਹੜੇ ਜਿਸ ਪੀਰੀਅਡ, ਉਹ ਉਸ ਪੀਰੀਅਡ ਦੀ ਤਰਜਮਾਨੀ ਕਰਦੇ ਨੇ, ਉਸ ਪੀਰੀਅਡ ਦੇ ਵਿੱਚ ਉਹਨਾਂ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੇ। ਤੇ ਜਦੋਂ ਅੰਮ੍ਰਿਤਾ ਪ੍ਰੀਤਮ ਦੀ ਇਹ ਨਜ਼ਮ ਅੱਜ ਵੀ ਕੋਈ ਵੀ ਪੜ੍ਹਦਾ ਕਿਸੇ ਪਾਸਿਓਂ, ਕੋਈ ਗੁਰਮੁਖੀ 'ਚ ਪੜ੍ਹੇ, ਕੋਈ ਸ਼ਾਹਮੁਖੀ 'ਚ ਪੜ੍ਹੇ, ਤੇ ਇੱਕ ਵਾਰ ਪੰਜਾਬੀ ਹੋਣ ਦੇ ਨਾਤੇ ਹਰ ਇੱਕ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਲੱਗਦਾ ਹੈ ਵੀ ਧਰਤੀ ਵਿਹਲੀ ਹੋਏ ਅਸੀਂ ਵਿੱਚ ਧੱਸ ਜਾਈਏ। ਬੇਸ਼ੱਕ ਉਹ ਉਸ ਦੇ ਲਈ ਜਿਹੜੀ ਬਿੰਬ ਚੁਣਦੀ ਹੈ, ਸਿੰਬਲ ਚੁਣਦੀ ਹੈ, ਉਹ ਵਾਰਿਸ ਸ਼ਾਹ ਨੂੰ ਚੁਣਦੀ ਹੈ, ਕਿਉਂਕਿ ਵਾਰਿਸ ਸ਼ਾਹ ਦਾ ਜਿਹੜਾ ਕਲਾਸਿਕ ਕੰਮ ਹੈ, ਜਿਹੜਾ ਹੀਰ ਜਿਹੜੀ ਵਾਰਿਸ ਸ਼ਾਹ ਨੇ ਲਿਖੀ, ਜਿਸ ਦੇ ਵਿੱਚ ਹੀਰ ਇੱਕ ਸ਼ਾਹਕਾਰ ਹੈ, ਹਰ ਪੱਖ ਤੋਂ ਪੰਜਾਬ ਦੇ ਉਸ ਪੀਰੀਅਡ ਦੇ ਤਹਿਜ਼ੀਬ ਦੇ ਹਰ ਪਾਰਟ ਨੂੰ ਉਹ ਬਿਆਨ ਕਰਦਾ ਹੈ। ਲੇਕਿਨ ਕੁੱਲ ਮਿਲਾ ਕੇ ਜੇ ਉਸ 'ਚ ਚੀਜ਼ ਜਾਂ ਪੀੜ ਦੇਖਣੀ ਹੋਏ ਤੇ ਪੰਜਾਬ ਦੀ ਧੀ ਹੀਰ ਦੀ ਹੈ ਕਿ ਹੀਰ ਦੇ ਕਿਵੇਂ ਆਪਣੇ ਉਹਦੇ ਨਾਲ ਕੀ ਕਰਦੇ ਨੇ, ਉਹਦਾ ਆਪਣਾ ਹੀ ਚਾਚਾ, ਆਪਣਾ ਹੀ ਦੂਜਾ ਸਮਾਜ ਦਾ ਕੀ ਪਾਰਟ ਹੈ, ਔਰ ਉਹ ਹੀਰ ਦਾ ਇੱਕ ਵਿਕਟਮ ਐਂਗਲ ਪੋਰਟਰੇ ਕਰਦਾ ਹੈ ਵਾਰਿਸ ਸ਼ਾਹ।
ਔਰ ਉਸ ਨੂੰ ਹੀ ਕਿਉਂਕਿ 47 ਦੇ ਵਿੱਚ ਜਦੋਂ ਕਿਨੇ ਪਾਰਟੀਸ਼ਨ ਕਰਵਾਈ, ਬ੍ਰਿਟਿਸ਼ ਦਾ ਕੀ ਰੋਲ ਹੈ, ਗਾਂਧੀ, ਨਹਿਰੂ, ਪਟੇਲ, ਜਿਨ੍ਹਾਂ ਜਾਂ ਉਸ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਜਾਂ ਸਾਵਰਕਰ ਦੀ ਇਹ ਸਾਰੇ ਨੂੰ ਪਾਸੇ ਰੱਖ ਕੇ ਜੇ ਦੇਖੀਏ ਤੇ ਜਿਹੜੀ ਇੱਕ ਪੰਜਾਬ ਦੀ ਧੀ ਹੈ, ਬੱਚੀ ਹੈ, ਭੈਣ ਹੈ, ਮਾਂ ਹੈ, ਔਰ ਪੰਜਾਬ ਦੀ ਤਹਿਜ਼ੀਬ ਜਿੱਥੇ ਹਰ ਇੱਕ ਨੂੰ ਜਿਹੜਾ ਉਹ ਮਾਣ ਦਿੰਦੀ ਸੀ, ਉਹ ਕਿਵੇਂ ਜਿਹੜੀ ਹੈ ਉਹ ਨੰਗੀ ਹੋ ਜਾਂਦੀ ਹੈ ਤਹਿਜ਼ੀਬ, ਔਰ ਕਿਸ ਕਿਸਮ ਦਾ ਜ਼ਬਰ ਹੁੰਦਾ ਹੈ। ਤੇ ਅੰਮ੍ਰਿਤਾ ਪ੍ਰੀਤਮ ਨੇ ਉਸ ਦੇ ਉੱਤੇ ਉਹਦੀ ਲੰਬੀ ਨਜ਼ਮ ਹੈ, ਪਰ ਮੈਂ ਜੇ ਉਹਨਾਂ ਭੈਣਾਂ ਨੂੰ, ਬੱਚੀਆਂ ਨੂੰ, ਮਾਵਾਂ ਨੂੰ ਜਿਹੜੀਆਂ ਅਪਮਾਨਿਤ ਹੋਈਆਂ, ਜਿਹੜੀਆਂ ਜ਼ਬਰ ਜ਼ਨਾ ਦਾ ਸ਼ਿਕਾਰ ਹੋਈਆਂ, ਤੇ ਮੈਂ ਉਹਦੀ ਨਜ਼ਮ ਦਾ ਉਹੀ ਕਪਲੇਟ ਕੋਟ ਕਰਾਂਗਾ ਜਿਹਦੇ 'ਚ ਉਹਨੇ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਪਈਆਂ ਵਾਰਿਸ ਸ਼ਾਹ ਨੂੰ ਕਹਿਣ, ਵੇ ਦਰਦਮੰਦਾਂ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਹੁਣ ਇਹ ਉਸ ਦਰਦ ਨੂੰ ਬਿਆਨਦੀ ਹੈ, ਔਰ ਇਸੇ ਤਰ੍ਹਾਂ ਲਹਿੰਦੇ ਪੰਜਾਬ ਦੇ ਜਿਹੜੇ ਪੰਜਾਬੀ ਦੇ ਬੜੇ ਜ਼ਬਰਦਸਤ ਸ਼ਾਇਰ ਉਸਤਾਦ ਦਾਮਨ, ਉਹਨਾਂ ਦੀ ਜਿਹੜੇ ਜ਼ਬਰਦਸਤ ਪੋਇਟਰੀ ਕਰਕੇ ਉਹਨਾਂ ਨੂੰ ਉਸਤਾਦ ਦੇ ਨਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ ਇਸ ਦਰਦ ਨੂੰ ਇਵੇਂ ਬਿਆਨਿਆ, ਇਸ ਮੁਲਕ ਦੀ ਵੰਡ ਕੋਲੋਂ ਯਾਰੋ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ, ਹੋਏ ਅਸੀਂ ਵੀ ਹਾਂ, ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ, ਢੋਏ ਅਸੀਂ ਵੀ ਹਾਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ। ਇਹ ਇੱਕ ਦਰਦ ਹੈ ਜਿਹੜਾ ਦੋਨੋਂ ਪਾਸਿਆਂ ਦੇ ਜਿਹੜੇ ਵਿਕਟਮ ਜਿਸ ਹੱਦ ਤੱਕ ਜਿੰਨਾ ਕਹਿਰ ਬੀਤਿਆ, ਔਰ ਇਸੇ ਦੇ ਉੱਤੇ ਜਿਹੜਾ ਹੈ ਪੰਜਾਬੀ ਦੇ ਸ਼ਾਇਰ ਡਾਕਟਰ ਹਰਭਜਨ ਸਿੰਘ, ਉਹਨਾਂ ਨੇ ਵੀ ਉਸ ਪੀੜ ਦਰਦ ਨੂੰ ਬਿਆਨਿਆ, ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ, ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ, ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜਾਂਤ। ਔਰ ਇਸ ਗੱਲ ਦਾ ਕਿਉਂਕਿ ਇਹ ਬੜਾ ਬਰੂਟਲ ਕਿਲਿੰਗ ਸੀ, ਉਸ ਪੀਰੀਅਡ 'ਚ ਅਜੇ ਫਾਇਰ ਆਰਮਸ, ਹਥਿਆਰ, ਬੰਦੂਕਾਂ ਵਗੈਰਾ ਬਹੁਤ ਘੱਟ ਸੀ, ਔਰ ਉਹ ਜਿਨ੍ਹਾਂ ਕੋਲ ਸੀ ਉਹਨਾਂ ਨੇ ਆਪਣੇ ਡਿਫੈਂਸ ਲਈ ਵਰਤੀਆਂ। ਜਿਹੜਾ ਮਾਰ ਮਰਾਈਆ ਵੀ ਹੋਇਆ ਕਿਉਂਕਿ ਉਹ ਜ਼ਿਆਦਾ ਟਕਵਿਆਂ ਨਾਲ, ਤਲਵਾਰਾਂ ਨਾਲ, ਬਰਛਿਆਂ ਨਾਲ। ਹੁਣ ਤੁਸੀਂ ਜਦੋਂ ਉਸ ਲੈਵਲ ਦੀ ਬਰੂਟੈਲਿਟੀ ਦੇਖਦੇ ਹੋ ਕਿ ਕਿਵੇਂ ਫੜ ਕੇ ਟੁਕੜੇ, ਔਰ ਕਿਵੇਂ ਉਸ ਨੂੰ, ਔਰ ਫਿਰ ਕੋਈ ਖੂਹਾਂ ਦੇ ਵਿੱਚ ਛਾਲਾਂ ਮਾਰ ਰਹੀਆਂ ਨੇ ਬੀਬੀਆਂ, ਕੋਈ ਜਿਹੜੇ ਨੇ ਉਹਨਾਂ ਨੂੰ ਮਾਰ ਕੇ ਖੂਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਚਾਰ ਚਫੇਰੇ ਜਿਹੜੀ ਇਨਸਾਨੀ ਮਾਸ ਹੈ, ਉਸ ਦੀ ਦੁਰਗੰਧ ਹੈ, ਸੜਾਂਦ ਹੈ, ਉਸ ਨੂੰ ਬਿਆਨਿਆ, ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ, ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ, ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜਾਂਦ, ਤੇ ਸੌਂ ਗਏ ਨੇ ਆਦਮੀ ਤੋਂ ਸਖਣੇ ਗਵਾਂਢ, ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ, ਵੇ ਸੀਨਿਆਂ ਵਿੱਚ ਸੁਨ ਦੋਵੇਂ ਖੂਨ ਤੇ ਸੰਗੀਨ, ਵੇ ਜ਼ਿੰਦਗੀ ਬੇਹੋਸ਼ ਤੇ ਖਾਮੋਸ਼ ਕਾਇਨਾਤ, ਵੇਲਾ ਹੋ ਕੇ ਸੌਂ ਗਿਆ ਹੈ ਲੋਹਾ ਇਸਪਾਤ। ਕਿਉਂਕਿ ਲੋਹੇ ਦੇ ਹੀ ਬਰਛੇ, ਤਲਵਾਰਾਂ ਇਸਤੇਮਾਲ ਹੋ ਰਹੇ ਨੇ ਕਿ ਚਾਰ ਚਫੇਰੇ ਕਾਇਨਾਤ ਹੀ ਖਾਮੋਸ਼ ਹੈ, ਔਰ ਸੀਨਿਆਂ ਦੇ ਵਿੱਚ ਇਹ ਜਿਹੜੇ ਨੇ ਉਹ ਉਹਨਾਂ ਦੀ ਪੀੜ ਹੈ, ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ, ਗਸ਼ ਪਈ ਹੋਈ ਹੈ। ਇਸੇ ਤਰ੍ਹਾਂ ਇਹ ਇੱਕ ਲਿਖਤ ਜਿਹੜੀ ਕਿ ਪ੍ਰੋਫੈਸਰ ਮੋਹਨ ਸਿੰਘ ਜਿਹੜੇ ਪੋਠੋਹਾਰ ਨਾਲ ਸੰਬੰਧਿਤ ਸਨ, ਬੜੀ ਖੂਬਸੂਰਤ ਪੋਇਟਰੀ, ਪੰਜਾਬੀ ਦੇ ਵੱਡੇ ਕਵੀਆਂ ਚੋਂ ਜਾਣੇ ਜਾਂਦੇ ਨੇ, ਉਹਨਾਂ ਨੇ ਵੀ ਇਸ ਦਰਦ ਨੂੰ ਬਿਆਨਦਿਆਂ ਉਸ ਨੇ ਬਾਬਾ ਨਾਨਕ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੱਕ ਜਿਹੜਾ ਆਪਣੀ ਅਰਜ਼ ਕੀਤੀ, ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ, ਕਲਯੁਗ ਹੈ ਰਥ ਅਗਨ ਦਾ ਤੂੰ ਆਪ ਆਖਿਆ, ਮੁੜ ਕੂੜ ਉਸ ਰੱਬ ਦਾ ਰਥਵਾਨ ਹੋ ਗਿਆ, ਉਹ ਝੁੱਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉੱਡ ਕੇ ਸਾਡਾ ਆਲਣਾ ਕੱਖ ਕਾਨ ਹੋ ਗਿਆ, ਇੱਕ ਪਾਸੇ ਪਾਕੀ ਪਾਕਿਸਤਾਨ ਹੋ ਗਿਆ, ਇੱਕ ਪਾਸੇ ਹਿੰਦੀ ਹਿੰਦੁਸਤਾਨ ਹੋ ਗਿਆ। ਹੁਣ ਇਹ ਬੇਸ਼ੱਕ ਪ੍ਰੋਫੈਸਰ ਮੋਹਨ ਸਿੰਘ ਲੈਫਟਿਸਟ ਵਿਚਾਰਧਾਰਾ ਵੱਲ ਝੁਕੇ ਹੋਏ ਸਨ, ਲੇਕਿਨ ਇਹਦੇ ਚੋਂ ਇੱਕ ਸਿਆਸੀ ਮੈਸੇਜ ਵੀ ਨਿਕਲਦਾ ਹੈ ਕਿ ਇਸ ਕਤਲੇਆਮ ਐਥਨਿਕ ਕਲੀਨਜ਼ਿੰਗ ਦੋਨੋਂ ਪਾਸਿਆਂ ਚੋਂ ਇੱਕ ਪਾਸੇ ਤਾਂ ਜਿਹੜਾ ਹੈ ਪਾਕਿਸਤਾਨ ਬਣਦਾ ਹੈ, ਔਰ ਜਦੋਂ ਅੱਜ ਇਹ ਨਾਰਾ ਉਹਨਾਂ ਦੇ ਆਜ਼ਾਦੀ ਜਸ਼ਨਾਂ 'ਚ ਗੂੰਜਦਾ ਹੈ ਕਿ ਪਾਕਿस्तान का मतलब क्या, ला इलाहे इल्लल्लाह, सो ਜ਼ਾਹਰ ਹੈ ਕਿ ਇਸਲਾਮ ਤੇ ਬੇਸਡ ਉਹਨਾਂ ਦਾ ਮੁਲਕ ਹੈ। तो इधर ਜਦੋਂ ਉਹਨਾਂ ਨੇ ਕਿਹਾ ਕਿ ਭਾਈ ਇੱਕ ਪਾਸੇ ਪਾਕਿस्तान ਹੋ ਗਿਆ, ਇੱਕ ਪਾਸੇ ਹਿੰਦੁਸਤਾਨ ਹੋ ਗਿਆ ਜਿਹੜੇ ਨੇ, ਔਰ ਅਸੀਂ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮਾਰ ਚੱਲੀ, ਜ਼ਿਆਦਾ ਇਸ ਲਈ ਹਾਲਾਂ ਜੇ ਕਿਲਿੰਗਸ ਜਾਂ ਦੂਸਰਾ ਹਾਲਾਂ ਇਹ ਵੀ ਇੱਕ ਅਫਸੋਸਨਾਕ ਪਾਰਟ ਹੈ ਕਿ ਅਸੀਂ ਇਸ ਦੁਖਦ ਚੈਪਟਰ ਨੂੰ ਡਿਸਕਸ ਕਰਦੇ ਹਾਂ ਵੀ ਜੇ ਗਿਣਤੀਆਂ ਦੇ ਵਿੱਚ ਪਈਏ। ਤੇ ਵੈਸੇ ਇਸ ਦੇ ਉੱਤੇ ਜਿਸ ਕਿਸਮ ਦੀ ਇਹ ਸਾਰੀ ਪੀੜ ਹੈ, ਜਿਹੜੀਆਂ 4 ਫਿਲਮਾਂ ਜਿਨ੍ਹਾਂ ਨੇ ਨਹੀਂ ਦੇਖੀਆਂ ਅਸੀਂ ਉਹ ਰਿਕਮੈਂਡ ਵੀ ਕਰਾਂਗੇ, 4 ਇਧਰਲੀਆਂ ਭਾਰਤ ਵਾਲੇ ਪਾਸੇ, ਇੱਕ ਪਾਕਿਸਤਾਨ ਦੀ ਕਰਤਾਰ ਸਿੰਘ ਜਿਹੜੀ 60ਵਿਆਂ ਦੇ ਵਿੱਚ ਆਈ, ਔਰ ਉਹ ਸਾਡਾ ਥੋੜਾ ਬਹੁਤ ਜੇ ਉਹ ਬਚਿਆ ਇਖਲਾਕ ਹੈ। ਕਰਤਾਰ ਸਿੰਘ ਫਿਲਮ ਜਿਹੜੀ ਹੈ ਪਾਕਿਸਤਾਨ ਦੀ ਇੰਟਰਨੈਟ ਤੇ ਅਵੇਲੇਬਲ ਹੈ, ਉਹ ਉਹਨੂੰ ਰਿਪਰੈਜ਼ੈਂਟ ਕਰਦਾ। ਪਰ ਜਿਸ ਕਿਸਮ ਦੀ ਪੀੜ ਹੰਡਾਈ ਉਹਨਾਂ ਦੇ ਵਿੱਚ, ਸਭ ਤੋਂ ਪਹਿਲੀ ਫਿਲਮ ਜਿਸ ਨੂੰ ਬਲਰਾਜ ਸਾਹਨੀ ਨੇ ਉਹਦੇ ਚ ਰੋਲ ਪਲੇ ਕੀਤਾ ਸੀ, ਗਰਮ ਹਵਾ, ਔਰ ਇਸਮਤ ਚੁਗਤਾਈ ਦੀ ਉਹ ਲਿਖਤ ਸੀ, ਬਲਰਾਜ ਸਾਹਨੀ ਦਾ ਕਿਰਦਾਰ, ਸਕ੍ਰਿਪਟ ਰਾਈਟਿੰਗ ਕੈਫੇ ਆਜ਼ਮੀ ਦੀ, ਔਰ ਉਹ ਬਿਆਨ ਕਰਦੀ ਸੀ ਕਿ ਜਦੋਂ ਇਹ ਨਫ਼ਰਤ ਦੀ ਹਵਾ ਜਦੋਂ ਗਰਮ ਹੋ ਜਾਂਦੀ ਹੈ, ਉਸ 'ਚ ਨਫ਼ਰਤ ਹੁੰਦੀ ਹੈ ਤੇ ਗੱਲ ਕਿਸ ਪਾਸੇ ਜਾਂਦੀ ਹੈ। ਔਰ ਦੂਸਰਾ ਅੱਜ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ ਹਿੰਦੂ ਤਵੀਆਂ ਕੋਲ, ਇਹ ਤਮਸ ਜਿਹੜੀ ਸੀਰੀਅਲ ਰੂਪ ਦੇ ਵਿੱਚ ਵੀ ਸੀ, ਭੀਸ਼ਮ ਸਾਹਨੀ ਬਲਰਾਜ ਸਾਹਨੀ ਦਾ ਛੋਟਾ ਭਰਾ ਜਿਹੜਾ ਹਿੰਦੀ ਦਾ ਵੱਡਾ ਕਹਾਣੀਕਾਰ ਵੀ ਸੀ, ਉਹਦੀ ਲਿਖਤ ਸੀ। ਔਰ ਜਿਉਂ ਹੀ ਕਿਉਂਕਿ ਇਸ ਨਫ਼ਰਤ ਦੇ ਵਿੱਚ RSS ਨੇ ਵੀ ਵੱਡਾ ਰੋਲ ਅਦਾ ਕੀਤਾ ਹੋਇਆ, ਔਰ ਤਮਸ ਦੇ ਵਿੱਚ ਜਿਹੜਾ TV ਸੀਰੀਅਲ 'ਚ ਵੀ ਚੱਲ ਰਿਹਾ ਸੀ, RSS ਦਾ ਰੋਲ ਬਿਆਨਿਆ ਸੀ। ਔਰ ਉਹਨਾਂ ਜ਼ਮਾਨਿਆਂ 'ਚ ਹਿੰਦੂ ਤਵੀਆਂ ਨੇ ਜਿਹੜੇ ਭਾਰਤੀ ਦੂਰਦਰਸ਼ਨ ਦੇ ਸਟੂਡੀਓਜ਼ ਤੇ ਅਟੈਕ ਕੀਤੇ ਕਿ ਦੂਜੇ ਤੀਜੇ ਇਹਨੂੰ ਬੰਦ ਕਰਾਇਆ ਜਾਏ, ਔਰ ਦੂਸਰਾ ਉਹ ਬੰਦ ਹੋ ਵੀ ਗਿਆ ਸੀ। ਲੇਕਿਨ ਤਮਸ ਫਿਲਮ ਦੇ ਰੂਪ ਦੇ ਵਿੱਚ ਇਹ pre-47 ਦਾ ਇਹ ਪੀਰੀਅਡ ਜਦੋਂ, ਔਰ ਇਹਦੇ 'ਚ ਜ਼ਿਆਦਾ ਉਹੀ ਨਫ਼ਰਤ ਦੀ ਆ, ਕਿਉਂਕਿ ਲਹਿੰਦੇ ਪੰਜਾਬ ਨਾਲ ਹੀ ਭੀਸ਼ਮ ਸਾਹਨੀ ਔਰ ਬਲਰਾਜ ਸਾਹਨੀ ਉੱਥੋਂ ਨਾਲ ਹੀ ਸੰਬੰਧਿਤ ਸੀ, ਪੋਠੋਹਾਰ ਰੀਜਨ ਨਾਲ ਵੀ। ਸੋ ਇਸ ਦੇ ਵਿੱਚ ਇਹ ਕਹਾਣੀ ਫਿਰ ਜਦੋਂ ਅਸੀਂ ਅੰਮ੍ਰਿਤਾ ਪ੍ਰੀਤਮ ਨੂੰ ਕੋਟ ਕੀਤਾ, ਔਰ ਇਸ ਦੇ ਹੀ ਨਾਵਲ ਤੇ ਬੇਸਡ ਪਿੰਜਰ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਸੀ, ਉਸ ਦੇ ਉੱਤੇ ਬੇਸਡ ਫਿਲਮ ਵੀ ਬਣੀ, ਜਿਸ ਨੂੰ ਕਾਫੀ ਜਿਹੜਾ ਉਹ ਅਵਾਰਡ ਵਗੈਰਾ ਤਾਂ ਮਿਲੇ। ਹਾਲਾਂਕਿ ਇਸ ਕਿਸਮ ਦੀਆਂ ਜਿਹੜੀਆਂ ਕਲਾਸਿਕ ਫਿਲਮਾਂ ਨੇ ਉਹ ਬਾਕਸ ਆਫਿਸ ਹਿੱਟ ਤਾਂ ਨਹੀਂ ਹੁੰਦੀਆਂ, ਪਰ ਇੱਕ ਬੇਸ਼ੱਕ ਖੁਸ਼ਵੰਤ ਸਿੰਘ ਬਾਰੇ ਸਾਡੀ ਡਿਫਰੈਂਟ ਰਾਏ ਵੀ ਹੋਏ, ਲੇਕਿਨ ਉਸ ਦਾ ਲਿਖਤ ਪਹਿਲਾਂ ਨਾਵਲ ਰੂਪ ਦੇ ਵਿੱਚ ਉਹਨੇ ਲਿਖਿਆ ਟ੍ਰੇਨ ਟੂ ਪਾਕਿਸਤਾਨ। ਇਹ ਦੋਨੋਂ ਪਾਸਿਆਂ ਦੀ ਅਸੀਂ ਇਸ ਵੇਲੇ ਕਿਸੇ ਜਿਹੜੀ ਆ ਬਲੇਮ ਗੇਮ 'ਚ ਨਹੀਂ ਜਾਣਾ ਚਾਹੁੰਦੇ ਕਿ ਕਿਹਨੇ ਪਹਿਲਾਂ ਕੀਤਾ ਤੇ ਕਿਹਨੇ ਪਿੱਛੋਂ ਕੀਤਾ, ਪਰ ਗੱਲ ਬਿਲਕੁਲ ਸਾਫ਼ ਹੈ ਕਿ ਪੰਜਾਬ ਨੇ ਆਪਣੀ ਸੁੱਧ ਬੁੱਧ ਗਵਾਈ, ਅਸੀਂ ਆਪਣੀ ਤਹਿਜ਼ੀਬ ਦਾ ਪੱਲਾ ਛੱਡਿਆ, ਅਸੀਂ ਬਿਲਕੁਲ ਨਫ਼ਰਤ ਦੇ ਵਿੱਚ ਝੁਲਸੇ, ਔਰ ਉਸ ਚੋਂ ਨਿਕਲਿਆ ਕਿ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਹ ਅਸੀਂ ਲਹੂ ਨਾਲ ਭਰ ਦਿੱਤੀ, ਖਾਲੀ ਸਤਲੁਜ ਬਿਆਸ ਤੇ ਰਾਵੀ ਵੀ ਨਹੀਂ ਰਹਿਣ ਦਿੱਤਾ, ਘੱਟ ਇਧਰਲਿਆਂ ਨੇ ਵੀ ਨਹੀਂ ਕੀਤੀ, ਘੱਟ ਉਧਰਲਿਆਂ ਨੇ ਵੀ ਨਹੀਂ ਕੀਤੀ, ਪਰ ਕੌਣ ਵਿਕਟਮ ਬਣਿਆ? ਕਾਮਨ ਬੰਦਾ। ਸੋ ਅਸੀਂ ਸਮਝਦੇ ਹਾਂ, ਬੇਸ਼ੱਕ ਅਸੀਂ ਇਸ ਦੇ ਉੱਤੇ ਤਨਕੀਦ ਵੀ ਕੀਤੀ ਸੀ ਕਿ ਸ਼੍ਰੋਮਣੀ ਕਮੇਟੀ ਨੇ ਇਹੀ ਮੌਕਾ ਚੁਣਿਆ ਕਿ ਉਹਨਾਂ ਨੇ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ 16 ਅਗਸਤ ਦਾ ਦਿਨ ਸੀ, ਜਿਸ ਦਿਨ ਉਹਨਾਂ ਲੱਖਾਂ ਲੋਕਾਂ ਦੇ ਲਈ, ਖਾਸ ਤੌਰ ਤੇ ਲੱਖਾਂ ਪੰਜਾਬੀਆਂ ਦੇ ਲਈ, ਹਿੰਦੂ ਸਿੱਖ ਮੁਸਲਮਾਨਾਂ ਦੇ ਲਈ ਜਿਹੜੇ ਵਿਕਟਮ ਸੀ 47 ਦੇ ਇਸ ਪਾਗਲਪਨ ਦੇ ਦੌਰ ਦੇ, ਉਹਨਾਂ ਲਈ ਅਰਦਾਸ ਕੀਤੀ ਗਈ। ਔਰ ਇਸ ਸਭ ਨੂੰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਦੋਵੇਂ ਪਾਸੇ ਅੰਮ੍ਰਿਤਸਰ 'ਚ ਵੀ ਇੱਕ ਅੱਧਾ ਮਿਊਜ਼ੀਅਮ ਬਣਿਆ, ਦੋਵੇਂ ਪੰਜਾਬਾਂ ਦੇ ਵਿੱਚ ਇਸ ਕਿਸਮ ਦੇ ਸੁਹਿਰਦ ਵੀਰ ਨੇ ਜਿਹੜੇ ਸਾਂਝੀਆਂ ਉਹਨਾਂ ਯਾਦਾਂ ਨੂੰ ਔਰਲ ਹਿਸਟਰੀ ਦੇ ਰੂਪ ਦੇ ਵਿੱਚ ਸਾਂਭ ਰਹੇ ਨੇ, ਜਿਨ੍ਹਾਂ 'ਚ ਪੰਜਾਬੀ ਲਹਿਰ ਦਾ ਇੱਕ ਵੱਡਾ ਰੋਲ ਹੈ ਕਿ ਜਿੱਥੇ ਉਹ ਜਾ ਕੇ ਉਹਨਾਂ ਬਜ਼ੁਰਗਾਂ ਦੇ ਨਾਲ ਜਿਹੜੇ 47 ਦੇ ਵਿੱਚ ਇੱਧਰੋਂ ਉੱਧਰ ਗਏ
ਜਾਂ ਉਧਰੋਂ ਇੱਧਰ ਆਏ, ਉਹਨਾਂ ਦੀਆਂ ਜਿਹੜੀਆਂ ਦੁਖਦ ਭਰੀਆਂ ਕਹਾਣੀਆਂ ਨੇ, ਉਹ ਇੱਕ ਓਰਲ ਹਿਸਟਰੀ ਵੀ ਹੈ। ਪਰ ਉਸ ਸਭ ਚੋਂ ਜਦੋਂ ਇੱਕ ਸਵਾਲ ਕਨਕਲੂਜਨ 'ਚ ਪੁੱਛਿਆ ਜਾਂਦਾ ਹੈ ਕਿ ਬਾਬਾ ਜੀ, ਕਿਉਂਕਿ ਹੁਣ ਜਿਹੜਾ ਵੀ ਗੱਲ ਕਰ ਰਿਹਾ ਉਹ 80 90 ਕੋਈ 5 ਸਾਲ ਦਾ ਸੀ, ਕੋਈ 15 ਸਾਲਾਂ ਦਾ ਸੀ, ਉਹਨਾਂ ਨੂੰ ਪੁੱਛ ਰਿਹਾ ਕਿ ਬਾਬਾ ਜੀ ਵਕਤ ਅੱਜ ਦਾ ਚੰਗਾ ਹੈ ਕਿ ਉਹ ਵਕਤ ਚੰਗਾ ਸੀ? ਤੇ 99.9% ਦਾ ਇਹੀ ਕਹਿਣਾ ਹੁੰਦਾ ਹੈ ਕਿ ਉਹ ਵਕਤ ਹੁਣ ਕਿੱਥੇ ਮਿਲਣੇ ਨੇ। ਉਹ ਵਕਤ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ, ਸਭ ਕੁਝ ਸਾਡਾ ਸਾਂਝਾ ਸੀ, ਔਰ ਹਰ ਕੋਈ ਇਹ ਰਿਗਰੈਟ ਕਰਦਾ ਕਿ ਕਿੱਥੋਂ ਨਫ਼ਰਤ ਆ ਗਈ, ਕਿਹਨੇ ਪੰਜਾਬ ਦੇ ਪਾਣੀਆਂ 'ਚ ਅੱਗ ਲਾ ਦਿੱਤੀ, ਕਿਹਨੇ ਇਹ ਸਾਰਾ ਨਫ਼ਰਤ ਦਾ ਮਾਹੌਲ ਸਿਰਜਿਆ। ਔਰ ਅਸੀਂ ਨਾ ਸਿਰਫ ਅੱਜ ਦਾ ਪ੍ਰੋਗਰਾਮ ਵੀ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕਰਦੇ ਹਾਂ, ਜਿਹੜੇ ਲੱਖਾਂ ਬੇਗੁਨਾਹ ਹਿੰਦੂ ਸਿੱਖ ਮੁਸਲਮਾਨ ਦੋਵੇਂ ਪਾਸੇ ਉਸ ਸਰਹੱਦ ਦੇ ਉਸ ਦੇ ਉੱਤੇ ਬੜਾ ਸ਼ਾਹਕਾਰ ਜਿਹੜਾ ਇੱਕ ਲਿਖਤ ਜਿਸ ਤੇ ਡਰਾਮੇ ਵੀ ਬਣੇ ਨੇ। ਸਾਦਤ ਹਸਨ ਮੰਟੋ ਜਿਹੜੇ ਕਸ਼ਮੀਰੀ ਓਰੀਜਨ ਦੇ ਲਿਖਾਰੀ ਸਨ, ਜੰਮੇ ਸਮਰਾਲੇ ਦੇ ਨੇੜੇ ਪਿੰਡ 'ਚ ਸੀ, ਰਹੇ ਕਾਫੀ ਅਰਸਾ ਅੰਮ੍ਰਿਤਸਰ। ਉਹਨਾਂ ਨੇ ਇੱਕ ਉਹਨਾਂ ਦਾ ਸ਼ਾਹਕਾਰ ਹੈ ਟੋਬਾ ਟੇਕ ਸਿੰਘ, ਔਰ ਉਹ ਦੱਸਦਾ ਹੈ ਕਿ ਭਾਈ ਇਸ ਨਫ਼ਰਤ ਦੀ ਅੱਗ 'ਚ ਇਹੀ ਨਹੀਂ, ਉਹ ਸਿਨੇਰੀਓ ਬਿਆਨਦੇ ਨੇ ਕਿ ਜਦੋਂ ਵੰਡ ਹੋ ਰਹੀ ਸੀ ਇਧਰੋਂ ਕੌਣ, ਫਿਰ ਪਾਗਲਾਂ ਦੀ ਵੰਡ ਵੀ ਹੋਣੀ ਸੀ ਕਿ ਮੈਂਟਲ ਹਸਪੀਟਲ ਲਾਹੌਰ ਹੈ ਜਾਂ ਅੰਮ੍ਰਿਤਸਰ ਹੈ ਕਿ ਜਿਹੜੇ ਹਿੰਦੂ ਸਿੱਖ ਪਾਗਲ ਨੇ ਇੱਧਰ ਭੇਜੋ ਤੇ ਜਿਹੜੇ ਮੁਸਲਮਾਨ ਪਾਗਲ ਨੇ ਉੱਧਰ ਭੇਜੋ। ਤੇ ਉਸ ਜੇਲ੍ਹ ਦੇ ਸਿਨੇਰੀਓ 'ਚ ਟੋਬਾ ਟੇਕ ਸਿੰਘ 'ਚ ਉਹ ਜਿਹੜਾ ਫਿਰ ਉਹਨਾਂ ਨੇ ਇੱਕ ਕਰੈਕਟਰ ਬਿਆਨਿਆ ਕਿ ਅਲਟੀਮੇਟਲੀ ਟੇਕ ਸਿੰਘ ਨਾਂ ਦਾ ਜਿਹੜਾ ਸਿੱਖ ਹੈ, ਟੋਬਾ ਟੇਕ ਸਿੰਘ ਦਾ ਰਹਿਣ ਵਾਲਾ, ਟੋਬਾ ਟੇਕ ਸਿੰਘ ਦਾ ਰਹਿਣ ਵਾਲਾ ਹੈ ਉਹ, ਔਰ ਉਹ ਅਲਟੀਮੇਟਲੀ ਉਹਨੂੰ ਫੈਸਲਾ ਹੁੰਦਾ ਹੈ ਕਿ ਕਿਉਂਕਿ ਸਿੱਖ ਹੈ ਤੇ ਇੱਧਰ ਭੇਜਣਾ, ਤੇ ਉਹ ਰੈਜ਼ਿਸਟ ਕਰਦਾ। ਉਹ ਕਹਿੰਦਾ ਵੀ ਨਾ ਹਿੰਦੁਸਤਾਨ ਨਾ ਪਾਕਿਸਤਾਨ, ਟੋਬਾ ਟੇਕ ਉਹਦੇ ਕਾਫੀ ਕਲਾਸਿਕ ਅੰਦਾਜ਼ 'ਚ ਹੈ। ਫਿਰ ਵੀ ਉਹਨੂੰ ਜਿਹੜਾ ਉਹ ਲਿਆ ਕੇ ਜਦੋਂ ਸਰਹੱਦ ਦੇ ਉੱਤੇ ਵਾਘਾ ਬਾਰਡਰ ਦੇ ਉੱਤੇ ਲਿਆਂਦੇ ਨੇ ਔਰ ਅੱਗੋਂ ਕਾਗਜ਼ ਪੱਤਰਾਂ ਦੇ ਰਾਹੀਂ ਉਹਨੂੰ ਹਵਾਲੇ ਕੀਤਾ ਜਾਣਾ, ਤੇ ਉਹ ਉੱਥੇ ਹੀ ਜਦੋਂ ਸਵੇਰੇ ਦੇਖਦੇ ਨੇ ਤਾਂ ਉਹਦੀ ਲਾਸ਼ ਠੰਡੀ ਹੋਈ ਹੋਈ ਹੈ, ਉਹ ਸਰਹੱਦ ਦੀ ਉਸ ਲਾਈਨ ਦੇ ਉੱਤੇ ਪਿਆ। ਸੋ ਮੈਂ ਇਹ ਵੀ ਰਿਕਮੈਂਡ ਕਰਾਂਗਾ ਵੀ ਟੋਬਾ ਟੇਕ ਸਿੰਘ ਵੀ ਜਿਹੜਾ ਉਸ ਪੇਨ ਨੂੰ ਬਿਆਨਦਾ। ਸੋ ਅਸੀਂ ਅੱਜ ਦਾ ਪ੍ਰੋਗਰਾਮ ਉਹਨਾਂ ਸਾਰੇ ਜਿਹੜੇ ਬੇਗੁਨਾਹ ਮਾਰੇ ਗਏ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। गुरु प्यारी साध संगत जी, वाहिगुरु जी का खालसा वाहिगुरु जी की फतेह। आज्ञा पही अकाल की तभी चलायो पंथ, सब सिखन को हुक्म है गुरु मान्यो ग्रंथ। धन 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 श्री गुरु ग्रंथ साहिब महाराज सच्चे पातशाह जी का पहला प्रकाश दिहाड़ा, जिस दियां खुशियां विच हर साल की तरह ट्राई स्टेट के केंद्रीय स्थान गुरुद्वारा साहिब सिख कल्चर सोसाइटी तो जो नगर कीर्तन सजाया जाता है, समुचियां ट्राई स्टेट दीयां संगतां, सभावां, सभा सोसाइटियां, पंथक जथेबंदियां दे सहयोग नाल गुरुद्वारा साहिब दी समुची प्रबंधक कमेटी वल्लों इस साल नगर कीर्तन 21 अगस्त दिन ऐतवार नूं दिने 12 बजे गुरुद्वारा साहिब सिख कल्चर सोसाइटी रिचमंड हिल न्यूयॉर्क तो आरंभ होवेगा। सारियां संगतां नूं बेनती है कि परिवारां बच्चियां समेत इस महान नगर कीर्तन विच शामिल हो के सतगुरु सच्चे पातशाह जी दीयां खुशियां अते बख्शिशां प्राप्त करो। इस महान नगर कीर्तन तो अगले ऐतवार
28 ਅਗਸਤ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਵੱਧ ਤੋਂ ਵੱਧ ਖੰਡੇ ਬਾਟੇ ਦੀ ਪੌਲ ਛਕ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दर्शकों ब्रेक तो बाद थोड़ा साफ भरपूर स्वागत है। सो व्यूअर्स गलबात करन जा रहे हैं कि ये एक हमेशा बहस का विषय रहा है कि 1947 की जिहड़ी मुल्क वंड है अते उस चों निकली तबाही ते बर्बादी लई कौन जिम्मेवार है। सो असीं भी इस संबंधी ब्रिटिश, गांधी, नेहरू, पटेल अते जिन्हां दे रोल बारे थोड़ी पड़ताल करन जा रहे हैं। सो असीं चाहांगे कि तुसां इस तरह बने रहना, देखण सुनने अनलिखण लई तुहाडा सब दा बहुत बहुत धन्नवाद जी। डॉक्टर साहब की विचारा ने? देखो साडे पहले सैगमेंट के दौरान साडे वीर जुबेर याकूब साहब ने कामेंट लिखे और मैनू इस गल का अंदाज़ा सी कि क्योंकि जिस लैवल तो असी ये डिस्कशन शुरू की जिवें याकूब साहब ने पूछा है कि भी फिर इहदा मतलब डॉक्टर साहब तुसी की समझते हो भी पार्टीशन नहीं होनी चाहिए सी, या जदों असी ये कहते हैं कि असी तो ये नहीं किया है क्योंकि साडा फोकस जिहड़ा पहला सैगमेंट है वो इस दे उत्ते ही सी कि जेडे इनोसेंट लोग दोनों पासे मारे गए और ये भी असी इसलिए इनू टच बेस किया है कि की यही जिहड़ी ईवन माइग्रेशन है पीसफुल तरीके नाल नहीं सी हो सकती। पार्टीशन इसका असी इस सैगमेंट जिक्र करांगे कि भाई वो किहड़े सरकमस्टांसिस ने जिन्हां ने कायदे आज़म मुहम्मद अली जिन्हां नू इस मुकाम दे उत्ते लिया के खड़ा कर दिता है कि भाई मुसलमान सेफ नहीं होणगे जे साडा मुल्क नहीं बनता जां उन्हां दा मुल्क नहीं बनता। वो आर्गूमेंट वल असीं बाद दे विच जावांगे। पहला आर्गूमेंट तो इस ते सी कि जदों असीं ब्लडी पार्टीशन कहंदे, पार्टीशन देखो दुनिया दे विच जिहड़े हद्दां ने मुल्कां दीयां वो तो जे तुसीं 20वीं सदी तो पहला 19वीं 18वीं सदी च भी देखो नेशन स्टेट का कानसैप्ट ही जिहड़ा है वो 19वीं सदी एंड जां 20वीं सदी दे विच आंदा है, ज़्यादा 19वीं सदी 18वीं तो शुरू हो जाता है। उस तो पहला तो एम्पायर ही सी, उस दे विच किहदी हद कित्थों तक गई, किने किनू डिफीट किया, ऑटोमन एम्पायर किन्ने सौ साल रहा, मुगली एम्पायर किन्ने सौ साल रहा, रोमन एम्पायर किन्ने सौ साल, कोई हदबंदियां जिहदा जोर पैंदा सी। और जदों सेंटर चों साम्राज कमज़ोर होना शुरू हुंदा सी उदों ही जिन्हां नूं उन्हां ने जोर नाल जित्तिया हुंदा सी वो अपने अपने अड होने शुरू हो जाते सी। इधरों निकल के वो पर्शियन एम्पायर का हिस्सा बन जा। ईवन जे असी ईरानियन पर्शियन जिन्होंने अज ईरान कहते हैं पर्शियन एम्पायर और रशिया के विचाले हिस्टोरिकली देखिए तो टैरीटरीज़ का एक्सचेंज होंदा रहा। इस तरह इस्लामिक सिविलाइजेशन जिहदा बेस बगदाद और दूसरा, और जे असी चंगेज़ खां तो लैके हलाकू तक देखिए इलाके बदलते चले गए। हुण देखण वाली गल ये है कि भी ये जदों अंग्रेज़ां ने जिस खित्ते नूं जिस दे विच एक हिस्सा लंबा वक्त मुगलिया साम्राज दे थल्ले सी और वो इन्ना वड्डा हिस्सा सी कि उस जमाने दे विच जिहड़ा इंटरनेशनल ट्रेड सी उसका लगभग 22% जिहड़ा है वो मुगलिया जिहड़ा उन्हां दी टैरीटरी सी भारत दी उस दे विचों निकलदा सी। और इस तरह ये पीरीयड है कि एक पासे ऑटोमन एम्पायर उन्होंने अपनी नेवी भी और दूसरे भी उन्होंने एक अपना बोलबाला अपना दबदबा सी वड्डे हिस्से दे उत्ते उन्होंने। और ये जड़ियाँ यूरोपीयन पावर्स जिन्हां दे विच ब्रिटिश भी, फ्रेंच भी, स्पैनिश भी, पोर्तुगीज़ भी, नॉर्वेजियन भी, और ये सारे जड़े ने इन्हां ने दुनिया नूं जिहड़ा है वो अपनी कॉलोनी बनाना शुरू किया होया सी। साडे खित्ते च आके भी ये जिहड़े मैं खास तौर पर ब्रिटिश और फ्रेंच और पोर्तुगीज़ ने वास्को डी गामा 1492 तक पहुँचते हैं गोवा च पहुँच जाता है। ब्रिटिश जहांगीर के पीरीयड च आउंदे ने थोड़ी जी थां मंगते हैं वपार दे लई और किवें फिर वो समेटना शुरू कर दिंदे ने अल्टीमेटली उस मुगलिया राज का वो एंड भी करते हैं। और पंजाब जिहड़ा कि महाराजा रणजीत सिंह दे थल्ले 1849 तक जिहड़ा वो इंडिपेंडेंट रहिंदा वो सिर्फ 98 साल अंग्रेज़ों के जेर जाता है। लेकिन उस तो पहला लगभग 100 साल तो ज़्यादा पीरीयड 1757 दे विच प्लासी की जंग जिहदे च बंगाल, उड़ीसा, बिहार ये अंग्रेज़ों के पेटे पैंदे ने। सो ऑलरेडी बाकी जिहड़ा 200 साल अंग्रेज़ उत्थे रहिंदे ने। हुण सवाल जिहड़ा इस सारे चों निकलदा है
ਕਿ ਪਹਿਲੀ ਗੱਲ ਤਾਂ ਅਸੀਂ ਬਲੱਡਿਡ ਪਾਰਟੀਸ਼ਨ ਦੀ ਕਰੀਏ ਔਰ ਉਸ ਤੋਂ ਬਾਅਦ ਅਸੀਂ ਈਵਨ ਪਾਰਟੀਸ਼ਨ ਤੱਕ ਗੱਲ ਪਹੁੰਚਦੀ ਕਿਵੇਂ ਹੈ, ਜਾਂ ਮੁਸਲਮਾਨ ਕਾਇਦੇ ਆਜ਼ਮ ਦੇ ਥੱਲੇ ਕਿਵੇਂ ਇਹ ਇਨਸਿਕਿਉਰਿਟੀ ਮਹਿਸੂਸ ਕਰਦੇ ਨੇ, ਜਾਂ ਸਿੱਖ ਲੀਡਰਸ਼ਿਪ ਕਿਵੇਂ ਜਿਹੜੀ ਹੈ ਉਹ ਭੰਬਲ ਭੂਸੇ ਦੇ ਵਿੱਚ ਫਸ ਜਾਂਦੀ ਹੈ, ਉਹ ਕਲੀਅਰ ਹੀ ਨਹੀਂ ਕਰ ਸਕਦੀ ਉਸ ਖਰਗੋਸ਼ ਵਾਂਗ ਜਿਹੜਾ ਸੜਕ ਦੇ ਪਹਿਲਾਂ ਇਧਰੋਂ ਉਧਰ ਨੂੰ ਦੌੜਦਾ, ਫਿਰ ਉਧਰੋਂ ਇਧਰ ਨੂੰ ਦੌੜਦਾ, ਫਿਰ ਗੱਡੀ ਦੇ ਟਾਇਰ ਥੱਲੇ ਆ ਜਾਂਦਾ। ਸਿੱਖਾਂ ਦਾ ਹਾਲ ਤਾਂ ਇਹੀ ਹੋਇਆ। ਸੋ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਇਹ ਦੇਖੀਏ ਕਿ ਬ੍ਰਿਟਿਸ਼ਰਸ ਜਿਹੜੇ ਨੇ ਉਹਨਾਂ ਨੇ ਕੋਈ ਇੰਨੀ ਜਲਦੀ, ਉਹਨਾਂ ਨੇ ਹੁਣ ਇੱਕ ਪਾਸੇ ਇਹ ਵੀ ਹੈ ਕਿ ਜੀ ਆਜ਼ਾਦੀ ਲੈ ਕੇ ਦਿੱਤੀ, ਜੀ ਗਾਂਧੀ ਨੇ ਦਿੱਤੀ ਜਾਂ ਫਲਾਣੇ ਨੇ ਦਿੱਤੀ ਜਾਂ ਢਿਮਕੇ ਨੇ ਦਿੱਤੀ। ਅਸੀਂ ਇਸ ਸਾਰੇ ਕੰਟੈਕਸਟ ਵੀ ਇਹ ਦੇਖੀਏ ਕਿ ਜੇ ਬ੍ਰਿਟਨ ਉਹਨਾਂ ਦੀ ਆਲਮੋਸਟ 150 ਸਾਲ ਤੋਂ ਜ਼ਿਆਦਾ ਵਕਤ ਜਿਹੜੀ ਰਾਜਧਾਨੀ ਸੀ ਕਲਕੱਤਾ ਸੀ, ਹੁਣ ਜਦੋਂ ਉਹਨਾਂ ਨੇ ਨਿਊ ਦਿੱਲੀ ਜਿਹਨੂੰ ਬਿਲਕੁਲ ਮਾਡਰਨ ਲਾਈਨ ਦੇ ਉੱਤੇ ਕੈਪੀਟਲ ਦੇ ਤੌਰ ਤੇ ਜਿਹੜਾ ਉਹ ਬਣਾਉਣਾ ਸ਼ੁਰੂ ਕੀਤਾ 1911-12 ਚੋਂ ਮੁਕੰਮਲ ਹੁੰਦਾ। ਹਾਲਾਂ ਉਹਨਾਂ ਦਾ ਐਡਮਿਨਿਸਟ੍ਰੇਟਿਵ ਢਾਂਚਾ ਜਾਂ ਦੂਜਾ 1930-31 ਚ ਫੰਕਸ਼ਨਲ ਹੁੰਦੀ ਆ ਦਿੱਲੀ ਰਾਜਧਾਨੀ। ਸੋ ਇਸ ਲੈਵਲ ਦਾ ਉੱਤੇ ਔਰ ਅੱਜ ਵੀ ਇੰਡੀਆ ਦੀ ਪਾਰਲੀਮੈਂਟ, ਵਾਇਸਰਾਏ ਹਾਊਸ, ਦੂਜੇ ਤੀਜੇ ਸਾਰੀ ਨਿਊ ਦਿੱਲੀ ਜਿਹੜੀ ਹੈ ਉਹ ਅੰਗਰੇਜ਼ਾਂ ਦੀ ਬਣਾਈ ਹੋਈ ਹੈ। ਹੁਣ ਜੇ 1930-31 ਤੱਕ ਪਹੁੰਚਦੇ ਆ ਉਹ ਸਾਰੀ ਮੁਕੰਮਲ ਹੁੰਦਾ ਤੇ ਉਹਨਾਂ ਨੇ ਉਹ ਇਸ ਲਈ ਤਾਂ ਨਹੀਂ ਸੀ ਬਣਾਈ ਵੀ 17 ਸਾਲਾਂ ਬਾਅਦ ਉਹਨਾਂ ਨੇ ਛੱਡ ਕੇ ਚਲੇ ਜਾਣਾ ਮੁਲਕ, ਕਿਉਂਕਿ ਉਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਜਦੋਂ ਅਸੀਂ ਸੈਕੰਡ ਵਰਲਡ ਵਾਰ ਦੇਖਦੇ ਹਾਂ 1930 ਚ ਨਾਜ਼ੀਆਂ ਦਾ ਉਭਾਰ ਹੁੰਦਾ ਹੈ, ਇੱਧਰ ਮੁਸੋਲਿਨੀ ਉੱਭਰਦਾ ਹੈ, ਨਵੀਂ ਪੋਲਰਾਈਜੇਸ਼ਨ, ਕਿਉਂਕਿ ਪਹਿਲੀ ਵਰਲਡ ਵਾਰ ਵੀ ਯੂਰਪ 'ਚ ਹੀ ਹੋਈ ਸੀ ਔਰ ਉਹੀ ਉਹਨਾਂ ਨੇ ਹੈਡ ਕੀਤੀ ਸੀ, ਭਾਵੇਂ ਹੋਈ ਤਾਂ ਦੁਨੀਆ ਭਰ 'ਚ ਹੀ ਇਹਨਾਂ ਕਲੋਨੀਅਲ ਪਾਵਰਸ ਨੇ ਕੀਤੀ। ਹੁਣ 1945 ਦੇ ਵਿੱਚ ਦੂਸਰਾ ਸੰਸਾਰ ਜੰਗ ਖਤਮ ਹੁੰਦਾ ਔਰ ਖਤਮ ਹੋਣ ਦੇ ਨਾਲ ਹੀ ਬੇਸ਼ੱਕ ਬ੍ਰਿਟਿਸ਼, ਰਸ਼ੀਆ, ਅਮਰੀਕਾ ਇਹਨਾਂ ਦਾ ਅਲਾਇੰਸ ਜਿੱਤਦਾ, ਪਰ ਬ੍ਰਿਟਿਸ਼ ਇੰਨੇ ਕੁ ਕਰਜ਼ਾਈ ਹੋ ਜਾਂਦੇ ਨੇ ਕਿ ਉਹਨਾਂ ਦੇ ਲਈ ਹੁਣ ਜਿਹੜੀਆਂ ਉਹਨਾਂ ਨੇ ਕਾਲੋਨੀਜ਼ ਹੋਲਡ ਕੀਤੀਆਂ ਹੋਈਆਂ ਉਹਨਾਂ ਨੂੰ ਗਵਰਨ ਕਰਨਾ, ਉਹਨਾਂ ਦੀ ਐਬਸੋਲੂਟ ਲਾਇਲਟੀ, ਉਹ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਹੁਣ ਨਹੀਂ ਹੋ ਸਕਣਾ। ਔਰ ਅਗਲੇ 12-14 ਸਾਲਾਂ ਦੇ ਵਿੱਚ ਔਰ ਮੈਂ ਇਹ ਇਸ ਲਈ ਕਹਿ ਰਿਹਾ ਕਿ 75 ਸਾਲਾਂ ਦੇ ਮੌਕੇ ਲੈ ਕੇ ਆਜ਼ਾਦ ਹੋਣ ਕਰਾਉਣ ਲਈ ਗਾਂਧੀ, ਨਹਿਰੂ, ਪਟੇਲ, ਵਿੱਚ ਹੀ ਸਾਵਰਕਰ, ਵਿੱਚ ਹੀ RSS ਜਿਹੜੇ ਮਾਫੀਆਂ ਮੰਗਦੇ ਰਹੇ, ਉਹਨਾਂ ਨੂੰ ਕ੍ਰੈਡਿਟ ਦਿੱਤਾ ਜਾ ਰਿਹਾ। ਅਸੀਂ ਸਮਝਦੇ ਹਾਂ ਕਿ ਜੇ ਕ੍ਰੈਡਿਟ ਕਿਸੇ ਨੂੰ ਜਾਂਦਾ ਹੈ ਕਿ ਵੀ ਪਹਿਲਾਂ ਤਾਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਗਲੇ 15 ਸਾਲ 'ਚ ਲਗਭਗ 60 ਦੇ ਕਰੀਬ ਜਿਹੜੇ ਬਸਤੀਆਂ ਸੀ ਉਹ ਆਜ਼ਾਦ, ਆ ਹੁਣੇ ਹੀ ਕਾਮਨਵੈਲਥ ਗੇਮਸ ਬਰਮਿੰਗਮ 'ਚ ਹੋਈਆਂ ਨੇ, 60 ਤੋਂ ਜ਼ਿਆਦਾ ਜਿਹੜੇ ਮੁਲਕ ਨੇ। ਹੁਣ ਕਾਮਨਵੈਲਥ ਕੀ ਹੈ? ਉਹੀ ਜਿਹਦੇ ਤੇ ਬ੍ਰਿਟਨ ਨੇ ਰਾਜ ਕੀਤਾ ਔਰ ਇਹ ਉਹਨਾਂ ਦੀ ਮਜਬੂਰੀ ਬਣੀ ਕਿ ਉਹਨਾਂ ਨੇ ਉਸ ਨੂੰ ਛੱਡਣਾ। ਪਹਿਲੀ ਗੱਲ ਇਹ ਸਮਝਣ ਦਾ ਕਿ ਕਿਸੇ ਆਜ਼ਾਦੀ ਲਹਿਰ ਦੀ ਬਦੌਲਤ ਨਹੀਂ ਹੈ। ਹੁਣ ਜਦੋਂ ਜਿਹੜੇ ਤਾਂ ਸਿਆਣੀ ਲੀਡਰਸ਼ਿਪ ਸੀ ਕਾਇਦੇ ਆਜ਼ਮ ਵਰਗੀ, ਜਾਂ ਈਵਨ ਜੇ ਹਿੰਦੂ ਪਰਸਪੈਕਟਿਵ ਤੋਂ ਦੇਖੀਏ ਤੇ ਗਾਂਧੀ ਔਰ ਨਹਿਰੂ ਵਰਗੀ, ਹਾਲਾਂ ਗਾਂਧੀ ਨੇ ਤਾਂ ਈਵਨ ਇਸ ਤੋਂ ਵੀ ਜ਼ਿਆਦਾ ਚਲਾਕੀ ਕੀਤੀ। ਉਹਨੇ ਤਾਂ ਸੈਕੰਡ ਵਰਲਡ ਵਾਰ ਜਦੋਂ ਸ਼ੁਰੂ ਹੁੰਦੀ ਹੈ 1939 ਚ, 1942 ਦੇ ਵਿੱਚ ਉਹ ਮੂਵਮੈਂਟ ਸ਼ੁਰੂ ਕਰਦਾ ਹੈ ਅੰਗਰੇਜ਼ੋ ਭਾਰਤ ਛੱਡੋ, ਕੁਇਟ ਇੰਡੀਆ ਮੂਵਮੈਂਟ ਜਿਹਨੂੰ ਕਿਹਾ ਜਾਂਦਾ ਹੈ, ਪ੍ਰੈਸ਼ਰ ਬਣਾਉਣ ਦੇ ਲਈ। ਹਾਲਾਂਕਿ ਉਦੋਂ ਕਿ ਇਹਨਾਂ ਨੂੰ ਲੱਗਦਾ ਸੀ ਕਿ ਵੀ ਜਿਹੜੇ ਵਰਲਡ ਵਾਰ ਦੇ ਨਤੀਜੇ ਨੇ ਉਹਦੇ 'ਚ ਅੰਗਰੇਜ਼ ਡਿਫੀਟ ਹੋਣਗੇ। ਇਹੀ ਕਾਰਨ ਹੈ ਕਿ ਸੁਭਾਸ਼ ਚੰਦਰ ਬੋਸ ਜਾ ਕੇ ਹੈਂਡ ਜੁਆਇਨ ਕਰਦਾ ਹੈ ਜਾਪਾਨ ਔਰ ਜਰਮਨੀ ਦੇ ਨਾਲ, ਉਸੇ ਹੀ ਹਿਟਲਰ ਦੇ ਨਾਲ, ਉਸੇ ਹੀ ਮੁਸੋਲਿਨੀ ਦੇ ਨਾਲ। ਉਹਨੂੰ ਫਿਰ ਵੀ ਉਹ ਹੀਰੋ ਹੀ ਹੈ। ਇੱਕ ਪਾਸੇ ਤੁਸੀਂ ਨਾਜ਼ੀਆਂ ਨੂੰ ਕੰਡੈਮ ਵੀ ਕਰੋ, ਪਰ ਜਿਨ੍ਹਾਂ ਨਾਲ ਜਾ ਕੇ ਤੁਸੀਂ ਹੈਂਡ ਜੁਆਇਨ ਕੀਤੇ, ਕਿਉਂਕਿ ਉਹਨਾਂ ਨੇ ਦੋਨੋਂ ਪੱਖ ਰੱਖੇ ਕਿ ਵਿਦਨ ਕੰਟਰੀ ਅੰਗਰੇਜ਼ਾਂ ਤੇ ਪ੍ਰੈਸ਼ਰ ਬਿਲਡ ਕਰੋ ਤੇ ਬਾਹਰ ਜੇ ਇਹ ਹੋ ਜਾਏ ਤੇ ਫਿਰ ਕਹੋ ਜੀ ਲੋ ਅਸੀਂ ਜਿੱਤ ਗਏ। ਇਸੇ ਲਈ ਜਾਪਾਨੀ ਫੌਜ ਬਰਮਾ ਤੱਕ ਪਹੁੰਚਦੀ ਹੈ, ਅੰਡੇਮਾਨ ਨਿਕੋਬਾਰ ਕਾਲੇ ਪਾਣੀ ਤੇ ਉਹਨਾਂ ਦਾ ਕਬਜ਼ਾ ਹੁੰਦਾ ਹੈ, ਕਲਕੱਤੇ ਦੇ ਉੱਤੇ ਬੰਬ ਪੈ ਰਹੇ ਸੀ, ਇਸ ਕਿਸਮ ਦਾ ਮਾਹੌਲ। ਹੁਣ ਜਿਉਂ ਹੀ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ, ਬ੍ਰਿਟੇਨ ਦੇ ਵਿੱਚ ਇਹੀ ਨਹੀਂ ਕਿ ਵੀ ਉਹ ਬੈਂਕਰਪਸੀ ਵੱਲ ਖੁਦ ਜਾ ਰਹੇ ਨੇ, ਈਵਨ ਚੇਂਜ ਆਫ ਰਜੀਮ ਵੀ ਹੁੰਦਾ ਹੈ। UK ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵਿੰਸਟਨ ਚਰਚਲ ਦੀ ਉਹਦੀ ਹਾਰ ਹੁੰਦੀ ਹੈ ਔਰ ਕਲੀਮੈਂਟ ਐਟਲੀ ਜਿਹੜਾ ਹੈ ਉਹਦੀ ਕਮਾਂਡ ਦੇ ਵਿੱਚ ਲੇਬਰ ਪਾਰਟੀ ਆ, ਉਹਨਾਂ ਦੀ ਹਕੂਮਤ ਬਣਦੀ ਹੈ। ਔਰ ਉਸ ਪੀਰੀਅਡ ਦੇ ਵਿੱਚ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਚਰਚਲ ਨੇ ਜਿਹੜਾ ਫਰੀडम ਇੰਡੀਆ ਨੂੰ ਦੇਣ ਦੇ ਉੱਤੇ ਕੀ ਕਿਹਾ, ਉਹ ਅੱਜ ਦਾ ਵਿਸ਼ਾ ਨਹੀਂ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੇਬਰ ਪਾਰਟੀ ਦੀ ਹਕੂਮਤ ਜਿਹੜੀ ਹੈ ਉਹ ਫਰੀडम ਆਫ ਇੰਡੀਆ ਐਕਟ ਲਿਆਂਦੀ ਹੈ
ਔਰ ਉਹਦੇ ਵਿੱਚ ਭਾਰਤ ਨੂੰ ਆਜ਼ਾਦੀ ਦੇਣ ਦੀ ਗੱਲ ਔਰ ਦੋ ਹਿੱਸਿਆਂ 'ਚ ਵੰਡਣ ਦੀ ਜਿਹੜਾ ਪਾਰਟੀਸ਼ਨ ਦਾ। ਔਰ ਉਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਜਦੋਂ ਇਹ ਰਿਅਲਾਈਜ਼ ਕਰ ਲਿਆ ਕਿ ਭਾਈ ਉਹਨਾਂ ਨੇ ਥੋੜਾ ਹੌਲੀ ਹੌਲੀ ਆਪਣਾ ਜੱਫਾ ਛੱਡਣਾ, ਤੇ ਇੱਕ ਵੱਖਰੀ ਕਹਾਣੀ ਹੈ ਕਿ ਉਹ ਸਰ ਕ੍ਰਿਪਸ ਮਿਸ਼ਨ ਹੋਏ, ਉਹ ਕੈਬਨਿਟ ਮਿਸ਼ਨ ਹੋਏ, ਉਹਦੇ ਰਾਹੀਂ ਉਹਨਾਂ ਨੇ ਇਹ ਜੱਜ ਕਰਨਾ ਚਾਹਿਆ ਔਰ ਉਹਨਾਂ ਦਾ ਇਹ ਕਿਤੇ ਨਾ ਕਿਤੇ ਸੀ ਕਿ ਵੀ ਜੇ ਸਾਂਝੇ ਭਾਰਤ ਰਹੇ ਤਾਂ ਉਹਦੇ 'ਚ ਕਿਸ ਤਰੀਕੇ ਦੇ ਨਾਲ ਜਿਹੜਾ ਕੀ ਸਿਸਟਮ ਕੀਤਾ ਜਾ ਸਕਦਾ ਹੈ। ਕੈਬਨਿਟ ਮਿਸ਼ਨ ਔਰ ਕ੍ਰਿਪਸ ਮਿਸ਼ਨ ਉਸ ਪਾਸੇ ਦੇ ਵੱਲ ਹੀ ਉਹਨਾਂ ਦੇ ਯਤਨ ਸੀ। ਇਹ ਵੀ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਕਾਂਗਰਸ ਨੇ ਔਰ ਗਾਂਧੀ, ਨਹਿਰੂ, ਪਟੇਲ ਔਰ ਇਹਨਾਂ ਸਾਰਿਆਂ ਨੇ ਉਹਨਾਂ ਮਿਸ਼ਨਸ ਦਾ ਕਿਤੇ ਬਾਈਕਾਟ ਕੀਤਾ, ਕਿਤੇ ਉਹਨਾਂ ਦੀ ਜਿਹੜਾ ਜੋ ਵੀ ਉਹਨਾਂ ਦਾ ਕਨਕਲੂਜਨ ਸੀ ਉਹਨੂੰ ਮੰਨਣ ਤੋਂ ਨਾ ਕੀਤੀ। ਔਰ ਅਲਟੀਮੇਟਲੀ ਜਿਸ ਨੇ ਇੱਕ ਗਰਾਊਂਡ ਤਿਆਰ ਕੀਤੀ ਕਿ ਕਾਇਦੇ ਆਜ਼ਮ ਬੇਸ਼ੱਕ 23 ਮਾਰਚ 1940 ਨੂੰ ਲਾਹੌਰ ਡੈਕਲੇਰੇਸ਼ਨ ਹੋਈ, ਪਰ ਤੁਸੀਂ ਲਾਹੌਰ ਡੈਕਲੇਰੇਸ਼ਨ ਦੇਖੋਗੇ ਉਹਦੇ 'ਚ ਪਾਕਿਸਤਾਨ ਲਫ਼ਜ਼ ਨਹੀਂ ਹੈ, ਕਿਉਂਕਿ ਕਾਇਦੇ ਆਜ਼ਮ ਟਰੂਲੀ ਇੱਕ ਸੈਕੂਲਰ ਹੋਣ ਦੇ ਨਾਤੇ ਉਹ ਦੇਖ ਰਹੇ ਸੀ ਕਿ ਕੋਈ ਐਸਾ ਸਿਸਟਮ ਜਿਹਦੇ 'ਚ ਮੁਸਲਮਾਨ ਮੈਜੋਰਿਟੀ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੇ ਵਿੱਚ ਮੁਸਲਮਾਨਾਂ ਦਾ ਭਵਿੱਖ ਸੁਰੱਖਿਅਤ ਹੋਏ, ਉਹਨਾਂ ਦੇ ਕੋਲ ਜਿਹੜੀ ਲੈਜਿਸਲੇਚਰ ਪਾਵਰ ਹੋਏ, ਪਰ ਓਵਰਆਲ ਜਿਹੜੇ ਦੂਸਰੇ 'ਚ ਰਹਿਣਗੇ ਨਾਨ ਮੁਸਲਮ ਮੈਜੋਰਿਟੀ ਜਿਹੜੇ ਪ੍ਰੋਵਿੰਸ ਨੇ ਉਹਨਾਂ 'ਚ ਵੀ ਮੁਸਲਮ ਮਹਿਫੂਜ਼ ਹੋਣ। ਲੇਕਿਨ ਉਹਨਾਂ ਦੇ ਹਰ ਅਟੈਂਪਟ ਨੂੰ ਗਾਂਧੀ ਔਰ ਨਹਿਰੂ ਵਿਚਲਾ ਜਿਹੜਾ ਸੈਕੂਲਰਿਜ਼ਮ ਦੇ ਲਬਾਦੇ 'ਚ ਲੁਕਿਆ ਇੱਕ ਕਮਿਊਨਲ ਪਾਰਟ ਸੀ, ਉਹਨੇ ਜਿਹੜਾ ਉਹ ਫੇਲ ਕੀਤਾ ਔਰ ਅਲਟੀਮੇਟਲੀ ਉਹ ਇਸ ਨਤੀਜੇ ਤੇ ਹੀ ਪਹੁੰਚੇ ਕਿ ਭਾਈ ਜੇ ਅੱਜ ਅੰਗਰੇਜ਼ ਇੱਥੇ ਬੈਠੇ ਨੇ ਔਰ ਉਸ ਦੇ ਵਿੱਚ ਇੱਕ ਵੱਡਾ ਆਰਗੂਮੈਂਟ ਹੁੰਦਾ ਹੈ ਕਿ ਲੈਜਿਸਲੇਚਰ ਅਸੈਂਬਲੀ 'ਚ A ਜ਼ੋਨ B ਜ਼ੋਨ ਦੋ ਕਿਸਮ ਦੇ ਸੂਬੇ ਬਣਨ ਔਰ ਉਹਨਾਂ ਦੇ ਕੋਲ ਆਈਨੀ ਹੱਕ ਹੋਣ, ਪਰ ਨਹਿਰੂ ਇਸ ਗੱਲ ਦੇ ਉੱਤੇ ਅੜਿਆ ਸੀ ਕਿ ਜਿਹੜੀ ਕਾਂਸਟੀਟਿਊਐਂਟ ਅਸੈਂਬਲੀ ਬਣੀ ਹੈ ਉਸ ਦੇ ਵਿੱਚ ਫੈਸਲਾ ਮੈਜੋਰਿਟੀ ਦੇ ਆਧਾਰ ਦੇ ਉੱਤੇ ਹੋਏਗਾ। ਸੋ ਜ਼ਾਹਰ ਹੈ ਕਿ ਇਹਦੇ ਵਿੱਚ ਲੁਕਿਆ ਹੋਇਆ ਹਿੰਦੂ ਮੈਜੋਰਿਟੀ ਦੀ ਡੋਮੀਨੈਂਸ ਦੇ ਥੱਲੇ ਮੁਸਲਮਾਨਾਂ ਨੂੰ ਰਹਿਣਾ ਪਏਗਾ, ਇਹ ਉਹਦਾ ਮੈਸੇਜ ਸੀ। ਔਰ ਉਹਨਾਂ ਨੇ ਬਿਲਕੁਲ ਠੀਕ ਸਮਝਿਆ ਕਾਇਦੇ ਆਜ਼ਮ ਨੇ ਗਾਂਧੀ ਔਰ ਨਹਿਰੂ ਵਿਚਲਾ ਲੁਕਿਆ ਹੋਇਆ ਉਹਨਾਂ ਦੇ ਅੰਦਰ ਜਿਹੜਾ ਫਿਰਕੂ ਹਿੰਦੂ ਸੀ। ਇਸ ਲਈ ਇਹ ਕਾਇਦੇ ਆਜ਼ਮ ਦੇ ਅਲਫਾਜ਼ ਨੇ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਔਰ ਇਵੈਂਚੁਅਲੀ ਉਹ ਪਾਕਿਸਤਾਨ ਦੇ ਲਈ ਅੜੇ ਔਰ ਪਾਕਿਸਤਾਨ ਉਹਨਾਂ ਨੇ ਹਾਸਿਲ ਕੀਤਾ। ਹੁਣ ਇਸ ਦੇ ਵਿੱਚ ਅੱਜ ਜੇ ਕਿਤਾਬਾਂ ਗਿਣਾਣੀਆਂ ਹੋਣ ਤਾਂ ਮੈਂ ਸਮਝਦਾ ਵੀ ਦਰਜਨਾਂ ਦੀ ਉਹ ਫਰਿਸ਼ ਦਿੱਤੀ ਜਾ ਸਕਦੀ ਹੈ ਜਿਹਦੇ 'ਚ ਹਿੰਦੂ ਆਥਰਸ ਨੇ, ਜਿਨ੍ਹਾਂ ਜਸਵੰਤ ਸਿੰਘ ਵਾਜਪਾਈ ਸਰਕਾਰ ਦਾ ਆਪਣਾ ਮਿਨਿਸਟਰ ਜਿਹਨੇ ਉਸ ਪੀਰੀਅਡ ਦੇ ਡਾਕੂਮੈਂਟਸ ਨੂੰ ਘੋਖ ਕੇ ਕਿਹਾ ਕਿ ਕਾਇਦੇ ਆਜ਼ਮ ਸੈਕੂਲਰ ਸੀ ਔਰ ਉਹ ਸਿੰਸੈਰਿਟੀ ਦੇ ਨਾਲ ਕੰਮ ਕਰ ਰਹੇ ਸੀ, ਲੇਕਿਨ ਬਣਾਉਣ ਦੇ ਲਈ ਮੁਲਕ ਦੀ ਵੰਡ ਦੇ ਲਈ ਗਾਂਧੀ ਔਰ ਨਹਿਰੂ ਜ਼ਿੰਮੇਵਾਰ ਨੇ। ਪਟੇਲ ਦਾ ਨਾਂ ਵੀ ਵਿੱਚ ਆਉਂਦਾ ਹੈ। ਈਵਨ LK ਅਡਵਾਨੀ ਵਰਗਾ ਬੰਦਾ ਜਿਹਦਾ ਬਾਅਦ 'ਚ ਅੱਜ ਜਿਉਂਦਾ ਹੈ, ਉਹਦਾ ਫਿਊਚਰ ਖਤਮ ਹੋਇਆ ਕਿਉਂਕਿ ਉਹਨੇ ਵੀ ਇਹੀ ਕਨਕਲੂਜਨ ਕੱਢਿਆ। ਪਰ ਇਹ ਤਾਂ ਜੇ ਅਸੀਂ ਮੌਕੇ ਦੀ ਪੋਲੀਟੀਕਲ ਲੀਡਰਸ਼ਿਪ ਦੀ ਗੱਲ ਕਰ ਰਹੇ ਹਾਂ, ਪਰ ਈਵਨ ਦੋ ਨੇਸ਼ਨਸ ਦਾ ਕਾਨਸੈਪਟ ਜੇ ਅਸੀਂ ਉਹਨੂੰ ਹਿਸਟੋਰੀਕਲੀ ਜਾਂ ਫਿਲਸੋਫੀਕਲੀ ਦੇਖੀਏ, ਉਹ ਸਭ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਨੇ ਦਿੱਤਾ ਔਰ ਇਸ ਨੂੰ ਪੋਲੀਟੀਕਲ ਈਡੀਐਮ 'ਚ ਹਿੰਦੂ ਮਹਾਸਭਾ ਦੇ ਰੂਪ ਦੇ ਵਿੱਚ ਜਿਹੜਾ ਇੰਪਲੀਮੈਂਟੇਸ਼ਨ ਵੱਲ ਤੋਰਿਆ ਉਹ ਸਾਵਰਕਰ ਨੇ ਤੋਰਿਆ, ਜਿਹੜਾ ਸਾਵਰਕਰ ਹਿੰਦੂਤਵਾ ਦਾ ਪਿਓ ਹੈ। ਔਰ ਦੂਸਰੇ ਪਾਸੇ ਗੋਲਵਲਕਰ ਔਰ ਦੂਸਰੇ ਜਿਨ੍ਹਾਂ ਨੇ ਨਾਜ਼ੀ ਔਰ ਮੁਸੋਲਿਨੀ ਤੋਂ ਇੰਸਪੀਰੇਸ਼ਨ ਲਈ ਔਰ ਉਹਨਾਂ ਨੇ ਮੁਸਲਮਾਨਾਂ ਦੀ ਔਰ ਈਸਾਈਆਂ ਦੀ ਐਥਨਿਕ ਕਲੀਨਜ਼ਿੰਗ ਕਰਨ ਦੀ ਲਾਈਨ ਦਿੱਤੀ ਔਰ ਉਸ ਨੂੰ ਹੀ ਉਹਨਾਂ ਨੇ ਇੰਪਲੀਮੈਂਟ ਵੀ ਕੀਤਾ ਇਸ ਪਾਸੇ। ਸੋ ਇਹ ਇੱਕ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਤੋਂ ਪਹਿਲਾਂ ਕਿ ਈਵਨ ਕਾਇਦੇ ਆਜ਼ਮ ਨੇ ਤਾਂ 23 ਮਾਰਚ 1940 ਦੀ ਲਾਹੌਰ ਡੈਕਲੇਰੇਸ਼ਨ ਹੈ, ਲੇਕਿਨ ਤੁਸੀਂ ਸਾਵਰਕਰ ਔਰ ਲਾਜਪਤ ਰਾਏ ਦਾ ਜਦੋਂ ਥਾਟ ਦੇਖਦੇ ਹੋ ਤੇ ਆਲਰੇਡੀ ਮੁਲਕ ਦੀ ਵੰਡ ਦੀ ਲਾਈਨ ਉਹਨਾਂ ਨੇ ਦੇ ਦਿੱਤੀ ਸੀ। ਹੁਣ ਸਾਡਾ ਸਵਾਲ ਇੱਥੇ ਇਹ ਹੈ ਕਿ ਕੀ ਮੁਲਕ ਵੀ ਵੱਖਰੇ ਬਣਦੇ, ਜਿੰਨਾ ਕਤਲੋਗਾਤ 1.5 ਕਰੋੜ ਦੇ ਕਰੀਬ ਲੋਕ ਜਿਹੜੇ ਬੇਘਰੇ ਹੋਏ ਔਰ 10 ਤੋਂ 15 ਲੱਖ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ, ਕੀ ਇਹ ਟ੍ਰਾਂਸਫਰ ਆਫ ਪੋਪੂਲੇਸ਼ਨ ਦਾ ਬਟਵਾਰਾ ਪੀਸਫੁਲੀ ਨਹੀਂ ਸੀ ਹੋ ਸਕਦਾ? ਕੀ ਪ੍ਰਾਪਰਟੀ ਵੀ ਪੀਸਫੁਲੀ ਨਹੀਂ ਸੀ ਹੋ ਸਕਦੀ? ਔਰ ਜੇ ਅਸੀਂ ਉਹਦੀ ਇੱਕ ਉਦਾਹਰਣ ਦੇਖੀਏ, ਫਸਟ ਵਰਲਡ ਵਾਰ ਦੇ ਐਂਡ ਤੇ ਜਿਵੇਂ ਟਰਕੀ ਔਰ ਗ੍ਰੀਸ ਨੇ ਸਮਝੌਤਾ ਕੀਤਾ, ਹਾਲਾਂਕਿ ਸਾਈਪਰਸ ਅੱਜ ਵੀ ਇੱਕ ਬੋਨ ਆਫ ਕੰਟੈਂਸ਼ਨ ਹੈ, ਉਹਦੇ 'ਚ ਇਵੇਂ ਹੀ ਪ੍ਰਾਪਰਟੀਜ਼ ਵੀ ਪੀਸਫੁਲੀ ਟ੍ਰਾਂਸਫਰ ਹੋਈਆਂ,
ਪੋਪੂਲੇਸ਼ਨ ਵੀ ਹੋਈ। ਉਹਦੇ 'ਚ ਸਭ ਤੋਂ ਵੱਡੇ ਮੈਂ ਸਮਝਦਾ ਜੇ ਦੋਸ਼ੀ ਨੇ ਤੇ ਉਹ ਅੰਗਰੇਜ਼ ਨੇ, ਕਿਉਂਕਿ ਬ੍ਰਿਟਨ ਜਿਨ੍ਹਾਂ ਨੇ ਜਿਸ ਕਾਹਲੀ ਨਾਲ, ਔਰ ਜਿਹੜਾ ਇਨੀਸ਼ੀਅਲ ਇਹਨਾਂ ਦਾ ਫਰੀडम ਆਫ ਇੰਡੀਆ ਐਕਟ ਦੇ ਥੱਲੇ ਸੀ, ਸਤੰਬਰ 1948 ਤੱਕ ਇਹ ਜਿਹੜੀ ਹੈ ਦੇਸ਼ ਮੁਲਕ ਵੰਡ ਹੋਣੀ ਸੀ। ਮਾਊਂਟ ਬੈਟਨ ਨੂੰ ਜਦੋਂ ਭੇਜਿਆ ਗਿਆ ਗਵਰਨਰ ਜਨਰਲ ਬਣਾ ਕੇ, ਇਹ ਮਾਊਂਟ ਬੈਟਨ ਨੇ ਕਾਹਲੀ ਪਾਈ ਕਿ ਜੀ ਫੌਰਨ, ਔਰ ਜਿਹਨੂੰ ਸੱਦਿਆ ਕਿ ਵੀ ਉਹਨੇ ਵੰਡ ਦੀ ਲੀਕ ਖਿੱਚਣੀ ਹੈ, ਰੈੱਡ ਕਲਿਫ ਵੱਡਾ ਵਕੀਲ ਸੀ, ਪਰ ਉਹ ਪਹਿਲਾਂ ਕਦੇ ਭਾਰਤ ਨਹੀਂ ਸੀ ਆਇਆ, ਨਾ ਉਹ ਇਲਾਕੇ ਦੀ ਲੋਕਾਂ ਦੀ ਤਰਬੀਅਤ ਜਾਂ ਸੈਂਸਿਟੀਵਿਟੀਜ਼ ਤੋਂ ਵਾਕਿਫ ਸੀ। ਉਹਨੇ ਜਿਸ ਅੰਦਾਜ਼ ਦੇ ਵਿੱਚ ਉਹਨੇ 1941 ਦੀ ਮਰਦਮਸ਼ੁਮਾਰੀ ਕੱਢੀ, ਔਰ ਜਿਸ ਨਾ ਉਹ ਉਸ ਖਿੱਤੇ ਤੋਂ ਵਾਕਿਫ ਸੀ, ਜਿਵੇਂ ਉਹਨੇ ਲਾਈਨ ਖਿੱਚੀ, ਔਰ ਨਤੀਜਾ ਜਿਹੜੀ ਡਿਵੀਜ਼ਨ ਸਤੰਬਰ 1948 ਦੇ ਵਿੱਚ ਹੋਣੀ ਸੀ, ਉਹ ਅਗਸਤ 1947 ਦੇ ਵਿੱਚ ਜਿਹੜੀ ਹੈ ਉਹ ਕਰ ਦਿੱਤੀ ਗਈ। ਔਰ ਲੋਕਾਂ ਨੂੰ ਨਾ ਉਹ ਜ਼ਹਿਨੀ ਤੌਰ ਤੇ ਤਿਆਰ, ਨਾ ਮਾਨਸਿਕ ਤੌਰ ਤੇ ਤਿਆਰ। ਜੇ ਇਹੀ ਪ੍ਰੋਪਰ ਸਪਟੈਂਬਰ 48 ਤੱਕ ਜਾ ਕੇ ਡਿਵੀਜ਼ਨ ਹੁੰਦੇ, ਔਰ ਇਸ ਸਬਜੈਕਟ 'ਚ ਅਸੀਂ ਇਹ ਡਿਸਕਸ ਨਹੀਂ ਕਰ ਰਹੇ ਕਿ ਸਿੱਖ ਲੀਡਰਸ਼ਿਪ ਨੇ ਕਿਵੇਂ ਅਹਿਮਕਾਨਾ ਤੌਰ ਦੇ ਉੱਤੇ ਆਪਣੀ ਕਿਸਮਤ ਕਾਂਗਰਸ ਨਾਲ ਜੋੜੀ, ਜਾਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਲੈਣ ਦੀ ਆਪਸ਼ਨ, ਜਾਂ ਕਾਇਦੇ ਆਜ਼ਮ ਦੀ ਆਪਸ਼ਨ ਉਸ ਪਾਰਟ ਦੀ ਪਾਕਿਸਤਾਨ ਦੇ ਨਾਲ ਇੱਕ ਫੈਡਰਲ ਸਿਸਟਮ ਵਾਂਗ ਸਮਝੌਤਾ ਕਰਨ ਦੀ, ਜਾਂ ਈਵਨ ਨਹਿਰੂ ਗਾਂਧੀ ਦੇ ਨਾਲ ਕੋਈ ਵੀ ਲਿਖਤੀ ਪੜਤੀ ਕੁਛ ਨਾ ਕਰਨ ਦੀ। ਇਹ ਵਿਸ਼ਾ ਨਹੀਂ ਹੈ। ਵਿਸ਼ਾ ਇਹੀ ਹੈ ਕਿ ਕੀ ਇਹ ਬਲੱਡੀ ਪਾਰਟ ਜਿਹੜਾ ਖੂਨ ਖਰਾਬਾ ਹੁੰਦਾ ਹੈ, 15 ਲੱਖ ਲੋਕ ਮਰਦੇ ਨੇ, 1.5 ਕਰੋੜ ਬੇਘਰੇ ਨੇ, ਕੀ ਇਹ ਰੋਕਿਆ ਜਾ ਸਕਦਾ ਸੀ? ਹਾਂ, ਰੋਕਿਆ ਜਾ ਸਕਦਾ ਸੀ। ਇਸ ਲਈ ਸਭ ਤੋਂ ਵੱਡੇ ਗੁਨਾਹਗਾਰ ਬ੍ਰਿਟਿਸ਼ ਨੇ। ਔਰ ਜਦੋਂ ਕਦੇ ਦੁਨੀਆ ਦੇ ਵਿੱਚ ਕਈ ਚੀਜ਼ਾਂ ਸਦੀਆਂ ਬਾਅਦ ਖੁੱਲ੍ਹਦੀਆਂ ਨੇ, ਮੈਂ ਸਮਝਦਾ ਵੀ ਇਸ ਦੇ ਲਈ ਇਹਨਾਂ ਨੂੰ ਆਨਸਰੇਬਲ ਠਹਿਰਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਹਨਾਂ ਦੇ ਕੋਲ ਹੀ ਸਾਰਿਆਂ ਦੀ ਕਿਸਮਤ ਸੀ। ਇਹ ਰੂਲਰ ਸੀ, ਤੇ ਜਦੋਂ ਇੱਕ ਤਾਕਤ ਨਿਕਲਦੀ ਹੈ, ਉਹਨਾਂ ਨੂੰ ਕਿਸੇ ਨੇ ਜੰਗ ਕਰਕੇ ਤਾਂ ਨਹੀਂ ਕੱਢਿਆ। ਜੇ ਤਾਂ ਬ੍ਰਿਟਨ ਨੂੰ ਜਰਮਨ ਜਾਂ ਜਾਪਾਨ ਦੀਆਂ ਫੌਜਾਂ ਆ ਕੇ ਹਰਾ ਦਿੰਦੀਆਂ ਤੇ ਫਿਰ ਉਹ ਜ਼ਿੰਮੇਵਾਰ ਹੁੰਦੇ। ਜਦੋਂ ਇਹਨਾਂ ਨੇ ਹੀ ਫੈਸਲਾ ਕੀਤਾ ਛੱਡਣਾ ਇਹਨਾਂ ਦਾ ਸੀ। ਔਰ ਤੁਸੀਂ ਦੇਖੋਗੇ ਕਿ ਇਸ ਸਾਰੇ 'ਚ ਇੱਕ ਵੀ ਬ੍ਰਿਟਿਸ਼ ਸੋਲਜਰ ਨਹੀਂ ਮਾਰਿਆ ਗਿਆ। ਉਹਨਾਂ ਨੇ ਬਿਲਕੁਲ ਸੇਫਲੀ ਆਪਣੇ ਆਪ ਨੂੰ, ਉਹਨਾਂ ਦੀ ਕੋਈ ਮੇਮ, ਕੋਈ ਉਹਨਾਂ ਦਾ ਮੇਮਣਾ, ਕੋਈ ਹੋਰ ਤੁਹਾਨੂੰ ਨਹੀਂ ਲੱਗੇਗਾ ਕਿ ਬਈ ਕਿਸੇ ਦਾ ਕੋਈ ਨੁਕਸਾਨ ਹੋਇਆ। ਬਿਲਕੁਲ ਸੇਫਲੀ ਉੱਥੋਂ ਨਿਕਲੇ। ਇੰਟਰਸਟ ਵੀ ਜਿਹੜੇ ਨੇ ਉਹਨਾਂ ਨੇ ਦੋਨਾਂ ਮੁਲਕਾਂ, ਖਾਸ ਤੌਰ ਤੇ ਭਾਰਤ ਦੇ ਨਾਲ, ਇਹ ਇਵੇਂ ਹੀ ਸੀ ਕਿ ਇੱਕ ਬਾਣੀਆ ਜਾਣ ਲੱਗਿਆ ਦੂਜੇ ਬਾਣੀਆਂ ਨੂੰ ਬਹੀਆਂ ਦੇ ਜਾਂਦਾ, ਪਰ ਉਹ ਕਹਿੰਦਾ ਵੀ ਪੁਰਾਣੇ ਬਹੀ ਖਾਤੇ ਦੇ ਮੁਤਾਬਕ ਅਸੀਂ ਐਕਟ ਕਰਦੇ ਰਵਾਂਗੇ। ਔਰ ਮੈਂ ਸਮਝਦਾ ਵੀ ਇਸ ਦੇ ਲਈ ਇਹ ਪਾਰਟੀਸ਼ਨ ਨੂੰ ਲਗਭਗ 1 ਸਾਲ ਪਹਿਲਾਂ ਲੈ ਆਉਣਾ, ਬਿਨਾਂ ਕੋਈ ਤਿਆਰੀ ਕੀਤੇ। ਔਰ ਉਹਨਾਂ ਦੇ ਕੋਲ ਫੌਜ ਆਪਣੀ ਸੀ। ਜੇ ਈਵਨ ਇਸ ਕਿਸਮ ਦੀ ਵਰਸਟ ਜਿਹੜੀ ਸਿਵਲ ਵਾਰ ਵਾਂਗ ਜਿਹੜੀ ਬਣ ਗਈ, ਉਹ ਰਾਈਟਿੰਗ ਤੋਂ ਹੀ ਸ਼ੁਰੂ ਹੋਈ। ਜੇ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿ ਖੂਨ ਹਿੰਦੂ ਦਾ ਡੁੱਲ ਰਿਹਾ, ਕਿ ਸਿੱਖ ਦਾ ਡੁੱਲ ਰਿਹਾ, ਕਿ ਮੁਸਲਮਾਨ ਦਾ ਡੁੱਲ ਰਿਹਾ। ਉਹਨਾਂ ਨੇ ਆਪਣੇ ਹੱਕ ਜਿਹੜੇ ਨੇ ਉਹ ਮਹਿਫੂਜ਼ ਕੀਤੇ। ਔਰ ਇਸ ਦੇ ਲਈ ਜੇ ਕੋਈ ਵਾਹਦ ਤੌਰ ਦੇ ਉੱਤੇ ਜ਼ਿੰਮੇਵਾਰ ਪਾਰਟੀਸ਼ਨ ਤੱਕ ਪਹੁੰਚਾਉਣ ਲਈ ਗਾਂਧੀ, ਨਹਿਰੂ, ਪਟੇਲ, ਔਰ ਉਸ ਤੋਂ ਵੀ ਪਹਿਲਾਂ ਲਾਜਪਤ ਰਾਏ ਔਰ ਸਾਵਰਕਰ ਦੀ ਆਈਡੀਓਲੋਜੀ ਜ਼ਿੰਮੇਵਾਰ ਹੈ। ਔਰ ਪਾਰਟੀਸ਼ਨ ਦੇ ਦੌਰਾਨ ਇਸ ਕਿਸਮ ਦੀ ਖੂਨੀ ਵੰਡ ਜਿਹੜੀ ਹੈ, ਉਸ ਦੇ ਲਈ ਸੋਲਲੀ ਬ੍ਰਿਟਿਸ਼ ਜ਼ਿੰਮੇਵਾਰ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। गुरु प्यारी साध संगत जी, वाहिगुरु जी का खालसा, वाहिगुरु जी की फतेह। आज्ञा पही अकाल की, तभी चलायो पंथ, सब सिखन को हुक्म है, गुरु मान्यो ग्रंथ। धन 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 श्री गुरु ग्रंथ साहब महाराज सच्चे पातशाह जी का पहला प्रकाश दिहाड़ा, जिस दियां खुशियां विच हर साल की तरह ट्राई स्टेट के केंद्रीय स्थान गुरुद्वारा साहब सिख कल्चर सोसाइटी तो जो नगर कीर्तन सजाया जाता है, समुचियां ट्राई स्टेट दियां संगतां, सभावां, सभा सोसाइटियां, पंथक जथेबंदियां दे सहयोग नाल गुरुद्वारा साहब दी समुची प्रबंधक कमेटी वल्लों इस साल नगर कीर्तन 21 अगस्त दिन ऐतवार नूं दिने 12 वजे गुरुद्वारा साहब सिख कल्चर सोसाइटी रिचमंड हिल न्यूयॉर्क तो आरंभ होवेगा। सारियां संगतां नूं बेनती है
ਕਿ ਪਰਿਵਾਰਾਂ ਬੱਚਿਆਂ ਸਮੇਤ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਅਤੇ ਬਖਸ਼ਿਸ਼ਾਂ ਪ੍ਰਾਪਤ ਕਰੋ। ਇਸ ਮਹਾਨ ਨਗਰ ਕੀਰਤਨ ਤੋਂ ਅਗਲੇ ਐਤਵਾਰ 28 ਅਗਸਤ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਵੱਧ ਤੋਂ ਵੱਧ ਖੰਡੇ ਬਾਟੇ ਦੀ ਪੌਲ ਛਕ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਨੇ ਲਾਲ ਕਿਲੇ ਤੋਂ ਬੋਲਦਿਆਂ ਨਾਰੀ ਸ਼ਕਤੀ ਦੀ ਗੱਲ ਕੀਤੀ ਅਤੇ ਔਰਤਾਂ ਨਾਲ ਹੁੰਦੀ ਬਲਦ ਸਲੂਕੀ ਲਈ ਮਗਰਮੱਛ ਦੇ ਜਿਹੜੇ ਅਥਰੂ ਨੇ ਉਹ ਵਗਾਏ। ਸੋ ਅਗਲੇ ਦਿਨ ਗੁਜਰਾਤ ਦੀ ਬੀਜੇਪੀ ਸਰਕਾਰ ਨੇ ਬਿਲਕਸ ਬਾਨੋ ਰੇਪ ਕੇਸ ਲਈ ਉਮਰ ਕੈਦ ਕੱਟ ਰਹੇ 11 ਹਿੰਦੂਤਵੀ ਦੋਸ਼ੀਆਂ ਨੂੰ ਜੇਲ੍ਹ ਚੋਂ ਰਿਹਾ ਕੀਤਾ। ਸੋ ਇਹ ਹੈ ਅਸਲੀ ਚਿਹਰਾ ਮੋਦੀ ਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਜਦੋਂ ਇਹ ਅਖਾਣ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਕਿਹਾ ਜਾਂਦਾ ਹੈ ਤੇ ਫਿਰ ਤੁਹਾਡੇ ਸਾਹਮਣੇ ਬ੍ਰਾਹਮਣਵਾਦ ਦਾ ਅਸਲੀ ਚਿਹਰਾ ਰੀਅਲ ਫੇਸ ਆਉਂਦਾ ਹੈ ਕਿ ਜਿਹੜਾ ਇਹ ਬਹੁਤ ਨਿਵ ਕੇ ਜਿਹੜਾ ਹੈ ਉਹ ਰਾਮ ਰਾਮ ਕਰ ਰਿਹਾ ਤੇ ਇਸ ਦੀ ਜਿਹੜੀ ਛੁਰੀ ਹੈ ਹੁਣ ਇਹ ਚੱਲਣ ਦੀ ਤਿਆਰੀ ਕਰ ਰਹੀ ਜੀ। ਜਦੋਂ ਲਾਲ ਕਿਲੇ ਤੋਂ ਐਡਰੈਸ ਕਰਦੇ ਆ 75ਵੀਂ ਐਨੀਵਰਸਰੀ ਦੇ ਮੌਕੇ ਸੋ ਕਾਲਡ ਅੰਮ੍ਰਿਤ ਮਹੋਤਸਵ, ਮੋਦੀ ਜਿਹਨੇ ਲੰਬਾ ਚੌੜਾ ਪਤਾ ਨਹੀਂ 90 ਮਿੰਟ ਬੋਲਦਾ ਰਿਹਾ ਤੇ ਇੱਕੋ ਹੀ ਮੌਕੇ ਦੇ ਉੱਤੇ ਜਿੱਥੇ ਉਹਨੇ ਰੁਕ ਕੇ ਅੱਖਾਂ 'ਚ ਅਥਰੂ ਵੀ ਸਾਫ਼ ਕੀਤੇ ਤੇ ਉਦੋਂ ਵੀ ਮੈਨੂੰ ਖੜਕ ਰਿਹਾ ਸੀ। ਹਾਲਾਂਕਿ ਕੱਲ ਜਿਹੜੀਆਂ ਉਹਨੇ 5 ਪਲੇਜਸ ਦੇ ਨਾਂ ਥੱਲੇ ਜਿਹੜਾ ਝੂਠ ਪਰੋਸਿਆ ਅਸੀਂ ਉਹਦਾ ਜ਼ਿਕਰ ਕੀਤਾ ਸੀ ਕਿ ਭਾਈ ਉਹਨੂੰ ਅਸੀਂ ਡਾਇਸੈਕਟ ਕੀਤਾ, ਲੇਕਿਨ ਇਹ ਜਿੱਥੇ ਉਹਨੇ ਮਗਰਮੱਛ ਦੇ ਅਥਰੂ ਵਗਾਏ ਔਰ ਕੀਤਾ ਇਹਨੂੰ ਮੈਂ ਟੱਚ ਨਹੀਂ ਸੀ ਕੀਤਾ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਜਿਹੜਾ ਇੰਨਾ ਰੋਇਆ ਮਗਰਮੱਛ ਵਾਂਗੂ ਇਹ ਅਗਲੇ 24 ਘੰਟੇ 'ਚ ਕੁਛ ਨਾ ਕੁਛ ਐਸਾ ਹੋਏਗਾ ਜਿਹਦੇ ਥੱਲੇ ਇਹਨੂੰ ਐਡਰੈਸ ਕਰਨ ਦਾ ਮੈਨੂੰ ਮੌਕਾ ਬਣੇਗਾ। ਔਰ ਬੇਸ਼ੱਕ ਇੱਕ ਦੁਖਾਂਤ ਹੀ ਹੈ ਜੋ ਹੋਇਆ, ਲੇਕਿਨ ਇਸ ਤੋਂ ਪਹਿਲਾਂ ਮੈਂ ਉਹਦੀ ਗੱਲ ਕਰਾਂ ਜਿਹਦੇ 'ਚ ਉਹਨੇ ਨਾਰੀ ਸ਼ਕਤੀ ਦੀ ਗੱਲ ਕੀਤੀ ਔਰ ਉਹਨੇ ਕਿਹਾ ਜੀ ਅਸੀਂ ਔਰਤਾਂ ਦੇ ਨਾਲ ਬਹੁਤ ਬੁਰਾ ਵਿਹਾਰ ਕਰਦੇ ਹਾਂ, ਸਾਡੀ ਬੋਲਬਾਣੀ ਐਸੀ ਹੁੰਦੀ ਹੈ ਅਸੀਂ ਉਸ ਦਾ ਅਹਿਸਾਸ ਹੀ ਨਹੀਂ ਕਰਦੇ ਕਿ ਉਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਔਰ ਇਹ ਪ੍ਰਣ ਕਰੋ ਇਹ ਨਾਰੀ ਸ਼ਕਤੀ ਹੈ, ਇਹ ਫਲਾਣਾ ਹੈ, ਇਹ ਢਿਮਕਾ ਹੈ। ਔਰ ਉਹ ਜਿਵੇਂ ਉਸ ਦੇ ਵਿੱਚ ਔਰਤ ਦੇ ਅਥਰੂ ਉਹਦੇ 'ਚ ਆ ਗਏ ਹੋਣ ਉੱਥੇ ਉਹਨੇ ਪੌਜ਼ ਕੀਤਾ ਔਰ ਉਹਦੀ ਅਗਲੇ 1 ਮਿੰਟ ਦੀ ਆਵਾਜ਼ ਭਾਰੀ ਹੋਈ। ਔਰ ਇਹ ਬੜੇ ਦੇਖੋ ਜਿਹੜੇ ਫਿਲਮਾਂ 'ਚ ਕੰਮ ਕਰਦੇ ਨੇ, ਡਰਾਮਿਆਂ 'ਚ ਕੰਮ ਕਰਦੇ ਨੇ, ਉਹ ਸੱਚੀ ਮੁੱਚੀ ਤੁਹਾਨੂੰ ਰੋਣ ਲਾ ਦਿੰਦੇ ਨੇ। ਉਹ ਤਾਂ ਰੋਣ ਦਾ ਹੀ 2-2 ਕਰੋੜ ਲੈਂਦੇ ਨੇ, ਤੁਸੀਂ ਖਾਮ-ਖਾ ਆਪਣੇ ਅਥਰੂ ਘੇਰ ਰਹੇ ਹੁੰਦੇ ਹੋ। ਐਕਟਿੰਗ ਇਹੀ ਹੁੰਦੀ ਔਰ ਜਿਸ ਕਿਸਮ ਦਾ ਨਟੰਕੀ ਮਾਸਟਰ ਇਹ ਮਰਡਰਰ ਹੈ ਔਰ ਤੁਸੀਂ ਜੇ ਇਹਨੂੰ ਧਿਆਨ ਨਾਲ, ਕਿਉਂਕਿ ਇੱਕ ਵੱਖਰੀ ਕਹਾਣੀ ਹੈ ਕਿ ਜਿਹੜੇ ਲੋਕ ਇਸ ਸਾਈਕੋਲੋਜੀ ਦੇ ਫੀਲਡ ਦੇ ਜਾਂ ਜਿਹੜੇ ਕਿਸੇ ਦਾ ਪ੍ਰੋਫਾਈਲ ਬਣਾਉਂਦੇ ਨੇ ਜਾਂ ਪਰਸਨੈਲਿਟੀਜ਼ ਜਾਂ ਦੂਸਰਿਆਂ ਨੂੰ, ਉਹਨਾਂ ਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਸ਼ਕਲ ਤੋਂ ਕੀ ਨਜ਼ਰ, ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤੇ ਇਸ ਦੀ ਹਾਸੇ ਦੇ ਪਿੱਛੇ ਤੁਹਾਨੂੰ ਕਰੂਰਤਾ ਨਜ਼ਰ ਆ ਰਹੀ ਹੁੰਦੀ ਹੈ, ਇਹਦੇ ਚਿਹਰੇ ਤੋਂ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਜਿਵੇਂ ਇਹ ਇੱਕ ਬੇਈਮਾਨ ਕਿਸਮ ਦਾ, ਲੇਕਿਨ ਉਸ ਨੇ ਆਪਣਾ ਇਸ ਕਿਸਮ ਦਾ ਆਪਣਾ ਮੂੰਹ ਬਣਾਇਆ ਹੁੰਦਾ ਕਿ ਲੱਗਦਾ ਹੈ ਕਿ ਵੀ ਔਰ ਬਹੁਤਿਆਂ ਨੂੰ, ਔਰ ਦੇਖੋ ਲੋਕਾਂ ਦਾ ਵੀ ਇਹ ਇੱਕ ਪਬਲਿਕ ਪਰਸੈਪਸ਼ਨ ਵੀ ਇਹ ਹੁੰਦੀ ਹੈ ਕਿ ਜਿਸ ਕਿਸਮ ਦੀ ਚੀਜ਼ ਵੇਚੀ ਜਾਂਦੀ ਹੈ, ਪਰੋਸੀ ਜਾਂਦੀ ਹੈ, ਉਹ ਜੀ ਲੋਕ ਖਰੀਦਣ ਲੱਗ ਜਾਂਦੇ ਨੇ। ਔਰ ਹਾਲਾਂ ਮਾਰਕੀਟਿੰਗ ਦੇ ਹਵਾਲੇ ਨਾਲ ਫਾਈਨੈਂਸਿਸ ਇਜ਼ ਦਾ ਲਾਸਟ ਥਿੰਗ ਜਿਹਦੀ ਮੈਂ ਕਦੇ ਗੱਲ ਕਰ ਸਕਦਾ ਕਿਉਂਕਿ ਮੇਰੀ ਕੋਈ ਦਿਲਚਸਪੀ ਨਹੀਂ ਹੈ, ਪਰ ਇੱਕ ਗੱਲ ਮੈਨੂੰ ਪਤਾ ਹੈ ਅਕਸਰ ਇੱਕ ਜਿਹੜੇ ਕਿਹਾ ਜਾਂਦਾ ਹੈ ਕਿ ਜੀ ਇਟ ਇਜ਼ ਆਲਵੇਜ਼ ਦਾ ਬਾਇਰਸ ਮਾਰਕੀਟ, ਲੇਕਿਨ ਹਕੀਕਤ ਇਹ ਹੈ ਕਿ ਇਟ ਇਜ਼ ਆਲਵੇਜ਼ ਦਾ ਸੈਲਰਸ ਮਾਰਕੀਟ, ਕਦੇ ਵੀ ਬਾਇਰ ਦੀ ਮਾਰਕੀਟ ਨਹੀਂ ਹੁੰਦੀ। ਸੈਲਰ ਹੀ ਇਸ ਅੰਦਾਜ਼ ਦੇ ਵਿੱਚ ਪਰੋਸਦਾ ਹੈ
ਕਿ ਤੁਹਾਨੂੰ ਲੱਗਦਾ ਵੀ ਤੁਹਾਡੀ ਚੋਇਸ ਹੈ, ਪਰ ਤੁਹਾਡੀ ਹੁੰਦੀ ਨਹੀਂ, ਕਿਉਂਕਿ ਮਾਰਕੀਟ ਸੈਲਰ ਦੀ ਹੈ। ਉਹਨੇ ਉਸ ਅੰਦਾਜ਼ ਦੇ ਵਿੱਚ ਉਸ ਸਾਰੇ ਨੂੰ ਪੋਰਟਰੇ ਕਰਨਾ ਹੈ, ਜਿਹਨੂੰ ਮਰਜ਼ੀ ਉਹ ਵਿਟਾਮਿਨ ਰਿਚ ਬਣਾ ਕੇ ਤੁਹਾਨੂੰ ਪੇਸ਼ ਕਰ ਦੇ, ਜਿਹਨੂੰ ਮਰਜ਼ੀ ਤੁਹਾਨੂੰ ਕਹਿ ਦੇ ਜੀ ਬਹੁਤ ਡੈਲੀਸ਼ੀਅਸ ਫਲਾਣਾ ਉਹਦੇ 'ਚ ਸਵਾਦ ਹੈ, ਤੁਹਾਨੂੰ ਵੀ ਉਹ ਆਉਣ ਲੱਗ ਜਾਏ, ਕਿਉਂਕਿ ਉਹ ਐਵੇਂ ਨਹੀਂ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਐਡਵਰਟਾਈਜ਼ਮੈਂਟਸ ਤੇ ਖਰਚ ਕੀਤੇ ਜਾਂਦੇ। ਸਮਾਈਲਿੰਗ ਬੱਚੀਆਂ ਇੱਧਰ ਉੱਧਰ ਉਹਨਾਂ ਦੇ ਅੱਡ-ਅੱਡ ਰੂਪ ਦਿਖਾ ਕੇ ਉਹਨਾਂ ਨੇ ਆਪਣਾ ਜਿਹੜਾ ਸੌਦਾ ਪ੍ਰਮੋਟ ਕਰਨਾ, ਕਿਉਂਕਿ ਇਟ ਇਜ਼ ਸੈਲਰਸ ਮਾਰਕੀਟ, ਬਾਇਰ ਦੀ ਕਦੇ ਨਹੀਂ ਹੁੰਦੀ। ਤੁਸੀਂ ਤਾਂ ਉਹਦੇ 'ਚ ਸਕਿਨ ਹੁੰਦੇ ਹੋ। ਇਵੇਂ ਹੀ ਜੇ ਸਿਆਸੀ ਅੰਦਾਜ਼ 'ਚ ਤੁਸੀਂ RSS ਔਰ ਇਹਨਾਂ ਦਾ ਸਾਰਾ ਹੀ ਪਾਰਟ ਦੇਖੋ, ਇਹਨਾਂ ਨੇ ਬਹੁਤ ਕੁਛ ਉਹੀ ਜਿਹੜੀ ਸਾਈਕੋਲੋਜੀਕਲ ਗੇਮ ਹੈ ਕਿ ਕਿਹੜੀ ਚੀਜ਼ ਕਿਵੇਂ ਰਿਪੀਟ ਕੀਤੀ ਜਾਏ, ਉਹ ਤਾਂ ਵੈਸੇ ਹੀ ਚਾਣਕਿਆ ਨੇ ਇਹਨਾਂ ਨੂੰ ਦਿੱਤਾ ਹੋਇਆ ਵੀ ਵੱਡਾ ਝੂਠ ਉਹਨੂੰ ਵੀ ਬਾਰ-ਬਾਰ ਰਿਪੀਟ ਕਰੋ, ਜਿਹਨੂੰ ਨੈਗੇਟ ਕਰਨਾ ਹੈ ਉਹਦੇ ਖਿਲਾਫ ਇੰਨੇ ਫਰੰਟ ਖੋਲੋ, ਜਦੋਂ ਲੋੜ ਪਏ ਗਧੇ ਨੂੰ ਪਿਓ ਵੀ ਕਹਿ ਲਓ, ਜੋ ਸਿੱਖਾਂ ਦੇ ਮਾਮਲੇ 'ਚ ਕਰ ਰਹੇ ਨੇ, ਪਰ ਅੰਦਰੋਂ ਅੰਦਰ ਆਪਣੀ ਨੀਤੀ ਜਾਰੀ ਰੱਖੋ, ਲੌਂਗ ਟਰਮ ਮੋਲ ਵੀ ਰੱਖੋ, ਸ਼ਾਰਟ ਟਰਮ ਵੀ ਰੱਖੋ। ਡਰ ਪੈਦਾ ਕਰਨਾ ਹੈ, ਫਿਰ ਕੋਈ ਦੰਗਾ ਕਰਾ ਦਿਓ, ਫਿਰ ਕੋਈ ਜਿਹੜਾ ਅਦਰਵਾਈਜ਼ ਹੈ ਲੋਕ ਕਿਸੇ ਬਾਰੇ ਗੰਭੀਰ ਹੋ ਰਹੇ ਨੇ, ਫਿਰ ਮੁਹਿੰਮ ਸ਼ੁਰੂ ਕਰ ਦਿਓ। ਟੀਕਾ ਅਭਿਆਨ, ਅਸੀਂ ਦੁਨੀਆ ਭਰ ਨੂੰ ਟੀਕੇ ਦੇ ਦਿੱਤੇ, ਮੋਦੀ ਜੀ ਨੇ ਸਾਰੀ ਦੁਨੀਆ ਦੇ ਜਿਹੜੀ ਹੈ ਵੈਕਸੀਨ ਦੇ ਕੇ ਦੁਨੀਆ ਨੂੰ ਜਿਹੜਾ ਕੋਵਿਡ ਤੋਂ ਬਚਾ ਲਿਆ। ਤੇ ਇਸ 'ਚ ਫਿਰ ਲੋਕ ਭੁੱਲ ਜਾਣਗੇ ਕਿ ਵੀ 43 ਲੱਖ ਲੋਕ ਤਾਂ ਤੁਹਾਡੇ ਮਰੇ ਨੇ, ਹਰ ਤੀਸਰਾ ਬੰਦਾ ਹੈ ਜਿਹੜਾ ਕੋਵਿਡ-19 ਜੇ ਇੰਨੇ ਹੀ ਟੀਕੇ ਲਾਏ ਸੀ ਜਾਂ ਇੰਨੇ ਹੀ ਤੁਹਾਡੀ ਹਲਦੀ 'ਚ ਤਾਕਤ ਸੀ ਜਾਂ ਤੁਹਾਡੇ ਗਊ ਮੂਤਰ 'ਚ ਸੀ ਜਾਂ ਪਤਾ ਨਹੀਂ ਕੀ ਸੌਦੇ ਜਿਹੜੇ ਨੇ ਰਾਮਦੇਵ ਵੇਚੀ ਗਿਆ ਆਪਣੀ ਠੱਗ ਉਸ ਪਤੰਜਲੀ ਅਨੁਸੰਧਾਨ ਦੇ ਨਾਂ ਥੱਲੇ, ਕਿ ਫਿਰ ਤਾਂ ਤੁਹਾਨੂੰ ਲੋੜ ਹੀ ਨਹੀਂ ਸੀ। 43 ਲੱਖ ਕਿਵੇਂ ਮਰ ਗਏ? ਲੇਕਿਨ ਤੁਸੀਂ ਇਹ ਦੇਖੋ ਕਿ ਵੀ ਔਰ ਫਿਰ ਜਾ ਕੇ ਤੁਸੀਂ ਕ੍ਰੈਡਿਟ ਮੋਦੀ ਆਦਿੱਤਿਆਨਾਥ ਨੂੰ ਦੇ, ਆਦਿੱਤਿਆਨਾਥ ਮੋਦੀ ਨੂੰ ਦੇ ਕਿ ਜੀ ਤੁਸੀਂ ਇੰਨੇ ਬਚਾ ਦਿੱਤੇ। ਹੁਣ ਜਦੋਂ ਇਹ ਨਾਰੀ ਸ਼ਕਤੀ ਦੀ ਗੱਲ ਕਰ ਰਿਹਾ ਸੀ ਕਿ ਬਹਿਨ ਹੋ ਕੇ ਆਪ ਉਹਦਾ ਤੁਸੀਂ ਦੇਖੋ ਕਿਸ ਲੈਵਲ ਦੇ ਉੱਤੇ ਉਨਾਉ ਹੋਏ, ਕਠੂਆ ਹੋਏ, ਕਠੂਏ 'ਚ 5-6 ਸਾਲ ਦੀ ਇੱਕ ਵਿਚਾਰੀ ਗੁੱਜਰ ਗਰੀਬ ਬੱਚੀ ਦੇ ਨਾਲ ਜਿਹੜਾ ਉਹ ਮੰਦਰ ਦਾ ਪੁਜਾਰੀ ਇੱਕ ਫੌਜੀ ਇੱਕ ਦੂਜਾ ਕਰਦੇ ਨੇ। ਔਰ BJP ਦੀ ਜੰਮੂ ਤੋਂ ਲੈ ਕੇ ਕਠੂਏ ਤੱਕ ਦੀਆਂ ਬਾਰ ਕੌਂਸਲਸ ਉਹਨਾਂ ਰੇਪਿਸਟ ਦੇ ਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਮੁਜ਼ਾਹਰੇ ਕਰਦੀਆਂ ਨੇ। ਉਨਾਓ ਦੇ ਵਿੱਚ ਕੀ ਹੋਇਆ, ਹਾਥਰਸ UP ਦੇ ਵਿੱਚ, ਸਭ 'ਚ ਇਹਨਾਂ ਦੇ ਇਨਵੋਲਵ ਨੇ। ਔਰ ਦੂਜੇ ਔਰ ਸਭ ਤੋਂ ਵੱਡਾ ਔਰਤ ਦਾ ਦਮਨ ਕਰਨ ਵਾਲਾ ਜਿਹਨੂੰ ਇਹ ਫੋਲੋ ਕਰਦੇ ਨੇ, ਮਨੂੰ ਨੇ ਤਾਂ ਔਰਤ ਦਾ ਕੋਈ ਹੱਕ ਹੀ ਨਹੀਂ ਮੰਨਿਆ ਹੈ, ਸ਼ੂਦਰਾਂ ਦੇ ਨਾਲ ਕਲੱਬ ਕੀਤਾ ਹੋਇਆ। ਹੁਣ ਮਨੂੰ ਸਮ੍ਰਿਤੀ ਦੇ ਔਰ ਇਹਨਾਂ ਦੇ ਤੁਸੀਂ ਵੱਡੇ ਗੋਲਵਲਕਰ ਤੋਂ ਲੈ ਕੇ ਪਹਿਲੇ ਵੀ ਜਿਹੜੇ ਈਵਨ ਬਾਲ ਗੰਗਾਧਰ ਤਿਲਕ ਜਾਂ ਲੋਕ ਮਾਨਿਆ ਤਿਲਕ ਹੈ, ਤੁਸੀਂ ਉਹ ਡਿਬੇਟ ਕੱਢੋ ਜਦੋਂ ਅੰਗਰੇਜ਼ਾਂ ਨੇ ਅਦਰਵਾਈਜ਼ ਜਿਹੜਾ ਹਿੰਦੂ ਮਜ਼ਹਬ ਦੇ ਮੁਤਾਬਕ ਤਾਂ ਜਿਹੜੀ ਕੁੜੀ ਦੀ ਵਿਆਹ ਦੀ ਉਮਰ ਹੈ ਉਹ 8-9 ਸਾਲ ਹੈ। ਔਰ ਇਹ ਮਨੂੰ ਦਾ ਕਹਿਣਾ ਹੈ ਕਿ ਵੀ ਜਿਹੜੀ ਕੁੜੀ ਬੱਚੀ ਦਾ ਪਹਿਲਾ ਪੀਰੀਅਡ ਆਪਣੇ ਮਾਪਿਓ ਦੇ ਘਰ 'ਚ ਹੋ ਜਾਏ ਉਹਦੀਆਂ ਤੇ 20 ਕੁਲਾਂ ਜਿਹੜੀਆਂ ਨੇ ਉਹ ਗਰਕ ਹੋ ਜਾਂਦੀਆਂ। ਤੇ ਅੰਗਰੇਜ਼ਾਂ ਨੇ ਜਦੋਂ ਕਾਨੂੰਨ ਲਿਆਂਦਾ ਕਿ ਭਾਈ ਮਿਨੀਮਮ ਮੈਰਿਜ ਏਜ 13 ਸਾਲ, ਸਭ ਤੋਂ ਜ਼ਿਆਦਾ ਉਸ ਪੀਰੀਅਡ 'ਚ ਜਿਹੜੇ ਹਿੰਦੂਤਵਾ ਦੇ ਇਹ ਮਾਂ-ਬਾਪ ਬਣੇ ਹੋਏ ਸੀ ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਨੇ ਤਾਂ ਐਜੀਟੇਸ਼ਨਸ ਕੀਤੀਆਂ। ਹੁਣ ਇਹ ਅੰਗਰੇਜ਼ਾਂ ਦਾ ਭਲਾ ਹੋਏ ਵੀ ਉਹਨਾਂ ਨੇ ਸਤੀ ਦੀ ਰਸਮ ਖਤਮ ਕੀਤੀ, ਕਾਨੂੰਨ ਬਣਾ ਕੇ ਤੁਸੀਂ ਕੱਢ ਲਓ ਵੀ ਹਿੰਦੂਆਂ ਨੇ ਕਿਹਾ ਇਹ ਤਾਂ ਸਾਡੇ ਮਜ਼ਹਬ 'ਚ ਸਿੱਧੀ ਦਖਲ-ਅੰਦਾਜ਼ੀ ਹੈ। ਸਾਡਾ ਤਾਂ ਮਜ਼ਹਬ ਹੀ ਇਹ ਕਹਿੰਦਾ ਵੀ ਔਰਤ ਜਿਹੜੀ ਆ ਉਹਨੂੰ ਸਾੜ ਦੇਣਾ ਮਰਦ ਦੇ ਨਾਲ ਹੀ। ਔਰ ਇਸੇ ਤਰ੍ਹਾਂ ਵਿਮਨ ਐਜੂਕੇਸ਼ਨ, ਉਹਨਾਂ ਦੇ ਉੱਤੇ ਕਿੰਨਾ ਵੱਡਾ ਵਿਰੋਧ ਇਹਨਾਂ ਸਾਰਿਆਂ ਦਾ ਰਿਹਾ। ਸੋ ਕਿਉਂਕਿ ਲੋਕ ਪਿੱਛੇ ਜਾ ਕੇ ਦੇ ਹੁਣ ਅੱਜ ਇਹਨਾਂ ਨੂੰ ਇਹ ਜਿਹੜਾ ਨਾਰੀ ਸ਼ਕਤੀ ਤੇ ਫਲਾਣਾ ਤੇ ਢਿਮਕਾ ਦੇ ਥੱਲੇ ਜਿਹੜਾ ਉਹ ਉਸ ਕਿਸਮ ਦਾ ਔਰ ਉਵੇਂ ਹੀ। ਔਰ ਦੇਖੋ ਕਿਸ ਕਿਸਮ ਦੀ ਇਹਨਾਂ ਦੀ ਆਈਡੀਓਲੋਜੀ ਹੈ। ਅੱਜ ਜਿਹੜੇ ਨਫ਼ਰਤ ਵੇਚਣ ਵਾਲੇ RSS ਔਰ ਹਿੰਦੂਤਵਾ ਦੇ ਤਾਂ ਹੈ ਹੀ ਨੇ, ਉਨੀਆਂ ਔਰਤਾਂ ਵੀ ਹਾਂਜੀ ਕਿਹੜੀ ਵਾਹਿਨੀ ਖੜੀ ਕੀਤੀ ਹੋਈ ਹੈ ਉਹਦੇ ਨਾਲ, ਉਹ ਵੀ ਉਵੇਂ ਹੀ ਜ਼ਹਿਰੀਲਾ ਪ੍ਰਚਾਰ ਕਰਦੀਆਂ। ਔਰ ਉਸ ਕਿਸਮ ਦੀ ਨਫ਼ਰਤ ਮੁਸਲਮਾਨਾਂ, ਈਸਾਈਆਂ, ਦੂਸਰਿਆਂ ਦੇ ਖਿਲਾਫ ਉਸ ਕਿਸਮ ਦੀਆਂ ਸਾਧਵੀਆਂ ਖੜੀਆਂ ਕੀਤੀਆਂ ਹੋਈਆਂ। ਹੁਣ ਪ੍ਰਗਿਆ ਸਾਧਵੀ ਜਿਹੜੀ MP ਬਣ ਕੇ ਜਿਹੜੀ ਇਹ ਬਣਦੀ ਹੈ, ਜਿਹਨੇ ਮਾਲੇਗਾਂਵ ਬੰਬ ਧਮਾਕੇ, ਅਭਿਨਵ ਭਾਰਤ ਇਹਨਾਂ ਦੀ RSS ਦੀ ਉਹ ਮਿਲੀਟੈਂਟ ਗਰੁੱਪ ਜਿਹਨੂੰ ਫਾਊਂਡ ਹੀ ਜਿਹੜਾ ਉਹਨੇ ਸਾਵਰਕਰ ਨੇ ਕੀਤਾ ਹੋਇਆ ਸੀ ਕਿਸੇ ਜ਼ਮਾਨੇ। ਸੋ ਕੁੱਲ ਮਿਲਾ ਕੇ ਜਦੋਂ ਹੁਣ ਇਹ ਚੱਲ ਰਿਹਾ ਸੀ ਕਿ ਜੀ ਇਹ ਹੁਣ ਨਾਰੀ ਸ਼ਕਤੀ ਤੇ ਔਰਤਾਂ ਲਈ ਅਥਰੂ ਵਗਾ ਰਿਹਾ, ਵਿਦਿਨ 24 ਆਵਰਸ ਇਹ ਖਬਰ ਆਈ ਕਿ ਗੁਜਰਾਤ ਦੀ BJP ਸਰਕਾਰ ਨੇ ਬਿਲਕਿਸ ਬਾਨੋ ਕੇਸ ਦੇ ਵਿੱਚ ਇੱਕ ਬੜਾ ਦਰਦਨਾਕ, ਕਿਉਂਕਿ 2002 'ਚ ਹਜ਼ਾਰਾਂ ਮੁਸਲਮਾਨਾਂ ਦਾ
ਖੂਨ ਵਹਾਉਣ ਵਾਲੀ ਇਹੀ ਮੋਦੀ ਅਮਿਤ ਸ਼ਾਹ ਦੀ ਜੋੜੀ ਹੈ। ਔਰ ਉਸ ਪੀਰੀਅਡ ਦੇ ਵਿੱਚ 2002 ਦੇ ਐਂਟੀ ਮੁਸਲਿਮ ਜਿਹੜਾ ਇਹ ਇਹਨਾਂ ਨੇ ਖੂਨੀ ਕੈਂਪੇਨ ਕੀਤਾ, ਮੋਦੀ ਅਮਿਤ ਸ਼ਾਹ ਨੇ ਬਿਲਕਿਸ ਬਾਨੋ ਦੇ ਆਪਣੇ ਟੱਬਰ ਦੇ 7 ਜੀ ਮਾਰੇ ਗਏ ਸੀ, ਜਿਹਦੇ 'ਚ ਉਹਦੀ ਕੁੱਛੜ ਚੁੱਕੀ 3 ਸਾਲ ਦੀ ਬੱਚੀ ਵੀ ਮਾਰ ਦਿੱਤੀ ਸੀ। ਔਰ ਦਰਜਨਾਂ ਹਿੰਦੂ ਤਵੀਆਂ ਨੇ ਬਿਲਕਿਸ ਬਾਨੋ ਦੇ ਨਾਲ ਜਬਰ ਜਨਾਹ ਕੀਤਾ ਸੀ। ਆਪਣੇ ਕੇਸ ਨੂੰ ਲੈ ਕੇ ਉਹ ਸੁਪਰੀਮ ਕੋਰਟ ਤੱਕ ਗਈ ਔਰ ਉਸ ਤੋਂ ਬਾਅਦ ਸਪੈਸ਼ਲ ਕੋਰਟ ਜਿਹੜਾ ਬਣਿਆ ਉਹ ਵੀ ਗੁਜਰਾਤ ਤੋਂ ਜਿਹੜਾ ਉਹਦੀ ਹੀਅਰਿੰਗ ਬੰਬੇ ਦੇ ਵਿੱਚ ਸ਼ਿਫਟ ਹੋਈ ਔਰ ਇਵੈਂਚੁਅਲੀ 11 ਹਿੰਦੂ ਤਵੀ ਜਿਹੜੇ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਬਿਲਕਿਸ ਬਾਨੋ ਕੇਸ 'ਚ, ਔਰ ਉਹ ਜੇਲ੍ਹ ਦੇ ਅੰਦਰ ਬੰਦ ਸੀ ਗੁਜਰਾਤ ਦੇ ਅੰਦਰ। ਹੁਣ ਜਿਹੜੀ ਨਾਰੀ ਸ਼ਕਤੀ ਦੇ ਨਾਂ ਥੱਲੇ ਜਿਹੜਾ ਕੰਮ ਕੀਤਾ ਕਿ ਮੋਦੀ ਦੇ ਇਸ ਲੈਕਚਰ ਤੋਂ ਅਗਲੇ ਦਿਨ ਗੁਜਰਾਤ ਸਰਕਾਰ ਨੇ ਉਹੀ 11 ਜਿਹੜੇ ਕ੍ਰਿਮੀਨਲ ਕਨਵਿਕਟਡ ਕ੍ਰਿਮੀਨਲ ਉਹਨਾਂ ਦੇ ਲਈ ਜੇਲ੍ਹ ਦੇ ਦਰਵਾਜ਼ੇ ਖੋਲ ਦਿੱਤੇ। ਉਹਨਾਂ ਨੇ ਕਿਹਾ ਜੀ ਜੇਲ੍ਹ 'ਚ ਰਹਿੰਦੇ ਆ, ਇਹਨਾਂ ਦਾ ਵਿਹਾਰ ਬਹੁਤ ਵਧੀਆ ਸੀ, ਬਹੁਤ ਚੰਗੀ ਇਹਨਾਂ ਦੀ ਰਿਪੋਰਟ ਹੈ ਔਰ ਇਹਨਾਂ ਦੀਆਂ ਸਜ਼ਾਵਾਂ ਅਸੀਂ ਖਤਮ ਕਰ ਰਹੇ ਹਾਂ। ਫਿਰ ਇਹੀ ਨਹੀਂ, ਬਾਹਰ ਜੇਲ੍ਹ ਦੇ ਵੱਡੀ ਗਿਣਤੀ ਦੇ ਵਿੱਚ RSS ਔਰ ਹਿੰਦੂ ਤਵਾ ਔਰ ਵਿਸ਼ਵ ਹਿੰਦੂ ਪਰਿਸ਼ਦ ਦੇ ਵਰਕਰ ਮਿਠਾਈਆਂ ਲੈ ਕੇ ਖਲੋਤੇ ਨੇ, ਫੁੱਲਾਂ ਦੇ ਹਾਰ ਲੈ ਕੇ ਖਲੋਤੇ ਨੇ, ਉਹ ਉਹਨੂੰ ਵੈਲਕਮ ਕਰ ਰਹੇ ਨੇ। ਔਰ ਭਾਰਤ ਭਰ ਦੇ ਵਿੱਚ ਇਸ ਨੂੰ ਲੈ ਕੇ ਔਰਤਾਂ ਦੀਆਂ ਜਥੇਬੰਦੀਆਂ, ਹਿਊਮਨ ਰਾਈਟਸ ਕਮਿਸ਼ਨਰਾਂ ਨੇ ਤਾਂ ਕੀ ਬੋਲਣਾ ਹੈ, ਕਾਂਗਰਸ ਨੇ ਵੀ ਸਟੇਟਮੈਂਟ ਕਿ ਭਾਈ ਵਟ ਇਜ਼ ਦਾ ਰੀਅਲ ਫੇਸ ਆਫ ਮੋਦੀ। ਉਹ ਜਿਹੜਾ ਲਾਲ ਕਿਲੇ ਤੋਂ ਡੁਸਕ ਰਿਹਾ ਹੈ ਇਹ ਕਹਿ ਕੇ ਕਿ ਉਹ ਔਰਤਾਂ ਨੂੰ ਜਿਹੜਾ ਇਹ ਮਾੜੇ ਸ਼ਬਦ ਬੋਲੇ ਜਾਂਦੇ ਨੇ, ਤੇ ਉਹੀ ਕਿਸ ਲੈਵਲ ਦੇ ਉੱਤੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਔਰ ਦੂਸਰੇ ਪਾਸੇ ਹੁਣ ਜੇ ਅਸੀਂ ਸਿੱਖ ਐਂਗਲ ਤੋਂ ਗੱਲ ਕਰੀਏ ਕਿ ਵੀ ਸੜਕਾਂ ਦੇ ਉੱਤੇ ਸਿੱਖ ਨਿਕਲੇ ਹੋਏ ਨੇ, ਕਿੰਨੇ ਮਹੀਨੇ ਸਾਲ ਬੀਤ ਗਏ ਕਿ ਭਾਈ ਜਿਹੜੇ ਸਾਡੇ ਪੋਲੀਟੀਕਲ ਪ੍ਰਿਜ਼ਨਰ ਜਿਨ੍ਹਾਂ ਨੂੰ 14 ਸਾਲ ਦੀ ਉਮਰ ਕੈਦ ਸੀ ਉਹ 25 30 ਸਾਲ ਕੱਟ ਚੁੱਕੇ ਨੇ। ਉਹਨਾਂ ਨੇ ਕੋਈ ਜੇਲ੍ਹ ਦੇ ਵਿੱਚ ਕੋਈ ਉਹਨਾਂ ਨੇ ਰਾਈਟਿੰਗ ਨਹੀਂ ਕੀਤੀ, ਕੋਈ ਜੇਲ੍ਹ 'ਚ ਉਹਨਾਂ ਨੇ ਕੋਈ ਜੇਲਰ ਨੂੰ ਨਹੀਂ ਮਾਰਿਆ ਕਿ ਭਾਈ ਉਹਨਾਂ ਨੂੰ ਰਿਲੀਜ਼ ਕਰੋ, ਉਹਦੇ 'ਚ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਸੋ ਇਹ ਹੈ ਜਦੋਂ ਤੁਸੀਂ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਦੀ ਗੱਲ ਕਰਦੇ ਹੋ ਤਾਂ ਇਹ ਵਿਦਨ 24 ਆਵਰਸ ਇੱਕ ਪਾਸੇ ਕੀ ਹੈ ਤੇ ਦੂਜੇ ਪਾਸੇ ਅਸਲੀਅਤ ਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਵਿਊਅਰਸ तो ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਰਾਜਸਥਾਨ ਦੀ ਘਟਨਾ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਜਸਥਾਨ ਵਿੱਚ ਇੱਕ 9 ਸਾਲਾ ਦਲਿਤ ਬੱਚੇ ਨੂੰ ਉਸਦੇ ਟੀਚਰ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਉਸਨੇ ਉੱਚੀ ਜਾਤ ਵਾਲਿਆਂ ਲਈ ਰੱਖੇ ਘੜੇ ਦੇ ਪਾਣੀ ਨੂੰ ਛੁਇਆ ਸੀ। ਸੋ ਅਸੀਂ ਇਹ ਵੀ ਵਿਚਾਰ ਕਰਾਂਗੇ ਕਿ 1947 ਤੋਂ ਕਈ ਵਰਿਆਂ ਤੱਕ ਦਲਿਤਾਂ ਤੇ ਗਰੀਬ ਆਦੀਵਾਸੀਆਂ ਨੂੰ ਭਾਰਤ ਦਾ ਪਾਸਪੋਰਟ ਨਹੀਂ ਦਿੱਤਾ ਜਾਂਦਾ ਸੀ। ਦਲੀਲ ਇਹ ਕੀਤੀ ਜਾਂਦੀ ਸੀ ਕਿ ਇਹ ਗਰੀਬ ਬਾਹਰ ਜਾ ਕੇ ਭਾਰਤ ਦਾ ਇਮੇਜ ਖਰਾਬ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਅਸੀਂ ਅਕਸਰ ਜਦੋਂ ਭਾਰਤ ਦੇ ਵਿੱਚ
ਜ਼ੁਲਮਾਂ ਦਾ ਸ਼ਿਕਾਰ ਆਮ ਲੋਕਾਂ ਦੀ ਗੱਲ ਕਰਦੇ ਹਾਂ ਤੇ ਜਿੱਥੇ ਅਸੀਂ ਸਿੱਖਾਂ, ਮੁਸਲਮਾਨਾਂ, ਕਸ਼ਮੀਰੀਆਂ, ਈਸਾਈਆਂ ਦਾ ਜ਼ਿਕਰ ਕਰਦੇ ਹਾਂ, ਉੱਥੇ ਦਲਿਤਾਂ, ਆਦੀਵਾਸੀਆਂ, ਜਿਹਦੇ ਲਈ ਮੂਲ ਨਿਵਾਸੀ ਲਫ਼ਜ਼ ਅੱਜ ਕੱਲ੍ਹ ਇਸਤੇਮਾਲ ਕੀਤਾ ਜਾਂਦਾ ਹੈ ਜ਼ਿਆਦਾ, ਉਸ ਦਾ ਵੀ ਵੇਰਵੇ ਨਾਲ ਜ਼ਿਕਰ ਕਰਦੇ। ਔਰ ਜਦੋਂ ਹੁਣੇ 75 ਸਾਲ ਆਜ਼ਾਦੀ ਦੇ ਨਾਂ ਥੱਲੇ ਜਿਸ ਕਿਸਮ ਦਾ ਝੂਠ ਵੇਚਿਆ ਜਾ ਰਿਹਾ, ਪਰੋਸਿਆ ਜਾ ਰਿਹਾ, ਪਰ ਭਾਰਤ ਦੇ ਵਿੱਚ ਦਲਿਤਾਂ ਦੇ ਉੱਤੇ ਜਿੰਨੇ ਪਿਛਲੇ 8 ਸਾਲ ਦੇ ਵਿੱਚ ਜ਼ੁਲਮ ਹੋਏ ਨੇ, ਜਦੋਂ ਤੋਂ ਹਿੰਦੂ ਤਵੀਆਂ ਦੇ ਹੱਥ ਪਾਵਰ ਆਈ ਹੈ, ਜ਼ੁਲਮ ਤਾਂ ਲਗਾਤਾਰਤਾ ਨਾਲ 3-4 ਹਜ਼ਾਰ ਸਾਲ ਤੋਂ ਹੀ ਹੁੰਦੇ ਰਹੇ। 47 ਦੇ ਵਿੱਚ ਵੰਡ ਤੋਂ ਬਾਅਦ ਕਨਸਟੀਟਿਊਸ਼ਨ ਦੇ ਨਾਲ ਉਹਨਾਂ ਨੂੰ ਘੱਟੋ ਘੱਟ ਬਰਾਬਰ ਦੇ ਸ਼ਹਿਰੀ ਦਾ ਜਿਹੜਾ ਰੁਤਬਾ ਮਿਲਿਆ, ਵੋਟ ਦਾ ਹੱਕ ਮਿਲਿਆ, ਥੈਂਕਸ ਟੂ ਡਾਕਟਰ BR ਅੰਬੇਦਕਰ। ਪਰ ਜਿਹੜੀ ਜ਼ਹਿਨੀਅਤ ਹੈ ਹਿੰਦੂ ਤਵੀ, ਜਿਹੜੀ ਮਨੂ ਸਮ੍ਰਿਤੀ ਹਰ ਹਿੰਦੂ ਦੇ ਅੰਦਰ ਵੜੀ ਹੋਈ ਹੈ, ਉਹ ਤੇ ਨਹੀਂ ਬਦਲੀ ਹੈ। ਇਸ ਲਈ ਅੱਜ ਵੀ ਭਾਰਤ ਦੇ ਵਿੱਚ ਤੁਹਾਨੂੰ ਥਾਵਾਂ ਨਜ਼ਰ ਆਉਣਗੀਆਂ ਜਿੱਥੇ ਦਲਿਤ ਘੋੜੀ ਤੇ ਨਹੀਂ ਚੜ੍ਹ ਸਕਦਾ ਵਿਆਹ ਦੇ ਵੇਲੇ, ਪਿੰਡ ਦੇ ਖੂਹ ਚੋਂ ਜਿੱਥੋਂ ਉੱਚੀ ਜਾਤ ਵਾਲੇ ਪਾਣੀ ਲੈਂਦੇ ਨੇ ਉੱਥੋਂ ਪਾਣੀ ਨਹੀਂ ਲੈ ਸਕਦਾ। ਮੰਦਰਾਂ ਦੇ ਵਿੱਚ ਤਾਂ ਦਾਖਲ ਹੋਣਾ, ਈਵਨ ਇਹਨਾਂ ਦੇ ਪ੍ਰੈਜ਼ੀਡੈਂਟ ਲੈਵਲ ਦੇ ਲੋਕ ਵੀ, ਕੋਵਿੰਦ ਹੋਇਆ, ਉਸ ਤੋਂ ਪਹਿਲਾਂ ਜਗਜੀਵਨ ਰਾਮ ਮਿਨਿਸਟਰ ਸੀ, ਉਹ ਵੀ ਜਿਹੜੇ ਨੇ ਉਹ ਕੁਛ ਮੰਦਰ ਨੇ ਉੱਥੇ, ਔਰ ਕਈ ਤਾਂ ਈਵਨ ਸਰਕਾਰੀ ਥਾਵਾਂ ਤੇ ਜਿੱਥੇ ਉਦਘਾਟਨ ਕਰਨ ਜਾਂਦੇ ਨੇ, ਸਰਕਾਰੀ ਹੋਣ ਕਰਕੇ ਉਦਘਾਟਨ ਕਰਵਾ ਲੈਂਦੇ ਸੀ, ਉਹ ਬਾਅਦ 'ਚ ਉਹਨੂੰ ਗੰਗਾ ਜਲ ਨਾਲ ਧੋਂਦੇ ਨੇ ਕਿ ਭਾਈ ਇਹ ਅਪਵਿੱਤਰ ਹੋਇਆ। ਕਿੰਨੀਆਂ ਘਟਨਾਵਾਂ ਨੇ। ਲੇਕਿਨ ਦੋ ਖਬਰਾਂ ਕਰਕੇ ਮੈਂ ਇਸ ਨੂੰ, ਕਿਉਂਕਿ ਇਹ ਆਜ਼ਾਦੀ ਦਾ ਹੁਣ 75 ਸਾਲਾ ਅੰਮ੍ਰਿਤ ਮਹੋਤਸਵ ਕਹਿ ਰਹੇ ਨੇ, ਅਸੀਂ ਸਿੱਖਾਂ ਤੇ ਮੁਸਲਮਾਨਾਂ ਦੀ ਗੱਲ ਕੀਤੀ ਹੈ 2 ਦਿਨਾਂ 'ਚ, ਹੁਣ ਇਹ ਗੱਲ ਵੀ ਕਰੀ। ਔਰ ਅੱਜ ਇਹ ਖਬਰ ਹੈ ਕਿ ਰਾਜਸਥਾਨ ਦਾ ਕਾਂਗਰਸ ਦਾ MLA ਜਿਹੜਾ ਉਹਨੇ ਰਿਜ਼ਾਈਨ ਕੀਤਾ, ਔਰ ਉਹਨੇ ਜਿਹੜਾ ਰੀਜ਼ਨ ਦਿੱਤਾ, ਉਹਨੇ ਕਿਹਾ ਮਿਫਟ ਓਵਰ ਅਲੈਜਡ ਐਟਰੋਸਿਟੀਜ਼ ਅਗੇਂਸਟ ਦਲਿਤਸ। ਕਾਂਗਰਸ MLA, ਰਾਜਸਥਾਨ 'ਚ ਕਾਂਗਰਸ ਦੀ ਹਕੂਮਤ ਹੈ, ਕਾਂਗਰਸ MLA पाना चंद मेघवाल, ज़ाहिर है भी दलित है, on Monday sent his resignation to Rajasthan Chief Minister saying he doesn't have the right to remain a legislature if he can't protect his community। ਹੁਣ ਘਟਨਾ ਕੀ ਹੈ, ਰਾਜਸਥਾਨ ਦੇ ਵਿੱਚ 9 ਸਾਲ ਦਾ ਇੱਕ ਸਕੂਲ ਵਾਲਾ ਸਕੂਲ ਗੋਇੰਗ ਬੱਚਾ, ਉਹਦਾ ਗਲਤੀ ਦੇ ਨਾਲ ਜਿਹੜਾ ਪਾਣੀ ਦਾ ਘੜਾ ਉੱਚੀ ਜਾਤ ਵਾਲਿਆਂ ਦੇ ਪਾਣੀ ਪੀਣ ਲਈ ਰੱਖਿਆ ਹੋਇਆ ਸਕੂਲ 'ਚ, ਉਹਨੂੰ ਹੱਥ ਲੱਗ ਜਾਂਦਾ ਹੈ, ਔਰ ਉਹਦਾ ਟੀਚਰ ਜਿਹੜਾ ਉਹਨੂੰ ਕੁੱਟ-ਕੁੱਟ ਕੇ ਮਾਰ ਦਿੰਦਾ ਹੈ। ਔਰ ਇਹ ਜਿਹੜਾ ਹੈ ਘਟਨਾ, ਭਾਵੇਂ ਹੁਣ ਹੋਇਆ ਜੀ ਫਲਾਣੇ ਨੇ ਸੂ ਮੋਟੋ ਲਿਆ, ਦੂਜੇ ਨੇ ਲਿਆ, ਪਰ ਇਹ ਘਟਨਾ ਆਪਣੇ ਆਪ ਦੇ ਵਿੱਚ ਦੱਸਦੀ ਹੈ ਕਿ ਵੀ ਕੀ ਆ। ਔਰ ਉਹਨਾਂ ਦਾ MLA ਕਹਿ ਰਿਹਾ, ਜਿਹੜਾ ਆਪਣੇ ਆਪ 'ਚ ਬਿਆਨ ਹੈ ਕਿ ਭਾਰਤ 'ਚ ਦਲਿਤਾਂ ਨਾਲ ਕੀ ਹੋ ਰਿਹਾ ਹੈ। ਦਲਿਤਸ ਆਰ ਬੀਇੰਗ ਕਿਲਡ ਫॉर ਡਰਿੰਕਿੰਗ ਵਾਟਰ ਫਰੋਮ ਏ ਪੋਟ, ਕਿ ਜਿਸ ਘੜੇ 'ਚੋਂ ਉੱਚੀ ਜਾਤੀਆਂ ਵਾਲੇ ਪੀਂਦੇ ਨੇ, ਜੇ ਦਲਿਤ ਪੀ ਲਏ ਤੇ ਉਹਨਾਂ ਨੂੰ ਸਜ਼ਾਏ ਮੌਤ ਹੈ। ਸਪੋਰਟਿੰਗ ਏ ਮੋਸਟਿਸ਼ ਔਰ ਰਾਈਡਿੰਗ ਏ ਮੇਅਰ ਡਿਊਰਿੰਗ ਏ ਵੈਡਿੰਗ, ਕਿ ਜੇ ਉਹ ਮੁੱਛ ਰੱਖ ਲੈਣ, ਕੁਝ ਥਾਵਾਂ ਨੇ ਉਹਨਾਂ ਨੂੰ ਮੁੱਛ ਰੱਖਣ ਦਾ ਹੱਕ ਨਹੀਂ ਹੈ, ਕਿ ਇਹ ਤਾਂ ਉੱਚੀ ਜਾਤੇ ਤਾਂ ਵੀ ਮਾਰ ਦਿੰਦੇ ਨੇ। ਵਿਆਹ ਦੇ ਮੌਕੇ ਤੇ ਘੋੜੀ ਤੇ ਨਹੀਂ ਚੜ੍ਹ ਸਕਦੇ। The judicial process is stalled and case files are passed from one table to the other। ਜੇ ਕੋਈ ਮੁਕੱਦਮਾ ਵੀ ਬਣਦਾ ਇੱਕ ਤੋਂ ਦੂਜੀ ਥਾਂ, ਜਦੋਂ ਦਲਿਤਾਂ ਦੇ ਉੱਤੇ ਕੇਸ ਹੁੰਦੇ ਨੇ ਕੋਈ ਜੱਜ ਵੀ ਫੈਸਲੇ ਨਹੀਂ ਸੁਣਾਉਂਦੇ। ਔਰ ਇਸ ਸਾਰੇ ਦੇ ਨਾਲ ਉਹਨੇ ਕਿਹਾ ਵੀ ਇਹ ਜਿਹੜੇ ਨੇ ਜੇ ਦਲਿਤ ਰਿਪੋਰਟ ਵੀ ਕਰਦੇ ਨੇ, ਕੇਸ ਵੀ ਕਰਦੇ ਨੇ, ਫਾਈਨਲ ਰਿਪੋਰਟ ਤਾਂ ਪੁਲਿਸ ਨੇ ਦੇਣੀ ਹੈ। ਉਹ ਜਿਹੜੇ ਗੁਨਾਹ ਕਰਨ ਵਾਲੇ ਹੁੰਦੇ ਨੇ, ਜ਼ੁਲਮ ਕਰਨ ਵਾਲੇ, ਉਹਨਾਂ ਦੇ ਹੱਕ 'ਚ ਰਿਪੋਰਟ ਦਿੰਦੇ ਹੈ। ਇਹ ਉਹਨਾਂ ਦਾ MLA ਕਹਿ ਰਿਹਾ। ਉਹਨੇ ਕਿਹਾ ਜੀ ਇਸ ਲਈ ਸਾਡਾ ਕੋਈ ਵਿਸ਼ਵਾਸ ਨਹੀਂ ਹੈ ਇਸ ਸਾਰੇ ਤੋਂ, ਕਿ ਵੀ ਹੁਣ ਇਹ ਜਿਹੜਾ ਇੰਦਰ ਕੁਮਾਰ ਨਾਂ ਦਾ ਬੱਚਾ ਸੀ ਜਿਹਨੂੰ 20 ਜੁਲਾਈ ਨੂੰ ਮਾਰ-ਮਾਰ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ, ਔਰ ਉਹ ਜਿਹੜਾ ਉਹਨੂੰ ਇਹ ਕਿਹਾ ਕਿ ਜੀ ਇਹ ਜਿਹੜਾ ਮਾਰਨ ਵਾਲਾ ਹੈ ਉਹਨੂੰ ਜੀ ਫੜ ਲਿਆ। ਉਹਨੇ ਕਿਹਾ ਜੀ ਇਹ ਜਿਹੜਾ ਇੱਥੇ ਸਾਡੇ ਲਈ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ। ਹੁਣ ਇਹ ਘਟਨਾ ਕਿਉਂਕਿ ਤਾਜ਼ਾ ਵਾਪਰੀ ਆ, ਆਦਿੱਤਿਆਨਾਥ ਯੋਗੀ ਦੇ ਥੱਲੇ ਕਿੰਨੀਆਂ ਦਲਿਤ ਬੱਚੀਆਂ ਦਾ ਜਿਹੜਾ ਉਹ ਜਬਰ ਜਨਾਹ ਉਹਨਾਂ ਦੇ ਨਾਲ ਹੁੰਦਾ। ਹੁਣ ਇੱਕ ਫੈਕਟ ਜਿਹੜਾ ਮੈਨੂੰ ਵੀ ਨਹੀਂ ਸੀ ਪਤਾ, ਕਿਉਂਕਿ ਇਸ ਪੀਰੀਅਡ 'ਚ ਕਾਫੀ ਸਟੋਰੀਜ਼ BBC ਦੀ ਹਿੰਦੀ ਪੰਜਾਬੀ ਸਰਵਿਸ ਨੇ ਕੀਤੀਆਂ ਨੇ, ਔਰ ਇੱਕ ਸਟੋਰੀ ਜਿਹੜੀ ਮੇਰੀ ਨਜ਼ਰਾਂ 'ਚੋਂ ਗੁਜ਼ਰੀ, ਉਹ ਮੈਨੂੰ ਵੀ ਪਹਿਲੀ ਵਾਰ ਪਤਾ ਲੱਗਾ ਕਿ 1947 ਤੋਂ ਬਾਅਦ 1967 ਤੱਕ ਆਲਮੋਸਟ ਇਹ 20 ਸਾਲ ਬਣ ਜਾਂਦੇ ਨੇ। ਗਰੀਬ ਜਿਹੜਾ ਬੰਦਾ ਸੀ, ਮਜ਼ਦੂਰ, ਦਲਿਤ, ਆਦੀਵਾਸੀ, ਉਹੀ ਮਜ਼ਦੂਰੀ ਲਈ ਗਏ ਸੀ, ਉਹਨਾਂ ਨੂੰ ਇੰਡੀਅਨ ਪਾਸਪੋਰਟ ਨਹੀਂ ਸੀ ਦਿੱਤਾ। ਜੰਮਪਲ ਭਾਰਤ ਦੇ, ਭਾਰਤ 'ਚ ਰਹਿਣ ਵਾਲੇ, ਔਰ ਇਹ ਕਿ ਵੀ ਇਹ ਜਿਹੜਾ ਬਾਹਰ ਹੈ ਉਹਨਾਂ ਦਾ ਇਮੇਜ ਖਰਾਬ ਹੋਏਗਾ ਇੰਡੀਆ ਦਾ, ਕਿਉਂਕਿ ਇਹ ਗਰੀਬੀ, ਉੱਥੇ ਵੀ ਜਾ ਕੇ ਮਜ਼ਦੂਰੀ ਗਰੀਬ ਇਹਨਾਂ ਨੇ ਕਰਨੀ ਹੈ, ਇਹਨਾਂ ਦੀ ਗਰੀਬੀ ਝਲਕੇਗੀ ਔਰ ਭਾਰਤ ਦਾ ਇਮੇਜ ਖਰਾਬ ਹੋਏਗਾ।
ਔਰ ਇਹ ਸਟੋਰੀ ਹੈ ਜਿਹੜੀ ਹੈ ਕਰਨ ਵਾਲਾ ਵੀ ਇੱਕ ਹਿੰਦੂ ਹੈ ਸੱਜਣ ਸੌਤਿਕ ਵਿਸ਼ਵਾਸ ਕਿ ਆਜ਼ਾਦੀ ਦੇ ਬਾਅਦ ਵੀ ਦਲਿਤਾਂ ਨੂੰ ਪਾਸਪੋਰਟ ਕਿਉਂ ਨਹੀਂ ਸੀ ਦਿੰਦੀ ਭਾਰਤ ਸਰਕਾਰ। ਔਰ ਇਹ 1967 ਦੇ ਵਿੱਚ ਫਿਰ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਪਾਸਪੋਰਟ ਰੱਖਣਾ ਤੇ ਬਾਹਰ ਜਾਣਾ ਹਰ ਸਿਟੀਜ਼ਨ ਦਾ ਫੰਡਾਮੈਂਟਲ ਰਾਈਟ ਹੈ। ਔਰ ਇਹ ਇਤਿਹਾਸਕ ਫੈਸਲਾ ਸੀ। ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਪਾਸਪੋਰਟ ਮਿਲਣੇ ਸ਼ੁਰੂ ਹੋਏ। ਇਸ ਤੋਂ ਪਹਿਲਾਂ ਜਿਹੜੇ ਭਾਰਤ ਦੇ ਮਜ਼ਦੂਰ ਈਵਨ ਮਲਾਇਆ, ਸ੍ਰੀਲੰਕਾ ਔਰ ਬਰਮਾ ਜਿਹੜਾ ਅੱਜ ਮਿਆਂਮਾਰ ਹੈ ਉੱਥੇ ਮਜ਼ਦੂਰੀ ਕਰਦੇ ਸੀ ਜਾਂ ਉਹਨਾਂ ਦੇ ਕੋਈ ਹੋਰ ਮੀਨੀਅਲ ਜੌਬ ਕਰਦੇ ਸੀ, ਉਹਨਾਂ ਨੂੰ ਪਾਸਪੋਰਟ ਜਿਹੜਾ ਉਹ ਡਿਨਾਈ ਕੀਤਾ ਗਿਆ। ਔਰ ਇਹ BBC ਦੀ ਸਟੋਰੀ ਮੁਤਾਬਕ ਕਿ 10 ਲੱਖ ਤੋਂ ਜ਼ਿਆਦਾ ਇਸ ਕੈਟਾਗਰੀ ਦੇ ਉਹ ਮਜ਼ਦੂਰ ਸੀ ਜਿਨ੍ਹਾਂ ਨੂੰ ਜਿਹੜਾ ਇਸ ਕਰਕੇ ਪਾਸਪੋਰਟ ਡਿਨਾਈ ਕੀਤਾ ਗਿਆ ਕਿ ਤੁਸੀਂ ਜਿਹੜਾ ਭਾਰਤ ਦਾ ਇਮੇਜ ਬਾਹਰ ਖਰਾਬ ਕਰੋਗੇ। ਔਰ ਇਸ ਦੇ ਉੱਤੇ ਇਹ ਜਿਹੜੀ ਹੈ ਈਵਨ ਯੂਨੀਵਰਸਿਟੀ ਆਫ ਐਕਸਟਰ ਦੇ ਨਾਲ ਹਿਸਟੋਰੀਅਨ ਹੈਗੀ ਅਕਾਲਥਮਕ ਨਟਰਾਜਨ, ਉਹਨਾਂ ਨੇ ਕਿਹਾ ਕਿ ਵੀ ਇਹ ਉਸ ਵੇਲੇ ਭਾਰਤ ਸਰਕਾਰ ਇਹ ਸਮਝਦੀ ਸੀ ਕਿ ਜਿਹੜਾ ਪਾਸਪੋਰਟ ਰੱਖਣ ਵਾਲਾ ਹੈ ਉਹ ਸਾਡੀ ਤਹਿਜ਼ੀਬ ਦੀ ਤਰਜਮਾਨੀ ਕਰਦਾ ਹੈ ਔਰ ਜੇ ਉਹ ਇੱਕ ਮਜ਼ਦੂਰ ਔਰ ਕੁਲੀ ਦੇ ਰੂਪ ਦੇ ਵਿੱਚ ਬਾਹਰ ਜਾ ਕੇ ਜਾਏਗਾ ਤੇ ਇਸ ਦੇ ਨਾਲ ਭਾਰਤ ਦਾ ਇਮੇਜ ਖਰਾਬ ਹੋਏਗਾ, ਇਸ ਲਈ ਉਹਨੂੰ ਪਾਸਪੋਰਟ ਨਹੀਂ ਸੀ ਦਿੱਤਾ ਜਾਂਦਾ। ਉਹਨਾਂ ਨੇ ਕਿਹਾ ਵੀ ਆਜ਼ਾਦੀ ਤੋਂ ਬਾਅਦ ਵੀ ਇਹ ਨੀਤੀਆਂ 1967 ਤੱਕ ਨਹੀਂ ਸੀ ਬਦਲੀਆਂ ਔਰ ਇਸ ਦੇ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਸੀ ਕਿ ਅਨਵਾਂਟਡ ਸਿਟੀਜ਼ਨਸ, ਕਿ ਇਹ ਸਾਨੂੰ ਵਾਂਟਡ ਨਹੀਂ ਨੇ, ਸਾਡਾ ਇਮੇਜ ਖਰਾਬ ਕਰਦੇ ਨੇ। ਔਰ ਦਿਲਚਸਪ ਗੱਲ ਇਹ ਹੈ ਵੀ ਇਸ ਮਾਮਲੇ 'ਚ ਬ੍ਰਿਟਨ ਵਾਲੇ ਵੀ ਭਾਰਤ ਸਰਕਾਰ ਨੂੰ ਦੀ ਪਿੱਠ ਠੋਕਦੇ ਸੀ ਕਿਉਂਕਿ ਉਹ ਸਾਰੇ ਹੈ ਤਾਂ ਬ੍ਰਿਟਿਸ਼ ਸਬਜੈਕਟ ਸੀ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਨੈਸ਼ਨੈਲਿਟੀ ਬ੍ਰਿਟਿਸ਼ ਨੈਸ਼ਨੈਲਿਟੀ ਐਕਟ 1948 'ਚ ਬ੍ਰਿਟਨ ਨੇ ਬਣਾਇਆ ਉਹਦੇ ਥੱਲੇ ਬੇਸ਼ੱਕ ਉਹਨਾਂ ਨੇ ਭਾਰਤੀ ਜਿਹੜੇ ਸੀ ਉਹਨਾਂ ਨੂੰ ਬ੍ਰਿਟਨ ਆਉਣ ਦੀ ਆਜ਼ਾਦੀ ਦਿੱਤੀ, ਲੇਕਿਨ ਜਿਹੜੇ ਮਜ਼ਦੂਰੀ ਕਰ ਰਹੇ ਸੀ ਭਾਰਤ ਦੇ ਬਾਹਰਲੇ ਮੁਲਕਾਂ 'ਚ ਬ੍ਰਿਟਨ ਨੇ ਭਾਰਤ ਦੇ ਨਾਲ ਉਹਨਾਂ ਦੇ ਕੋਲ ਕਿਉਂਕਿ ਪਾਸਪੋਰਟ ਹੀ ਨਹੀਂ ਸੀ ਇੰਡੀਅਨ, ਇਸ ਲਈ ਉਹ ਬ੍ਰਿਟਨ ਵੀ ਆ ਕੇ ਸੈਟਲ ਨਹੀਂ ਸੀ ਹੋ ਸਕਦੇ। ਔਰ ਇਸ ਦੇ ਉੱਤੇ ਬ੍ਰਿਟਨ ਨੇ ਜਿਹੜਾ ਉਹ 1958 ਦੇ ਵਿੱਚ ਬੜੀ ਸ਼ੁਕਰਗੁਜ਼ਾਰੀ ਭਾਰਤ ਨੂੰ ਦਿਖਾਈ ਕਿ ਜੀ ਦੇਖੋ ਤੁਹਾਡੀ ਇਸ ਨੀਤੀ ਨੇ ਸਾਨੂੰ ਜਿਹੜਾ ਉਹ ਸੇਵ ਕੀਤਾ ਹੈ। ਔਰ ਫਿਰ ਇਸੇ ਹੀ BBC ਸਟੋਰੀ ਦਾ ਹੈ ਕਿ ਦਲਿਤਾਂ ਨੂੰ ਕਿਉਂ ਨਹੀਂ ਸੀ ਦਿੱਤਾ ਜਾਂਦਾ ਪਾਸਪੋਰਟ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਸ਼ਡਿਊਲ ਕਾਸਟ ਜਾਂ ਦਲਿਤ ਸਮਾਜ ਨੂੰ ਪਾਸਪੋਰਟ ਨਹੀਂ ਸੀ ਦਿੱਤਾ ਜਾਂਦਾ। ਔਰ ਇਸ ਵੇਲੇ ਭਾਰਤ ਦੀ ਆਬਾਦੀ 1.5 ਅਰਬ ਹੈ ਔਰ ਹਿੱਸੇਦਾਰੀ ਦਲਿਤ ਪਾਪੂਲੇਸ਼ਨ 23 ਕਰੋੜ ਹੈ, ਲੇਕਿਨ ਇਸ ਦੇ ਨਾਲ ਨਾਲ ਜਿਹੜਾ 60ਵਿਆਂ ਤੱਕ ਈਵਨ ਮੈਂਬਰ ਪਾਰਲੀਮੈਂਟ MLA ਔਰ ਜਿਹੜੇ MLC ਸੀ ਉਹਨਾਂ ਨੂੰ ਵੀ ਜਿਹੜੇ ਦਲਿਤ ਸੀ ਉਹ ਕਹਿੰਦੇ ਸੀ ਕਿ ਫਾਈਨੈਂਸ਼ੀਅਲ ਸਟੇਟਮੈਂਟ ਦਿਖਾਓ ਕਿ ਭਾਈ ਤੁਹਾਡੇ ਕੋਲ ਕੀ ਹੈ, ਤਾਂ ਹੀ ਤੁਹਾਨੂੰ ਅਸੀਂ ਸਿਟੀਜ਼ਨਸ਼ਿਪ ਔਰ ਬਾਹਰ ਜਾਣ ਦਾ ਜਿਹੜਾ ਪਾਸਪੋਰਟ ਦੇਵਾਂਗੇ। ਔਰ ਇਹਦੇ 'ਚ ਉਹਨਾਂ ਨੇ ਫਿਰ ਇਹ ਦੇਖਿਆ ਕਿ ਰੋਕਿਆ ਕਿਵੇਂ ਜਾਏ ਦਲਿਤਾਂ ਨੂੰ ਜਦੋਂ ਹੱਕ ਮਿਲ ਵੀ। ਉਹਨਾਂ ਨੇ ਕਿਹਾ ਜੀ ਅੰਗਰੇਜ਼ੀ ਦਾ ਟੈਸਟ ਪਾਸ ਕਰਨਾ ਬੜਾ ਜ਼ਰੂਰੀ ਹੈ ਪਾਸਪੋਰਟ ਲੈਣ ਲਈ। ਹੁਣ ਪਾਸਪੋਰਟ ਲੈਣ ਲਈ ਕਿਉਂਕਿ ਉਹਨਾਂ ਵਿਚਾਰਿਆਂ ਨੂੰ ਤਾਂ ਉਹ ਤਾਂ ਮਜ਼ਦੂਰੀ ਕਰਦੇ ਨੇ, ਇਹ ਵੀ ਉਹਨਾਂ ਦੇ ਨਾਲ ਉਹਨਾਂ ਨੇ ਸ਼ਰਤ ਲਾ ਦਿੱਤੀ। ਜਦੋਂ ਦੇ ਵੀ ਦਿੱਤਾ ਹੱਕ, ਫਿਰ ਕਿਹਾ ਜੀ ਵੀ ਪਾਸਪੋਰਟ ਤਾਂ ਤੁਹਾਨੂੰ ਮਿਲੇਗਾ ਕਿ ਤੁਹਾਡੇ ਕੋਲ ਸਰਟਨ ਅਮਾਊਂਟ ਮਨੀ ਸ਼ੋਅ ਕਰਨਾ ਹੋਏਗਾ ਕਿਉਂਕਿ ਤੁਸੀਂ ਬਾਹਰ ਜਾਓਗੇ ਕਿਵੇਂ। ਮਤਲਬ ਇਹੀ ਸੀ ਕਿ ਦਲਿਤਾਂ ਤੇ ਆਦੀਵਾਸੀਆਂ ਨੂੰ ਇਹੀ ਨਹੀਂ ਵੀ ਅੱਜ ਉਹਨਾਂ ਦਾ 9 ਸਾਲ ਦਾ ਨਿਆਣਾ ਕੁੱਟ-ਕੁੱਟ ਕੇ ਮਾਰ ਦਿੱਤਾ, ਲੇਕਿਨ ਉਸ ਤੋਂ ਪਹਿਲਾਂ ਈਵਨ ਪਾਸਪੋਰਟ ਤੱਕ ਦਾ ਵੀ 1967 ਤੱਕ ਅੰਦਾਜ਼ਾ ਲਾਓ। ਇਹ ਉਹ ਨਹਿਰੂ ਸੋਸ਼ਲਿਸਟ ਸਭ ਨੂੰ ਔਰ ਕਾਂਗਰਸ ਉਹਨਾਂ ਦਾ ਇਹ ਹਾਲ ਸੀ ਜਿਨ੍ਹਾਂ ਦੇ ਕੋਲ ਹਕੂਮਤ ਸੀ ਕਿ ਦਲਿਤਾਂ ਮਜ਼ਦੂਰਾਂ ਆਦੀਵਾਸੀਆਂ ਨੂੰ ਪਾਸਪੋਰਟ ਲੈਣ ਦਾ ਹੱਕ ਵੀ ਨਹੀਂ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਨ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਚੀਨ ਦੇ ਹਵਾਲੇ ਨਾਲ ਕਿ ਤਾਈਵਾਨ ਦੇ ਮੁੱਦੇ ਤੇ ਅਮਰੀਕਾ ਅਤੇ ਚੀਨ ਵਿੱਚ ਤਨਾਤਨੀ ਜਿਹੜੀ ਹੈ ਬਰਾਬਰ ਜਾਰੀ ਹੈ। ਇਸੇ ਦੌਰਾਨ ਚੀਨ ਦਾ ਇੱਕ ਸਪਾਈ ਸ਼ਿਪ श्रीलंका की बंदरगाह ते आ गया है जिथे उसने एक हफ्ता
ਪੜਾਅ ਕਰਨਾ ਹੈ। ਸੋ ਇਸ ਨੂੰ ਲੈ ਕੇ ਭਾਰਤ ਵੱਲੋਂ ਚਿੰਤਾ ਦਾ ਇਜ਼ਹਾਰ ਵੀ ਕੀਤਾ ਗਿਆ ਹੈ ਔਰ ਪ੍ਰੋਟੈਸਟ ਵੀ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚਰਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਮਰੀਕਾ ਔਰ ਚੀਨ ਦੇ ਵਿਚਾਲੇ ਤਾਈਵਾਨ ਦੇ ਮੁੱਦੇ ਨੂੰ ਲੈ ਕੇ ਜਿਹੜੀ ਕਸ਼ਮਕਸ਼ ਹੈ ਉਹ ਕਾਫੀ ਵੱਧ ਰਹੀ ਹੈ, ਕਿਉਂਕਿ ਪਹਿਲਾਂ ਤਾਂ US ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਸਪੀਕਰ ਨੈਂਸੀ ਪੈਲੋਸੀ ਜਿਹੜੀ ਹੈ ਤਾਈਵਾਨ ਗਈ ਜੀ। ਚੀਨ ਨੇ ਸਟਰੋਂਗਲੀ ਰਿਐਕਟ ਕੀਤਾ। ਜਦੋਂ ਵਾਪਸ ਆ ਗਈ ਚੀਨ ਨੇ ਕਈ ਦਿਨ ਡਰਿਲਸ ਦੇ ਨਾਂ ਥੱਲੇ ਉਸ ਦੀ ਹਵਾਈ ਔਰ ਪਾਣੀ ਰਾਹੀਂ ਆਲਮੋਸਟ ਨਾਕਾਬੰਦੀ ਕੀਤੀ ਤਾਈਵਾਨ ਦੀ। ਫਿਰ ਲੱਗਦਾ ਫਿਰ ਚੀਨ ਨੇ ਕਿਹਾ ਜੀ ਸਾਡਾ ਪੂਰਾ ਹੋ, ਕਿਉਂਕਿ ਤਾਈਵਾਨ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕੀਤੀ। ਪਰ ਇਹ ਗੱਲ ਹੁਣ ਅੱਗੇ ਤੋਰ ਦਿੱਤੀ ਗਈ ਹੈ ਕਿ ਨੈਂਸੀ ਪੈਲੋਸੀ ਤੋਂ ਬਾਅਦ ਹੁਣ ਕੁਝ ਕਾਂਗਰਸਮੈਨਾਂ ਦਾ ਡੈਲੀਗੇਸ਼ਨ ਵੀ ਤਾਈਵਾਨ ਪਹੁੰਚ ਗਿਆ। ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਚਾਈਨਾ ਨੂੰ ਪ੍ਰਵੋਕ ਕਰਨ ਦੀ ਲਾਈਨ ਹੈ ਉਹ ਬਰਾਬਰ ਜਾਰੀ ਹੈ। ਇਹਦੇ ਬਾਵਜੂਦ ਕਿ ਅਸੀਂ ਯੂਕਰੇਨ ਔਰ ਰਸ਼ੀਆ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਯੂਕਰੇਨ ਨੇ ਕ੍ਰਾਈਮੀਆ ਦੇ ਵਿੱਚ ਵੀ ਜਿਹੜਾ ਅਟੈਕ ਕੀਤਾ, ਰਸ਼ੀਆ ਨੇ ਕਿਹਾ ਕਿ ਸਾਬੋਤਾਜ ਹੈ। ਸੋ ਇੱਧਰ ਵੀ ਫਲੇਅਰ ਅਪ ਹੋ ਸਕਦਾ ਹੈ। ਯੂਕਰੇਨ ਵਾਲੇ ਜਿੱਥੇ ਸਭ ਤੋਂ ਵੱਡਾ ਯੂਰਪ ਦਾ ਨਿਊਕਲੀਅਰ ਪਲਾਂਟ ਹੈ ਉਹਦੇ ਉੱਤੇ ਵੀ ਮਿਸਾਈਲਾਂ ਮਾਰ ਰਹੇ ਨੇ ਔਰ ਮੁੜ ਕੇ ਉੱਥੇ ਵੀ ਨਿਊਕਲੀਅਰ ਐਕਸੀਡੈਂਟ ਹੋ ਸਕਦਾ ਹੈ ਚਰਨੋਬਿਲ ਦੀ ਲਾਈਨ ਦੇ ਉੱਤੇ। ਲੇਕਿਨ ਇਸ ਸਾਰੇ ਦੇ ਉੱਤੇ ਜਦੋਂ ਹੁਣ ਅਮਰੀਕਾ ਨੇ ਦੁਬਾਰਾ ਕਾਂਗਰਸਮੈਨ ਜਿਹੜੇ ਅਮਰੀਕਾ ਦੇ ਗਏ ਨੇ ਉੱਥੇ, ਚੀਨ ਨੇ ਇਸ ਦੇ ਉੱਤੇ ਫਿਰ ਸਟਰੋਂਗਲੀ ਰਿਐਕਟ ਕੀਤਾ ਹੈ ਔਰ ਉਹਨਾਂ ਨੇ ਵੀ ਅੱਗੋਂ ਆਪਣੀਆਂ ਜਿਹੜੀਆਂ ਮਿਲਟਰੀ ਡਰਿਲਸ ਨੇ ਉਹ ਸ਼ੁਰੂ ਕਰ ਦਿੱਤੀਆਂ ਤਾਈਵਾਨ ਦੇ ਉੱਤੇ ਔਰ ਆਪਣਾ ਪੂਰਾ ਤਾਮ-ਝਾਮ ਦੇ ਨਾਲ ਉਹ ਚੜ ਗਏ ਉਹ ਸਾਰੇ ਤੇ ਫਿਰ ਜਵਾਬ ਦੇਣ ਲਈ। ਔਰ ਇਸ ਦੇ ਉੱਤੇ ਅਮਰੀਕਾ ਨੇ ਅੱਜ ਜਦੋਂ UK ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਕਿਉਂਕਿ ਹੁਣ ਅਮਰੀਕਾ UK ਫੋਰਨ ਪਾਲਿਸੀ ਤਾਂ ਇੱਕੋ ਹੀ ਹੈ। UK ਫੋਰਨ ਸੈਕਟਰੀ ਲਿਜ਼ ਟਰਸ ਸਮਨਸ ਚਾਈਨੀਜ਼ ਐਂਬੈਸਡਰ ਓਵਰ ਮਿਲਟਰੀ ਡਰਿਲਸ ਨੀਅਰ ਤਾਈਵਾਨ ਔਰ ਉਹਦੇ 'ਚ ਉਹਨਾਂ ਨੇ ਜਿਹਨੂੰ ਤਲਬ ਕੀਤਾ ਜਾਂਦਾ ਹੈ ਇੱਕ ਡਿਪਲੋਮੈਟਿਕ ਸਨੱਬ ਹੁੰਦਾ ਹੈ ਔਰ UK ਦੀ ਫੋਰਨ ਸੈਕਟਰੀ ਲਿਜ਼ ਟਰਸ ਨੇ ਚਾਈਨਾ ਦੇ ਐਂਬੈਸਡਰ ਨੂੰ ਤਲਬ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਭਾਈ ਇਹ ਬੰਦ ਕਰੋ, ਤੁਸੀਂ ਜਿਹੜਾ ਇਹ ਮਿਲਟਰੀ ਡਰਿਲ ਜਿਹੜੀਆਂ ਨੇ ਤਾਈਵਾਨ ਤੇ ਕਰ ਰਹੇ ਹੋ। ਹੁਣ ਇਸ ਸਾਰੇ ਦੇ ਨਾਲ ਨਾਲ ਭਾਰਤ ਵੀ ਵਿੱਚ ਇਸ ਦੇ ਘੜੀਸਿਆ ਜਾਂਦਾ ਹੈ। ਉਸ ਦੇ ਲਈ ਇਹ ਕਿ ਚਾਈਨਾ ਦਾ ਸਪਾਈ ਸ਼ਿਪ ਜਿਹੜਾ ਪਹਿਲਾਂ 11 ਅਗਸਤ ਨੂੰ ਡਾਕ ਕਰਨਾ ਸੀ, ਉਹਨਾਂ ਦੀ ਸ੍ਰੀਲੰਕਾ ਦੀ ਜਿਹੜੀ ਬੰਦਰਗਾਹ ਪੋਰਟ ਹੈ ਹੈਮਬੈਂਟੋਟਾ, ਇੰਡੀਆ ਨੇ ਕਿਉਂਕਿ ਲੰਕਾ ਦਾ ਕ੍ਰਾਈਸਿਸ ਚੱਲ ਰਿਹਾ ਫਾਈਨੈਂਸ਼ੀਅਲ, ਇੰਡੀਆ ਨੇ $3.5 ਬਿਲੀਅਨ ਦਿੱਤੇ ਨੇ ਔਰ ਉਹਦੇ ਥੱਲੇ ਥੋੜਾ ਇੰਡੀਆ ਦਾ ਦਬਾਅ ਬਣਿਆ ਔਰ ਉਹਨੇ ਲੰਕਾ ਨੇ 5 ਦਿਨ ਡਿਲੇ ਕੀਤਾ। ਲੇਕਿਨ ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਚਾਈਨਾ ਦਾ, ਜਿਹਨੂੰ ਇਹ ਸਪਾਈ ਸ਼ਿਪ ਕਹਿ ਰਹੇ ਨੇ, ਚਾਈਨਾ ਤਾਂ ਕਹਿ ਰਿਹਾ ਜੀ ਅਸੀਂ ਸੈਟੇਲਾਈਟ ਔਰ ਦੂਜੇ ਤੀਜੇ ਉਹਨੂੰ ਮੋਨੀਟਰ ਕਰਦੇ ਹਾਂ, ਉਹ ਡਕ ਕੀਤਾ ਇਹਨਾਂ ਦੀ ਹੈਮਬੈਂਟੋਟਾ ਪੋਰਟ ਦੇ ਉੱਤੇ ਔਰ ਅਗਲੇ ਇੱਕ ਹਫ਼ਤੇ ਤੱਕ 5 ਤੋਂ 7 ਦਿਨ ਸ਼ਾਇਦ ਮੈਂ ਕਿਤੇ ਦੇਖਿਆ ਇਹ ਰਹੇਗਾ। ਇਹਨੇ ਫਰਦਰ ਕ੍ਰਾਈਸਿਸ ਕੀਤਾ ਹੈ। ਐਮਿਡ ਇੰਡੀਆਜ਼ ਕੰਸਰਨਸ ਚਾਈਨੀਜ਼ ਸਪਾਈ ਸ਼ਿਪ ਡਾਕਸ ਐਟ ਲੰਕਨ ਪੋਰਟ, ਬੀਜਿੰਗ ਸੇਜ਼ ਵੈਸਲ ਨਾਟ ਥ੍ਰੈਟ ਟੂ ਸਿਕਿਉਰਿਟੀ ਇੰਟਰਸਟ ਆਫ ਐਨੀ ਕੰਟਰੀ ਔਰ ਲੇਕਿਨ ਕਿਉਂਕਿ ਇਸ ਦੇ ਵਿੱਚ ਬੈਲਿਸਟਿਕ ਮਿਸਾਈਲ ਔਰ ਸੈਟੇਲਾਈਟ ਟਰੈਕਿੰਗ ਸ਼ਿਪ ਹੈ ਯੂੰਗ ਵੈਂਗ 5, ਸੋ ਇਹਨੇ ਇੱਕ ਹੋਰ ਜਿਹੜੀ ਹੈ ਕਸ਼ਮਕਸ਼ ਪੈਦਾ ਕੀਤੀ ਹੈ। ਹੁਣ ਇੰਡੀਆ ਨੇ ਇਹ ਵੀ ਕਿਹਾ ਇੰਡੀਆ ਸਿਕਿਉਰਿਟੀ ਐਸਟੈਬਲਿਸ਼ਮੈਂਟ ਕੀਪਿੰਗ ਆਈ ਔਨ ਵਿਜ਼ਿਟ ਆਫ ਚਾਈਨੀਜ਼ ਸ਼ਿਪ ਟੂ ਸ੍ਰੀਲੰਕਾ, ਅਸੀਂ ਅੱਖ ਵੀ ਰੱਖ ਰਹੇ ਹਾਂ। ਔਰ ਚੀਨ ਨੇ ਥੋੜਾ ਜਿਹਾ ਭਾਰਤ ਨੂੰ ਸਨੱਬ ਕੀਤਾ ਹੈ ਕਿ ਵੀ ਐਵੇਂ ਤੁਸੀਂ ਖਾਮਖਾ ਜਿਹੜਾ ਹਰ ਗੱਲ ਦੇ ਵਿੱਚ ਪ੍ਰੋਵੋਕੇਸ਼ਨ ਨਾ ਲਿਆਓ। China earlier slammed New Delhi's apprehensions as unjustified, morally irresponsible, and urged New Delhi to not disturb normal exchanges between two countries. ਉਹਨਾਂ ਕਿਹਾ ਵੀ ਬੰਦ ਕਰੋ ਇਹ ਤੁਸੀਂ ਹਰ ਗੱਲ ਦੇ ਉੱਤੇ ਪ੍ਰੋਟੈਸਟ ਪਹਿਲਾਂ ਵੀ ਤੁਸੀਂ ਕੀਤਾ, ਇਹ ਸਾਡਾ ਹੱਕ ਹੈ ਔਰ ਅਸੀਂ ਜਿਹੜਾ ਹੈ ਉਹ I want to stress again that marine scientific research activities of Yuan Wang 5 ships are consistent with international law ਐਂਡ ਇੰਟਰਨੈਸ਼ਨਲ ਕਾਮਨ ਪ੍ਰੈਕਟਿਸ ਹੈ, ਚਾਈਨਾ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਵੈਂਗ ਵੈਨਬਿਨ ਨੇ ਕਿਹਾ। ਸੋ ਇਹ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਇਹਨਾਂ ਸਾਰੀਆਂ ਖਬਰਾਂ ਦਾ ਜਾਂ ਉਹਦੇ ਤੇ ਕਮੈਂਟ ਕਰਦੇ ਹਾਂ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਜਦੋਂ ਵੀ ਦੁਨੀਆ ਦੇ ਵਿੱਚ ਚੇਂਜਸ ਹੁੰਦੀਆਂ ਨੇ, ਨਵੇਂ ਮੁਲਕ ਬਣਦੇ ਨੇ ਜਾਂ ਈਵਨ ਟਕਰਾਅ ਜੰਗ ਹੁੰਦੇ ਨੇ,
ਫਿਰ ਇਸ ਦੇ ਉੱਤੇ ਅੱਖ ਰੱਖੀ ਜਾਣੀ ਚਾਹੀਦੀ ਹੈ। ਕੱਲਾ ਇਹੀ ਨਾ ਦੇਖੀਏ ਕਿ ਪੰਜਾਬ 'ਚ ਬਿਕਰਮਜੀਤ ਮਜੀਠੀਆ ਆ ਗਿਆ, ਉਹਦੀ ਭੈਣ ਨੇ ਕਹਿ ਦਿੱਤਾ ਜੀ ਅਕਾਲੀ ਦਲ 'ਚ ਜਾਨ ਪੈ ਗਈ, ਨਹੀਂ, ਔਰ ਦੂਸਰੇ ਜਿਹੜੇ ਨੇ ਇਦਾਂ ਦੀਆਂ ਖਬਰਾਂ, ਭਗਵੰਤ ਮਾਨ ਨੇ ਰੰਗਲਾ ਪੰਜਾਬ ਕਹਿ ਦਿੱਤਾ ਕਿ ਜੀ ਰੰਗਲਾ, ਉਹ ਤਾਂ ਵਿਚਾਰੇ ਲਈ ਹਰ ਸ਼ਾਮ ਹੀ ਰੰਗਲੀ ਹੁੰਦੀ ਹੈ, ਜਦੋਂ ਜਿਹੜੀ ਹੈ ਉਹ ਲਾਲ ਪਰੀ ਅੰਦਰ ਜਾਂਦੀ ਹੈ ਤਾਂ ਸਭ ਕੁਝ ਹੀ ਰੰਗਦਾਰ ਨਜ਼ਰ ਆਉਂਦਾ। ਹੁਣ ਭਗਵੰਤ ਮਾਨ ਨੂੰ ਤੇ ਅੱਗੇ ਰਾਤ ਵੀ ਨਜ਼ਰ ਆਉਂਦਾ ਸੀ, ਹੁਣ ਦਿਨੇ ਵੀ ਰੰਗਲਾ ਹੀ ਨਜ਼ਰ ਆਉਂਦਾ, ਕਿਉਂਕਿ ਕੇਜਰੀਵਾਲ ਨੂੰ ਨਜ਼ਰ ਆਉਂਦਾ। ਸੋ ਅਸੀਂ ਬਹੁਤ ਵਾਰ ਉਸੇ 'ਚ ਹੀ ਫਸੇ ਹੁੰਦੇ ਹਾਂ। ਪਰ ਇਹ ਦਿਲਚਸਪ ਜਿਹੜਾ ਸਿਨੈਰੀਓ ਵੀ ਬਣ ਰਿਹਾ, ਖਤਰਨਾਕ ਵੀ ਹੈ ਕਿਉਂਕਿ ਸਾਡੇ ਗੁਆਂਢ ਦੇ ਵਿੱਚ ਹੋ ਰਿਹਾ, ਪਰ ਇਹਦੇ ਲਈ ਵੀ ਸਾਨੂੰ ਜਿਹੜਾ ਹੈ ਉਹ ਸਜਗ ਵੀ ਹੋਣਾ ਚਾਹੀਦਾ। ਔਰ ਅੱਜ ਜਿਵੇਂ ਕਿ ਜਦੋਂ ਅਸੀਂ ਉਸ ਖਿੱਤੇ ਦੇ 6 ਮੌਸਮ ਔਰ ਉੱਥੋਂ ਦੇ ਮਹੀਨਿਆਂ ਦਾ ਜ਼ਿਕਰ ਕਰੀਏ ਤੇ ਜੇਠ ਹਾੜ ਲੰਘ ਗਏ, ਗਰਮੀ ਦੇ ਮਹੀਨੇ, ਫਿਰ ਅਸੀਂ ਸਾਵਣ ਜੇਠ ਹਾੜ ਤੱਪੇ, ਸਾਵਣ ਭਾਦੋ ਵਸੇ, ਸਾਵਣ ਦਾ ਮਹੀਨਾ ਜਿਹੜਾ ਅੱਜ ਖਤਮ ਹੋਇਆ, ਕੱਲ ਖਤਮ ਹੋਇਆ, ਅੱਜ ਨਵਾਂ ਜਿਹੜਾ ਮਹੀਨਾ ਹੈ ਭਾਦੋ ਦਾ, ਉਸ ਦੀ ਸ਼ੁਰੂਆਤ ਹੋਈ ਹੈ। ਔਰ ਗੁਰੂ ਸਾਹਿਬਾਨ ਦੀ ਬਾਣੀ, ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ, ਇਹਨਾਂ ਹੀ 12 ਮਹੀਨਿਆਂ ਨੂੰ ਆਧਾਰ ਬਣਾ ਕੇ ਜਿਹੜੇ ਨੇ 12ਵਾਂ ਮਾਝ ਹੈ ਗੁਰੂ ਅਰਜਨ ਸਾਹਿਬ ਦਾ, ਜਿਸ ਤੇ ਅਸੀਂ ਜਦੋਂ ਭਾਦੋ ਦਾ ਮਹੀਨਾ ਉਸ ਬਾਰੇ ਵਿਚਾਰ ਰੱਖੇ ਜਾਂਦੇ ਨੇ। ਸੋ ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਲੱਖ ਸਿਗਾਰ ਬਣਾਇਆ, ਕਾਰਜ ਨਾਹੀ ਕੇਤ, ਜਿਤ ਦਿਨ ਦੇ ਬਿਨਸ ਸੀ, ਤਿਤ ਵੇਲੇ ਕਹਿ ਸਨ ਪ੍ਰੇਤ। ਉਸ ਦੇ ਥੱਲੇ ਗੁਰੂ ਸਾਹਿਬ ਦਾ ਉਪਦੇਸ਼ ਹੈ। ਲੇਕਿਨ ਅਸੀਂ ਕਿਉਂਕਿ ਵਿਚਾਰ ਲਈ 12ਵਾਂ ਜਿਹੜਾ ਰਾਗ ਤੁਖਾਰੀ ਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਦਾ, ਉਸ ਨੂੰ ਲੈਂਦੇ ਆ ਵਿਚਾਰ ਲਈ, ਤੇ ਅੱਜ ਭਾਦੋ ਦੇ ਮਹੀਨੇ 'ਚ ਪਹਿਲੀ ਭਾਦੋ ਦਾ ਦਿਨ ਹੈ। ਔਰ ਇਹ ਗੁਰੂ ਸਾਹਿਬ ਦਾ ਫਰਮਾਨ ਹੈ, ਭਾਦੋ ਭਰਮ ਭੁੱਲੀ, ਪਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ, ਬਰਸ ਰੁੱਤੇ ਰੰਗ ਮਾਣੀ, ਬਰਸੈ ਨਿਸ ਕਾਲੀ, ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ, ਭੁਯੰਗਮ ਫਿਰੈ ਡਸੰਤੇ, ਮੱਛਰ ਡੰਗ ਸਾਇਰ ਪਰ ਸੁਭਰ, ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋ ਗੁਰ ਆਪਣੇ, ਜੈ ਪ੍ਰਭ ਤੈ ਹੀ ਜਾਈਏ। ਹੁਣ ਤੁਸੀਂ ਆਪਣਾ ਪੰਜਾਬ, 5 ਦਰਿਆਵਾਂ ਦੀ ਧਰਤੀ, ਚੜ੍ਹਦਾ ਲਹਿੰਦਾ ਦੋਨਾਂ ਨੂੰ ਮਨ 'ਚ ਲਿਆਓ। ਸਾਵਣ ਭਾਦੋ ਦੀ ਝੜੀ, ਉਹ ਕਹਿੰਦੇ ਨੇ ਝੜੀ ਲੱਗੀ ਹੈ। ਹੁਣ ਉਸ ਝੜੀ ਦੇ ਵਿੱਚ ਕੀ ਹੈ, ਪਾਣੀ 4 ਚਫੇਰੇ ਤੇ ਡੱਡੂ ਵੀ ਨਿਕਲ ਕੇ ਟਰੈਂ ਟਰੈਂ ਕਰ ਰਹੇ ਨੇ, ਤਾਂ ਫਿਰ ਵਿੱਚ ਪਾਣੀ 'ਚ ਕਿਉਂਕਿ ਪਾਣੀ ਥੱਲੇ ਗਿਆ, ਜ਼ਮੀਨ ਦੀ ਚੂਹੇ ਦੀ ਖੁੱਡ ਤੇ ਪਤਾ ਨਹੀਂ ਸੱਪ ਦੀ ਡੁੱਡ ਕੇ, ਪਤਾ ਨਹੀਂ ਸੱਪ ਦੀ ਡੁੱਡ ਕੇ ਚੂਹੇ ਦੀ ਖੁੱਡ, ਸੱਪ ਵੀ ਬਾਹਰ ਨਿਕਲ ਆਉਂਦੇ ਨੇ। ਫਿਰ 4 ਚਫੇਰੇ ਉਹ ਵੀ ਪਾਣੀ 'ਚ ਤਰਦੇ ਤਰਦੇ ਡੰਗ ਵੀ ਮਾਰਦੇ ਨੇ। ਫਿਰ ਇਸੇ ਤਰ੍ਹਾਂ ਜਦੋਂ ਪਾਣੀ ਖੜਾ ਰਹਿੰਦਾ, ਸਾਵਣ ਦਾ ਮਹੀਨਾ ਹੀ ਜਿਹੜਾ ਉਹਨੇ ਬਰਸਾਤ ਮੌਨਸੂਨ ਲਿਆਂਦੀ, ਫਿਰ ਮੱਛਰ ਵੀ ਪੂਰਾ ਮਿਊਜ਼ਿਕ ਸੁਣਾਉਂਦੇ ਨੇ, ਜਿਹੜਾ ਹੈ ਉਹ ਐਸਾ ਮਿਊਜ਼ਿਕ ਕਿ ਵੀ ਮੱਛਰਦਾਨੀ ਦੇ ਵਿੱਚ ਵੀ ਇੱਕ ਅੱਧਾ ਵੜ ਜਾਏ ਤਾਂ ਸਾਰੀ। ਹੁਣ ਗੁਰੂ ਨਾਨਕ ਸਾਹਿਬ ਜਦੋਂ ਬਾਣੀ ਉਚਾਰਦੇ ਨੇ, ਉਹਨਾਂ ਦੇ ਸਾਹਮਣੇ ਆਪਣੀ ਧਰਤੀ ਦਾ ਉਹ ਸਾਰਾ ਨਜ਼ਾਰਾ ਹੈ, ਪਰ ਇਹ ਵੀ ਹੈ ਮੀਂਹ ਹੈ, ਮੌਸਮ ਗਰਮੀ ਨਿਕਲੀ ਹੈ, ਠੰਡ ਹੈ, ਮੋਰ ਵੀ ਜਿਹੜੇ ਨੇ ਉਹ ਮੋਰਾਂ ਵੀ ਪੈਲਾਂ ਪਾਉਂਦੇ ਨੇ। ਹੁਣ ਇਸ ਸਾਰੇ ਚੋਂ ਜਿਹੜਾ ਰੱਬ ਦਾ ਬੰਦਾ ਹੈ, ਰੱਬ ਦਾ ਫਕੀਰ ਹੈ, ਰੱਬ ਦਾ ਪੈਗੰਬਰ ਹੈ, ਰੱਬ ਦੀ ਗੱਲ ਕਰਨ ਵਾਲਾ, ਉਹ ਕੀ ਦੇਖੇਗਾ? ਹਰ ਚੀਜ਼ ਚੋਂ ਜਿਹੜਾ ਰੱਬ ਨਾਲ ਜੁੜਿਆ ਹੋਇਆ ਇਨਸਾਨ ਹੈ, ਬਦਲਦਾ ਮੌਸਮ ਹੋਏ, ਬਦਲਦੀਆਂ ਕੋਈ ਹੋਰ ਚੀਜ਼ਾਂ ਹੋਣ, ਆਲੇ ਦੁਆਲੇ ਮੌਤ ਹੋਏ, ਆਲੇ ਦੁਆਲੇ ਜਨਮ ਹੋਏ, ਉਸ ਸਭ ਨੂੰ ਉਹ ਰੱਬ ਦੀ ਵੱਡੀ ਵਡਿਆਈ ਦੇ ਨਾਲ ਜੋੜ ਕੇ ਹੀ ਦੇਖਦੇ ਨੇ। ਔਰ ਗੁਰੂ ਸਾਹਿਬ ਨੇ ਇਸ 'ਚ ਵੀ ਕਿ ਭਾਈ ਇੱਕ ਪਾਸੇ ਹੁਣ ਕਿਉਂਕਿ ਜਦੋਂ ਸਾਵਣ ਭਾਦੋ ਦੀ ਗੱਲ ਹੁੰਦੀ ਹੈ, ਬਰਸਾਤ ਦੀ ਗੱਲ ਹੁੰਦੀ ਹੈ, ਬਰਸਾਤ ਦੇ ਨਾਲ ਜੁੜੇ ਹੋਏ ਪ੍ਰੇਮ ਗੀਤ ਨੇ, ਮਿਲਾਪ ਦੀ ਗੱਲ ਹੈ, ਪਤੀ ਪਤਨੀ, ਜਿਹੜਾ ਪਤੀ ਪ੍ਰਦੇਸ਼ ਗਿਆ ਉਹਦੇ ਵਾਪਸ ਮੁੜਨ ਦਾ ਹੈ, ਕਿਉਂਕਿ ਇਹੀ ਮਹੀਨੇ ਨੇ ਜਦੋਂ ਬਾਹਰ ਤਾਂ ਕੰਮਕਾਰ ਨਹੀਂ ਹੁੰਦਾ, ਜਦੋਂ ਘਰ ਦੇ ਵਿੱਚ ਰਹਿ ਕੇ ਖੀਰ ਪੂੜਿਆਂ ਦੀ ਗੱਲ ਹੁੰਦੀ ਹੈ, ਇਹ ਸਾਰਾ ਸਾਂਝ ਦਾ ਮਾਹੌਲ ਹੈ। ਹੁਣ ਉੱਥੇ ਜਦੋਂ ਇਵੇਂ ਹੀ ਇੱਕ ਪਾਸੇ ਜਿਹੜਾ ਇਹਨਾਂ ਤੋਂ ਵਿਰਵ ਹੈ ਦੁਨਿਆਵੀ, ਇਸ ਸਾਰੇ ਤੋਂ, ਉਹਦੇ 'ਚ ਵੀ ਇੱਕ ਦੁੱਖ ਹੈ, ਤੇ ਜਿਹੜੀ ਰੂਹ ਰੱਬ ਦੇ ਨਾਲ ਭਿੱਜਣੀ ਚਾਹੀਦੀ ਸੀ, ਜੋ ਜਿਹਾ ਬਾਹਰ ਭਿੱਜਿਆਪਨ ਹੈ, ਉਹ ਵੀ ਇੱਕ ਦੁਹੇਲੀ ਹੈ। ਸੋ ਗੁਰੂ ਸਾਹਿਬ ਭਾਦੋ ਭਰਮ ਭੁੱਲੀ, ਪਰ ਜੋਬਨ ਪਛਤਾਣੀ, ਕਿ ਜੋਬਨਵਤੀ ਮੁਟਿਆਰ ਜੇ ਉਸ ਦਾ ਪਿਆਰਾ ਉਸ ਦੇ ਕੋਲ ਨਹੀਂ ਹੈ
ਤੇ ਉਹ ਗਵਾਚੀ ਹੋਈ ਵਾਂਗ ਹੈ, ਭੁੱਲਣ ਇਵੇਂ ਹੀ ਜਿਹੜੀ ਰੂਹ ਰੱਬ ਨਾਲੋਂ ਟੁੱਟੀ ਹੋਈ ਗਵਾਚੀ ਹੋਈ ਹੈ। ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ, ਚਾਰੇ ਪਾਸੇ ਜਲ ਥਲ ਹੈ। ਔਰ ਜੇ ਰੱਬ ਨਾਲ ਜੁੜਾਵ ਹੈ ਤੇ ਫਿਰ ਰੰਗ ਮਾਨਣ ਵਾਲੀ ਗੱਲ ਹੈ ਕਿ ਤੁਹਾਡੇ ਅੰਦਰ ਨਾਮ ਦਾ ਖੰਡਾ ਖੜਕਦਾ ਹੈ, ਸਿਮਰਨ ਦੀ ਤੁਹਾਡੇ ਅੰਦਰ ਜਿਹੜੀ ਆ ਉਹ ਤੇਜ਼ੀ ਦੇ ਨਾਲ ਤਾਂਘ ਪੈਦਾ ਹੁੰਦੀ ਹੈ। ਬਰਸੈ ਨਿਸ ਕਾਲੀ ਕਿਉਂ ਸੁਖ ਵਾਲੀ, ਹੁਣ ਕਾਲੀਆਂ ਰਾਤਾਂ ਨੇ, ਨਿਸ ਰਾਤ ਨੂੰ ਕਹਿੰਦੇ ਨੇ ਕਿ ਤੇਜ਼ੀ ਨਾਲ ਮੀਂਹ ਵਰਸ ਰਿਹਾ ਹੈ, ਪਰ ਕਿਉਂਕਿ ਬਾਲੀ ਪ੍ਰੀਤਮਾ ਦਾ ਪ੍ਰੀਤਮ ਕੋਲ ਨਹੀਂ ਹੈ, ਉਸ ਦੇ ਲਈ ਉਹ ਦੁੱਖ ਹੈ, ਉਹ ਹੋਰ ਵੀ ਪੀੜ ਹੈ ਉਹਨਾਂ ਉਸ ਮੌਸਮ ਦੇ ਵਿੱਚ ਪਿਆਰੇ ਦਾ ਸਾਥ ਨਾ ਹੋਣਾ। ਦਾਦਰ ਮੋਰ ਲਵੰਤੇ, ਕਿ ਦਾਦਰ ਡੱਡੂਆਂ ਨੂੰ ਕਹਿੰਦੇ ਨੇ, ਡੱਡੂ ਭੱਜੇ ਫਿਰ ਰਹੇ ਨੇ ਚਾਰ ਚਫੇਰੇ, ਮੋਰ ਜਿਹੜੇ ਨੇ ਉਹ ਪੈਲਾਂ ਪਾ ਰਹੇ ਨੇ। ਔਰ ਉਹ ਪੀੜ ਜਿਹੜੀ ਹੈ ਪਿਆਰੇ ਤੋਂ ਵਿਛੜਨ ਦੀ, ਰੱਬ ਤੋਂ ਵਿਛੜਨ ਦੀ ਹੋਰ ਵੀ ਇੰਟੈਂਸ ਹੁੰਦੀ ਹੈ। ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ, ਬਬੀਹਾ ਪਪੀਹਾ ਰੇਨ ਬਰਡ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ, ਉਹ ਪ੍ਰਿਓ ਪ੍ਰਿਓ ਕਰ ਰਿਹਾ ਆਪਣੇ ਆਨੰਦ ਦੇ ਵਿੱਚ। ਭਿਅੰਗਮ ਫਿਰੇ ਡਸੰਤੇ, ਭਿਅੰਗਮ ਕਹਿੰਦੇ ਨੇ ਸੱਪ ਨੂੰ, ਕਿ ਸੱਪ ਵੀ ਘੁੰਮ ਰਿਹਾ ਨੇ ਵੀ ਕਿਹਨੂੰ ਡੰਗਣਾ, ਇਹਨੂੰ ਚੰਬੜਿਆ ਉਹਨੂੰ ਡੰਗਣਾ। ਮੱਛਰ ਡੰਗ, ਹੁਣ ਮੱਛਰ ਵੀ ਪੀ ਪੀ ਕਰਕੇ ਆ ਗਏ ਨੇ, ਉਹ ਵੀ ਆਪਣਾ ਕੰਮ। ਸਾਇਰ ਭਰ ਸੁਭਰ, ਸਾਇਰ ਕਹਿੰਦੇ ਨੇ ਸਮੁੰਦਰਾਂ ਨੂੰ, ਸਮੁੰਦਰ ਦਰਿਆ ਨਾਲੇ ਪਾਣੀ ਨਾਲ ਭਰ ਸੁਭਰ, ਨੱਕੋ ਨੱਕ ਸਮੁੰਦਰ ਭਰੇ ਹੋਏ ਨੇ। ਬਿਨ ਹਰ ਕਿਉਂ ਸੁਖ ਪਾਈਏ, ਹੁਣ ਚਾਰ ਚਫੇਰੇ ਕੁਦਰਤ ਤਾਂ ਆਪਣੇ ਰਹਿਮ ਦੇ ਵਿੱਚ ਹੈ, ਆਪਣੀ ਪੂਰੀ ਉਹਨੇ ਸਰਸ਼ਾਰ ਕੀਤਾ ਹੋਇਆ ਹਰ ਥਾਂ ਨੂੰ, ਪਰ ਜੇ ਅੰਦਰ ਰੱਬ ਦੀ ਪ੍ਰੀਤ ਨਹੀਂ ਹੈ ਤੇ ਬਿਨ ਹਰ ਕਿਉਂ ਸੁਖ ਪਾਈਏ, ਉਹ ਤੁਹਾਨੂੰ ਜਿਹੜੇ ਸਾਰਾ ਸਿਨੇਰੀਓ ਹੈ ਸਾਵਣ ਭਾਦੋ ਉਹ ਆਨੰਦ ਨਹੀਂ ਦੇ ਰਹੇ ਹੁੰਦੇ। ਨਾਨਕ ਪੂਛ ਚਲੋ ਗੁਰ ਆਪਣੇ, ਜੈ ਪ੍ਰਭ ਤੈਂ ਹੀ ਜਾਈਏ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਮੈਂ ਜਦੋਂ ਆਪਣੇ ਗੁਰੂ ਦੇ ਨਾਲ ਜੁੜ ਕੇ ਇਹ ਪੁੱਛਣਾ ਕਰਦਾ ਕਿ ਭਾਈ ਕਿਵੇਂ ਮੇਰਾ ਜੀਵਨ ਹੋਏ, ਤੇ ਫਿਰ ਮੇਰੇ ਸਾਹਮਣੇ ਇਹੀ ਹੈ, ਜੈ ਪ੍ਰਭ ਤੈਂ ਹੀ ਜਾਈਏ, ਕਿ ਹੁਕਮ ਰਜ਼ਾਈ ਚੱਲਣਾ ਔਰ ਲਿਖਿਆ ਨਾਲ। ਔਰ ਇਹੀ ਜਿਹੜਾ ਭਾਦੋ ਮਹੀਨੇ ਦੀ ਵਿਚਾਰ ਵੀ ਹੈ ਔਰ ਸਾਡੇ ਲਈ ਵੀ ਇਹੀ ਸੁਨੇਹਾ ਕਿ ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਸੋ ਇਹੀ ਸਾਡੇ ਲਈ ਮੈਸੇਜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84। ਫੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।